ਅਸੀਂ ਜ਼ਿੰਦਗੀਆਂ ਬਣਾਉਣ ਖਾਤਰ ਕੀ ਕੁਝ ਕਰਦੇ ਹਾਂ, ਪਰ ਕੁਝ ਲੋਕਾਂ ਤੇ ਪ੍ਰਮਾਤਮਾ ਦੀ ਐਸੀ ਮਿਹਰ ਹੈ ਕਿ ਉਹ ਜ਼ਿੰਦਗੀਆਂ ਬਣਾਉਂਦੇ ਨੇ। ਜਰਨੈਲ ਘੁਮਾਣ ਸਾਹਿਬ ਦਾ ਨਾਮ ਹਰ ਪੰਜਾਬੀ ਨੇ ਸੁਣਿਆ ਹੈ। ਬਹੁਤ ਸਾਰੇ ਕਲਾਕਾਰਾਂ ਨੂੰ ਉਹਨਾਂ ਨੇ ਬਣਾਇਆ, ਪਰ ਅੱਜ ਉਹਨਾਂ ਦੀ ਚਰਚਾ ਇਸ ਕਰਕੇ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਬਣੇ। ਉਹੀ ਭਗਵੰਤ ਮਾਨ ਨੇ ਜਿਨ੍ਹਾਂ ਨੂੰ 17 ਸਾਲ ਦੀ ਉਮਰ ਦੇ ਵਿੱਚ ਜਰਨੈਲ ਘੁਮਾਣ ਸਾਹਿਬ ਨੇ ਪਛਾਣਿਆ ਸੀ, ਉਂਗਲ ਫੜ ਕੇ ਨਾਲ ਤੋਰਿਆ, ਤੇ ਅੱਜ ਜੋ ਹੋਇਆ ਬਾਕੀ ਇਤਿਹਾਸ ਬਣ ਕੇ ਰਿਹਾ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਬਹੁਤ ਸਵਾਗਤ ਹੈ ਘੁਮਾਣ ਸਾਹਿਬ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਪੂਰੀ ਦੁਨੀਆ 'ਚ ਵਸਦੇ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ, ਸਾਰੀ ਦੁਨੀਆ ਦੇ ਮੀਡੀਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿ ਤੁਸੀਂ ਨੇ ਪੰਜਾਬੀ ਮਾਂ ਬੋਲੀ ਦੀ ਇੰਨੀ ਸੇਵਾ ਕੀਤੀ ਕਿ ਅੱਜ ਪੰਜਾਬੀ ਮਾਂ ਬੋਲੀ ਇੱਕ ਵੱਡੀ ਜ਼ੁਬਾਨ ਦੇ ਤੌਰ 'ਤੇ ਜਾਣੀ ਜਾਂਦੀ ਹੈ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਘੁਮਾਣ ਸਾਹਿਬ, ਇੰਟਰਵਿਊਆਂ ਬਹੁਤ ਹੋਈਆਂ, ਅੱਜ ਗੱਲਾਂ ਕਰਨੀਆਂ ਤੁਹਾਡੇ ਨਾਲ, ਇੰਟਰਵਿਊ ਨਹੀਂ ਕਰਨੀ। ਜਵਾਨੀ ਵੇਲੇ ਲੈ ਚੱਲੋ ਸਾਨੂੰ, ਥੋੜ੍ਹੀਆਂ ਜਿਹੀਆਂ ਉਹ ਯਾਦਾਂ ਤਾਜ਼ੀਆਂ ਕਰੋ। ਦੱਸੋ ਕਿਵੇਂ ਸ਼ੁਰੂਆਤ, ਜਰਨੈਲ ਘੁਮਾਣ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ? ਜਰਨੈਲ ਘੁਮਾਣ ਦੀ ਸ਼ੁਰੂਆਤ ਤੱਕ ਜੈਲੇ ਤੋਂ ਹੋਈ ਸੀ। ਜੈਲਾ ਮਿਸਤਰੀ ਹੁੰਦਾ, ਮੋਟਰਾਂ ਬੰਨ੍ਹਦਾ ਹੁੰਦਾ, ਖੇਤੀ ਕਰਦਾ ਹੁੰਦਾ। ਇਸ ਸੋਲ ਦੇ ਵਿੱਚ, ਇਸ ਬੋਡੀ ਦੇ ਵਿੱਚ ਨਾ ਇੱਕ ਚਿੰਨ੍ਹ ਸੀਗੀ ਕਿ ਵੀ ਮੁਹੰਮਦ ਸਦੀਕ ਸਾਹਿਬ ਤੇ ਰਣਜੀਤ ਕੌਰ ਭੈਣ ਜੀ ਉਹਨਾਂ ਦਾ ਦੌਰ ਸੀਗਾ। ਤੁਹਾਨੂੰ ਪਤਾ ਹੀ, ਉਦੋਂ ਪੂਰਾ ਜੋਬਨ ਹੁੰਦਾ। ਜਿਵੇਂ ਫਿਲਮ ਦੇਖ ਲਈ, ਜਿਹੋ ਜਿਹਾ ਉਹਨਾਂ ਦਾ ਖਾੜਾ ਦੇਖ ਲਿਆ ਜੀ। ਮੈਨੂੰ ਸ਼ੌਂਕ ਬਹੁਤ ਸੀ ਉਹਨਾਂ ਦੇ ਗਾਣੇ ਸੁਣਨ ਦਾ। 80 ਦੇ ਦਹਾਕੇ ਦੀ ਗੱਲ ਹੈ ਇਹ 80 ਦੇ ਦਹਾਕੇ ਦੀ ਗੱਲ ਹੈ। 80 ਦੇ ਦਹਾਕੇ ਤੋਂ ਵੀ ਪਹਿਲਾਂ ਦੀ ਗੱਲ ਹੈ, ਮਤਲਬ 71 ਤੋਂ ਲੈ ਕੇ 80 ਦੇ ਵਿੱਚ ਦੀ ਗੱਲ ਕਰਦੇ ਹਾਂ ਜੀ। ਪਹਿਲੀ ਵਾਰੀ ਮੈਂ 1971 ਦੇ ਵਿੱਚ ਇਹਨਾਂ ਦੇ ਗਾਣੇ, ਸਾਡੇ ਟੂਰਨਾਮੈਂਟ ਜਿਹੜਾ ਅੱਜ ਕੱਲ੍ਹ ਬਹੁਤ ਵੱਡਾ ਟੂਰਨਾਮੈਂਟ ਬਣ ਗਿਆ ਸਾਡੇ ਦਿੜਬੇ ਦਾ, ਕਬੱਡੀ ਕੱਪ ਦਿੜਬੇ ਦਾ, ਉੱਥੇ ਇਹਨਾਂ ਦਾ ਅਖਾੜਾ ਲੱਗਿਆ ਸੀ। ਮਤਲਬ ਉਦੋਂ ਮੈਂ 6ਵੀਂ 'ਚ ਪੜ੍ਹਦਾ ਹੁੰਦਾ ਤੇ ਉਦੋਂ ਤੋਂ ਮਤਲਬ ਇੱਕ ਚਿੰਨ੍ਹ ਸੀਗੇ ਕਿ ਵੀ ਇਹਨਾਂ ਨੂੰ ਸੁਣਨਾ। ਤਾਂ ਉੱਥੇ ਇੱਕ ਨਾਂ ਆਉਂਦਾ ਹੁੰਦਾ ਵਿੱਚ, ਬਾਊ ਸਿੰਘ ਮਾਨ ਮਰਾੜਾਂ ਵਾਲਾ। ਮਾਨ ਮਰਾੜਾਂ ਦਾ ਜੋੜਦਾ ਮਿੰਟਾਂ ਵਿੱਚ ਸਟੋਰੀ ਹੈ, ਮਰਾੜਾਂ ਦਾ ਚੁਗਲ ਫਲਾਣਾ ਫਲਾਣਾ। ਤਾਂ ਇੱਥੇ ਕਿਤੇ ਗੱਲ ਘਰ ਘਰ ਗਈ ਕਿ ਵੀ ਜਿਵੇਂ ਇਹ ਨਾਂ ਆਉਂਦਾ, ਇਹਨਾਂ ਆਵਾਜ਼ਾਂ ਦੇ ਵਿੱਚ ਹੀ ਘੁਮਾਣ ਕਿਉਂ ਨਾ ਆਵੇ। ਸਾਡਾ ਗੋਤ ਘੁਮਾਣ ਹੈ ਕਿਉਂਕਿ 13 ਪਿੰਡ ਘੁਮਾਣਾਂ ਦੇ ਨੇ। ਅਤੇ ਉੱਥੇ ਉਦੋਂ ਜਦੋਂ ਚਿੰਨ੍ਹ ਲੱਗੀ ਤਾਂ ਫਿਰ ਝਰੀਟਣਾ ਸ਼ੁਰੂ ਕੀਤਾ ਮੈਂ। ਜੇ ਇੱਥੇ ਹੈਰਾਨੀ ਵਾਲੀ ਗੱਲ ਹੋਊਗੀ ਕਈਆਂ ਨੂੰ ਸੁਣਨ ਵਾਸਤੇ, ਮੈਂ ਵਿਆਹ ਤੋਂ ਬਾਅਦ 3 ਬੱਚੇ ਪੈਦਾ ਹੋਣ ਤੋਂ ਬਾਅਦ ਗਾਣੇ ਲਿਖਣ ਲੱਗਿਆ। ਮਤਲਬ ਇਹ ਨਹੀਂ ਹੈਗਾ ਮੈਂ ਬਹੁਤ ਛੋਟਾ ਹੁੰਦਾ ਲਿਖਦਾ ਸੀ। ਉਦੋਂ ਪਹਿਲਾਂ ਕੀ ਕਰਦੇ ਰਹੇ ਫਿਰ? ਖੇਤੀ ਬੱਤੀ ਜੋ ਵੀ ਆਪਣਾ, ਜਾਂ ਇਲੈਕਟ੍ਰੀਸ਼ੀਅਨ ਦਾ ਮੈਂ ਡਿਪਲੋਮਾ ਕੀਤਾ ਹੋਇਆ ਸੀਗਾ। ਅੱਛਾ। ਮਤਲਬ ਸਾਡੇ ਪੂਰੇ ਖਾਨਦਾਨ ਦੇ ਵਿੱਚ ਇਸ ਕੰਮ ਦੇ ਕੋਈ ਨੇੜੇ ਤੋਂ ਨਹੀਂ ਲੰਘਿਆ। ਇਹ ਤਾਂ ਸਾਧਾਂ ਸੰਤਾਂ ਦੇ ਜਾਣ ਵਾਲੇ ਸੰਗੀ ਬੰਦੇ ਸੀਗੇ। ਪਰਿਵਾਰ ਸਾਡਾ ਸਾਰਾ ਸੰਤਾਂ ਦੇ ਜਾਣ ਵਾਲਾ ਟੱਬਰ ਸੀਗਾ। ਮਤਲਬ ਉਦੋਂ ਤੋਂ ਲੱਗਿਆ ਕਿ ਵੀ ਯਾਰ ਜੇ ਇਹਨਾਂ ਆਵਾਜ਼ਾਂ ਦੇ ਮੂੰਹੋਂ ਆਪਦਾ ਨਾਂ ਸੁਣਨਾ ਤਾਂ ਕੁਛ ਲਿਖਣ ਲੱਗੀਏ। ਤਾਂ ਉਦੋਂ ਫਿਰ ਮੈਂ ਗਾਣੇ ਲਿਖਣੇ ਸ਼ੁਰੂ ਕੀਤੇ, ਝਰੀਟਣੇ ਸ਼ੁਰੂ ਕੀਤੇ। ਪਹਿਲੀ ਗੱਲ ਤਾਂ ਆਪਾਂ ਕਿਹੜਾ ਕੋਈ ਜ਼ਿਆਦਾ ਕਿਸੇ ਗੁਰੂ ਕੋਈ ਸਿੱਖਿਆ ਨਹੀਂ ਸੀ, ਕੋਈ ਅਲੰਕਾਰ ਦਾ ਨਹੀਂ ਪਤਾ ਸੀ, ਕੋਈ ਕਿਸੇ ਗੱਲ ਦਾ। ਉਦੋਂ ਇੱਕ ਸਾਡੇ ਉੱਥੇ ਉਦੋਂ ਕਵਿਸ਼ਰੀ ਦੌਰ ਬਹੁਤ ਹੁੰਦਾ। ਹਾਂ। ਮੇਰੇ ਉਸਤਾਦ ਜੀ ਸੀਗੇ ਫਕੀਰ ਚੰਦ ਫੱਕਰ, ਅੱਜ ਕੱਲ੍ਹ ਤਾਂ ਨਹੀਂ ਰਹੇ ਵਿਚਾਰੇ ਦੁਨੀਆ 'ਚ। ਉਹਨਾਂ ਨੇ ਮੈਨੂੰ ਕਵਿਸ਼ਰੀ ਦੇ ਮਤਲਬ ਜਿੰਨੇ ਵੀ ਛੰਦਾਬੰਦੀ ਕਹਿ ਸਕਦੇ ਆਪਾਂ, ਸਾਰਾ ਚੀਜ਼, ਅਲੰਕਾਰਾਂ ਦੀ ਆਪਾਂ ਗੱਲ ਕਰੀਏ, ਕਾਫੀਆਂ ਮਿਲਾਉਣ ਦੀ ਗੱਲ ਕਰੀਏ, ਉਹ ਚੀਜ਼ਾਂ ਸਿੱਖੀਆਂ ਜਿਹਨੂੰ ਆਪਾਂ ਪਿੰਗਲ ਕਹਿ ਦਿੰਦੇ ਹਾਂ। ਮਤਲਬ ਇੱਕ ਦੇਸੀ ਤਰੀਕੇ ਦਾ ਪਿੰਗਲ ਕਵਿਸ਼ਰੀ ਦੇ ਵਿੱਚੋਂ ਜੇ ਆਪਾਂ ਸਿੱਖਦੇ ਹਾਂ ਨਾ, ਤਾਂ ਉਹਦੇ 'ਚ ਤੁਹਾਨੂੰ ਕਿਤੇ ਨਾ ਤੁਸੀਂ ਲਗ ਮਾਤਰ ਦੀ ਮਾਰ ਖਾਓਗੇ, ਨਾ ਅਲੰਕਾਰਾਂ ਦੀ ਮਾਰ ਖਾਓਗੇ, ਨਾ ਛੰਦਾਬੰਦੀ ਦੀ ਮਾਰ ਖਾਓਗੇ। ਸਿੱਖਿਆ ਮੈਂ ਮੇਰੇ ਉਸਤਾਦ ਜੀ ਤੋਂ ਉਹ ਕਵਿਸ਼ਰੀ, ਪਰ ਕਵਿਸ਼ਰੀ ਦੇ ਵਿੱਚੋਂ ਗੀਤ ਪੈਦਾ ਹੋਣੇ ਸ਼ੁਰੂ ਹੋਏ। ਤਾਂ ਜਦੋਂ ਹੁਣ ਚਿੰਨ੍ਹ ਹੁੰਦੀ ਹੈ ਕਿ ਮੈਂ ਅੱਜ ਫਲਾਣੇ ਆਰਟਿਸਟ ਨੂੰ ਮਿਲਣਾ ਹੈ, ਫਲਾਣੇ ਆਰਟਿਸਟ ਤੋਂ ਗਾਣੇ ਗਵਾਉਣੇ ਨੇ, ਫਿਰ ਤੁਹਾਨੂੰ ਉਹਦੇ ਲੈਵਲ ਦਾ ਕੁਛ ਲਿਖ ਕੇ ਜਾਣਾ ਪੈਂਦਾ। ਤਾਂ ਫਿਰ ਉਦੋਂ ਵੀ ਐ ਟੱਕਰਾਂ ਮਾਰਨੀਆਂ ਪੈਂਦੀਆਂ ਸੀ, ਗੀਤ ਲੈ ਕੇ ਜਾਣਾ ਪੈਂਦਾ ਸੀ ਕਲਾਕਾਰਾਂ ਕੋਲ। ਬਹੁਤ ਜ਼ਿਆਦਾ। ਹੁਣ ਤਾਂ ਟੱਕਰਾਂ ਹੀ ਨਹੀਂ ਮਾਰਨੀਆਂ ਪੈਂਦੀਆਂ, ਹੁਣ ਸੌਖਾ ਹੋ ਗਿਆ। ਹਾਂ। ਉਹ ਲੁਧਿਆਣੇ ਦੀ ਜਿਹੜੀ ਆਪਾਂ ਕਹਿੰਦੇ ਨਾ ਬੱਸ ਸਟੈਂਡ ਦੇ ਸਾਹਮਣੇ ਬੋਰਡ ਵਾਲੀ ਮੰਡੀ ਹੈ ਭਾਜੀ, ਉਹ ਕਿਹੜਾ ਦਫ਼ਤਰ ਹੈ ਜਿਹਦੀਆਂ ਆਪਾਂ ਪੌੜੀਆਂ ਨਹੀਂ ਚੜ੍ਹੇ। ਮਤਲਬ ਉਹ ਕਿਹੜਾ ਦਫ਼ਤਰ ਹੈ ਜਿਹਦੇ 'ਚ ਬੈਠ ਕੇ ਆਪਣੇ ਗੀਤਾਂ ਦਾ ਮਜ਼ਾਕ ਨਹੀਂ ਉੱਡਿਆ। ਅੱਛਾ, ਮਜ਼ਾਕ ਵੀ ਉੱਡਦਾ? ਬਹੁਤ ਜ਼ਿਆਦਾ ਮਜ਼ਾਕ ਉੱਡਦਾ ਰਿਹਾ ਕਿ ਵੀ ਲੈਦਾ ਆ ਕੇ ਗੀਤਕਾਰ ਬਣਨ। ਉੱਥੇ ਇੱਕ ਪਊਆ ਕਲਚਰ ਚੱਲਦਾ ਹੁੰਦਾ। ਮੈਂ ਮੇਰੀ ਇੰਟਰਵਿਊ 'ਚ ਹੋਰ 'ਚ ਵੀ ਕਿਹਾ। ਹਾਂਜੀ। ਮਤਲਬ ਬੰਦੇ ਨੇ ਕੀ ਕਹਿਣਾ, ਭਾਜੀ ਇੱਕ ਪਊਆ ਦਵਾ ਦਿਓ, ਤੁਹਾਡੇ ਗਾਣੇ ਮੈਂ ਫਲਾਣੇ ਕਲਾਕਾਰ ਨੂੰ ਪਹੁੰਚਾ ਦੂੰਗਾ। ਕਈ ਕਲਾਕਾਰ ਵਿਚਾਰੇ ਹੁਣ ਇਸ ਟਾਈਮ ਦੁਨੀਆ 'ਚ ਨਹੀਂ ਹੈਗੇ, ਇਸ ਕਰਕੇ ਆਪਾਂ ਉਹਨਾਂ ਦਾ ਨਾਂ ਨਾ ਲਈਏ। ਉਹਨਾਂ ਦੇ ਸੈਕਟਰੀਆਂ ਨੇ, ਮਤਲਬ ਉਹ ਬੰਦੇ ਛੱਡੇ ਹੁੰਦੇ ਸੀ ਉੱਥੇ ਕਿ ਬੰਦੇ ਜਿਵੇਂ ਆਮ ਤੁਰੇ ਫਿਰਦੇ ਹੁੰਦੇ ਆ? ਬੰਦੇ ਉਹ ਛੱਡੇ ਬੰਦੇ ਨਹੀਂ ਹੁੰਦੇ, ਉਹ ਬੰਦੇ ਦਫ਼ਤਰਾਂ ਦੇ ਵਿੱਚ ਉਹੀ ਹੁੰਦੇ, ਬੈਠੇ ਹੁੰਦੇ, ਸੈਕਟਰੀ ਟਾਈਪ ਤਾਂ ਨਹੀਂ ਕਹਿ ਸਕਦੇ। ਉਹ ਸੈਕਟਰੀਆਂ ਤੋਂ ਵੀ ਅਗਲੀ ਕੈਟਾਗਰੀ ਜੀ ਹੁੰਦੀ ਹੈ। ਅਤੇ ਉਹ ਜਿਹੜੇ ਕਿ ਵੀ ਚਾਹ ਦੇ ਕੱਪ ਤੱਕ ਵੀ ਚਲੋ ਆ ਗਿਆ ਗੀਤਕਾਰ, ਇਹਦੇ ਨਾਲ ਬਹਿ ਕੇ ਚਾਹ ਪੀਵਾਂਗੇ, ਪੈਸੇ ਦੇਣ ਵੇਲੇ ਉਹਨੇ ਉੱਠ ਕੇ ਇੱਧਰ ਨੂੰ ਹੋ ਜਾਣਾ ਹੁੰਦਾ, ਕੋਈ ਮੱਠੀ ਵੀ ਨਾਲ ਖਾ ਲੈਣੀ। ਅਤੇ ਉਹ ਕਲਚਰ ਬਹੁਤ ਦੇਖਿਆ। ਮਤਲਬ ਧੱਕੇ ਜਿਹਨੂੰ ਆਪਾਂ ਕਹੀਏ, ਭੁੱਖੇ ਭਾਣੇ ਰਹਿ ਕੇ ਧੱਕੇ, ਜਿਹੜੀ ਆਪਾਂ ਆਮ ਗੱਲਾਂ ਕਹਿੰਦੇ ਜੀ। ਉੱਥੇ ਬੰਬੇ ਕੋਈ ਬੰਦਾ ਗਿਆ, ਉਹ ਪਲੇਟਫਾਰਮਾਂ ਦੇ ਉੱਤੇ ਰਾਤਾਂ ਕੱਟੀਆਂ। ਅਸੀਂ ਨੇ ਵੀ ਕੱਟੀਆਂ ਲੁਧਿਆਣੇ ਦੇ ਬੱਸ ਸਟੈਂਡ 'ਤੇ ਰਾਤਾਂ, ਕਿਉਂਕਿ ਉਦੋਂ ਇੰਨੀ ਭਾਜੀ ਅਸਮਰੱਥਾ ਨਹੀਂ ਸੀਗੀ। ਜਿਵੇਂ ਅਸੀਂ ਛੋਟੇ ਹੁੰਦੇ ਲੰਘਦੇ ਸੀਗੇ, ਬੋਰਡ ਲੱਗੇ, ਸਾਨੂੰ ਲੱਗਦਾ ਕਲਾਕਾਰ ਅੰਦਰ ਹੀ ਹੁੰਦੇ ਆ ਕਿਤੇ। ਨਹੀਂ, ਕਲਾਕਾਰ ਅੰਦਰ ਨਹੀਂ ਹੁੰਦੇ ਸੀ। ਕਲਾਕਾਰ ਅੰਦਰ ਕਦੇ ਕਦੇ ਪਤਾ ਲੱਗਿਆ ਵੀ ਇੱਥੇ ਤਾਂ ਉਹਨਾਂ ਦੇ ਬੰਦੇ ਬੈਠੇ ਹੁੰਦੇ, ਸਬੱਬ ਬਣਦਾ ਹੁੰਦਾ।
ਕਲਾਕਾਰ ਨੂੰ ਮਿਲਣ ਦਾ। ਪਰ ਮੈਂ ਕਿਸੇ ਨਾ ਕਿਸੇ ਪੱਖੋਂ ਮਤਲਬ ਕਿਸੇ ਬਜ਼ੁਰਗਾਂ ਦਾ ਧੂਣੀ 'ਚ ਡੱਕਾ ਡਿੱਗਿਆ ਹੋਇਆ ਜਾਂ ਮੇਰੇ ਕਿਸੇ ਕਰਮ ਦਾ ਫਲ ਆਇਆ ਕਿ ਮੈਨੂੰ ਛੇਤੀ ਹੀ ਮੌਕਾ ਮਿਲ ਗਿਆ ਜਨਾਬ ਮੁਹੰਮਦ ਸਿੱਖ ਸਾਹਿਬ ਨਾਲ ਮਿਲਣ ਦਾ। ਕਿਹਨੇ ਮਿਲਾਇਆ ਕਿਹਨੇ ਜੀ? ਕਿਸਮਤ ਨੇ ਮਿਲਾਇਆ। ਮਤਲਬ ਇੱਦਾਂ ਕੁਛ ਨਹੀਂ, ਅਸੀਂ ਕੀ ਹੈ ਗਾਣੇ ਲਿਖ ਲਏ, ਜਦੋਂ ਗਾਣੇ ਲਿਖ ਲਏ ਤਾਂ ਇਹਨਾਂ ਦੇ ਸੁਭਾਅ 'ਚ ਬਹੁਤ ਖੂਬੀ ਹੈ ਅੱਬਾ ਜੀ ਦੇ। ਅਸੀਂ ਅੱਬਾ ਜੀ ਕਹਿੰਦੇ ਕਿ ਪਰਿਵਾਰ ਰਿਹਾ ਬਣ ਕੇ, ਇਹਨਾਂ ਦੀ ਖੂਬੀ ਹੈ ਇਹ, ਮਤਲਬ ਇੱਕ ਵਾਰੀ ਸੁਣਦੇ ਜ਼ਰੂਰ ਨੇ ਹਰੇਕ ਦੀ। ਇਹ ਸੰਭਾਵਨਾਵਾਂ ਤਲਾਸ਼ਦੇ ਰਹਿੰਦੇ ਨੇ। ਦੇਖੋ ਮੇਰੇ ਨਾਲ ਦੇ ਗੀਤਕਾਰ ਬਲਵੰਤ ਸਰੇਵਾਲ ਕਹਿ ਲਓ ਆਪਾਂ, ਜਾਂ ਆਪਾਂ ਇੱਕ ਸ਼ਰਮੀਲਾ ਸਾਹਿਬ ਆਏ ਸੀ, ਜਨਕ ਸ਼ਰਮੀਲਾ, ਕਿੰਨੇ ਵੱਡੇ ਗਾਣੇ ਇਹ ਤਲਾਸ਼ਦੇ ਰਹਿੰਦੇ ਸੀਗੇ। ਤਾਂ ਉਹਨਾਂ ਦਿਨਾਂ 'ਚ ਕੁਦਰਤੀ ਨਾ, ਜਿਵੇਂ ਹੁਣ ਆਪਾਂ ਲੰਘ ਕੇ ਗਏ ਵੋਟਾਂ ਦੇ ਦੌਰ ਵਿੱਚੋਂ, ਤਾਂ ਉਹਨਾਂ ਦਿਨਾਂ 'ਚ ਕੁਦਰਤੀ ਮੇਰੇ ਤੋਂ ਇੱਕ ਗਾਣਾ ਲਿਖਿਆ ਗਿਆ ਕਿ ਵੀ ਜੇਠ ਖੜਾ ਹੋ ਜਾਂਦਾ ਵੋਟਾਂ ਦੇ ਵਿੱਚ ਅਤੇ ਭਰਜਾਈ ਉਹਨੂੰ ਟੋਕਦੀ ਹੈ ਨਾ। ਉਹ ਗਾਣਾ ਇਹਨਾਂ ਨੂੰ ਪਸੰਦ ਆਇਆ। 100 ਦਾ ਨੋਟ ਇੱਕ ਕੈਸਟ ਆਈ ਸੀ, ਤੁਹਾਡੇ ਯਾਦ ਹੋਊਗਾ, ਬਹੁਤ ਮਸ਼ਹੂਰ। ਉਹ 'ਚ ਮੇਰੇ 4 ਗਾਣੇ ਰਿਕਾਰਡ ਹੋਏ ਪਹਿਲੀ ਵਾਰੀ। ਅਤੇ ਉਹ ਫਿਰ ਜਦੋਂ ਐਡੇ ਵੱਡੇ ਮਹਾਰਥੀ, ਐਡੇ ਵੱਡੇ ਮਹਾਂਪੁਰਸ਼ਾਂ ਦੇ ਨਾਲ ਤੁਸੀਂ ਉਂਗਲ ਫੜ ਕੇ ਤੁਰ ਪੈਂਦੇ ਹੋ ਤਾਂ ਉੱਥੋਂ ਤੁਹਾਨੂੰ ਸਾਰੇ ਰਸਤੇ ਆਪੇ ਮਿਲ ਜਾਂਦੇ। ਮਤਲਬ ਮੈਨੂੰ ਸਹੀ ਮਾਇਨਿਆਂ 'ਚ ਜੇ ਮੇਰੀ ਜ਼ਿੰਦਗੀ ਦੇ ਵਿੱਚ ਕਹੀਏ ਤਾਂ ਵੱਡਾ ਯੋਗਦਾਨ ਕਹਿ ਸਕਦੇ ਹਾਂ ਜਾਂ ਵੱਡਾ ਪਰਉਪਕਾਰ ਕਹਿ ਸਕਦੇ ਮੁਹੰਮਦ ਸਿੱਖ ਸਾਹਿਬ ਦਾ ਹੈ। ਪਰ ਉੱਥੋਂ ਉਦੋਂ ਪਹਿਲਾਂ ਮੇਰੇ ਇੱਕ ਮਿੱਤਰ ਸ਼ਿੰਗਾਰਾ ਸਿੰਘ ਚਹਿਲ, ਜਿਨ੍ਹਾਂ ਨੇ ਉਹ ਸੰਤ ਰਾਮ ਉਦਾਸੀ ਦੇ ਗਾਣੇ ਗਾਏ ਸੀ ਨਾ, ਚੂੜੀਆਂ ਦਾ ਹੋਕਾ ਕਮੀਆਂ ਦਾ ਬੇੜਾ, ਉਹ ਮੇਰੇ ਰਿਸ਼ਤੇਦਾਰ ਵੀ ਨੇ, ਦੋਸਤ ਵੀ ਨੇ, ਸਾਡੇ ਪਿੰਡਾਂ ਦੇ ਨਾਲ ਦੀ ਨੇ। ਉਦੋਂ ਪਹਿਲਾਂ 1-2 ਗਾਣੇ ਉਹਨਾਂ ਨੇ ਗਾਏ ਸੀ। ਬਟ ਜਿਹੜੇ ਮੇਰੇ ਗਾਣੇ ਦਾ ਲੈਵਲ ਸੀਗਾ ਉੱਥੇ ਜਾਣ ਦਾ, ਉਹਨਾਂ ਨੂੰ ਪ੍ਰੇਰਿਆ ਵੀ ਉਹਨਾਂ ਨੇ ਸੀਗਾ ਕਿ ਵੀ ਤੁਸੀਂ ਲੁਧਿਆਣੇ ਜਾਣਾ ਆਉਣਾ ਸ਼ੁਰੂ। ਧੱਕੇ ਬਹੁਤ ਖਾਦੇ, ਬਟ ਇੱਧਰਲੇ ਪਾਸੇ ਧੱਕੇ ਨਹੀਂ ਖਾਣੇ ਪਏ, ਇੱਧਰਲੇ ਪਾਸੇ ਸਬਰ ਹੀ ਕਰਨਾ ਪਿਆ। ਜਦੋਂ ਸਬਰ ਦਾ ਫਲ ਮਿਲਿਆ ਤਾਂ ਪਹਿਲੀ ਵਾਰੀ ਇਹ 4 ਗਾਣੇ ਰਿਕਾਰਡ ਹੋਏ ਸੀਗੇ। ਫਿਰ ਉਹ ਕੋਠੀ ਦੀਆਂ ਬੜੀਆਂ ਚਰਚਾਵਾਂ ਹੋਈਆਂ, ਕਹਿੰਦੇ ਲੁਧਿਆਣੇ ਦਫ਼ਤਰ ਖੋਲ੍ਹਿਆ, ਕੋਠੀ ਬਣਾਈ ਜਿੱਥੇ ਅੱਜ ਕੱਲ੍ਹ ਸਦੀਕ ਸਾਹਿਬ ਰਹਿੰਦੇ ਹੈ। ਭਗਵੰਤ ਵੀ ਕਹਿੰਦੇ ਪਹਿਲੀ ਵਾਰ ਉਸ ਕੋਠੀ 'ਚ ਹੀ ਆਇਆ ਸੀ। ਹਾਂ, ਉਦੋਂ ਬਾਅਦ ਸਾਡੇ ਜਦੋਂ ਅਸੀਂ ਗਾਣੇ ਵਗੈਰਾ ਰਿਕਾਰਡ ਹੋਏ ਤਾਂ ਫਿਰ ਉਦੋਂ ਬਾਅਦ ਮੈਂ ਅਤੇ ਚਹਿਲ ਸਾਹਿਬ ਨੇ ਸੋਚਿਆ ਕਿ ਆਪਾਂ ਮਿਊਜ਼ਿਕ ਕੰਪਨੀ ਖੋਲ੍ਹਦੇ ਹਾਂ, ਵੀ ਗਾਣਿਆਂ ਨਾਲ ਵਾਲੀ ਗੱਲ ਨਹੀਂ ਬਣਦੀ। ਤਾਂ ਅਸੀਂ ਉਹਦੇ ਮੇਰੇ ਪਿੰਡ ਤੋਂ ਹੀ ਕੰਪਨੀ ਖੋਲ੍ਹੀ, CMC, ਚਹਿਲ ਮਿਊਜ਼ੀਕਲ ਕੰਪਨੀ ਉਹਦਾ ਨਾਂ ਸੀ ਪਹਿਲਾਂ ਜੀ। ਅਤੇ ਬਾਅਦ 'ਚ ਸਦੀਕ ਸਾਹਿਬ ਨੇ ਮੈਨੂੰ ਕਿਹਾ, ਕਹਿੰਦੇ ਜਰਨੈਲ ਅਸੀਂ ਕਿਉਂ ਕੈਸਟ ਕੱਢਣੀ ਤਾਂ ਆਪਦੇ ਤੁਸੀਂ ਜਿਹੜਾ ਆਈਡਲ ਹੈਗਾ ਤੁਹਾਡਾ, ਜਿਹਦਾ ਤੁਹਾਨੂੰ ਸਾਰਾ ਕੁਛ ਮੰਨਦੇ ਹੋ, ਮਾਂ ਬਾਪ ਹਰ ਚੀਜ਼ ਮੰਨਦੇ ਹੋ, ਉਹਨੂੰ ਜਾ ਕੇ ਦਿਓਗੇ ਆਪਦੀ ਕੈਸਟ। ਤਾਂ ਜਦੋਂ ਉਹਨਾਂ ਕੈਸਟਾਂ ਨੂੰ ਅਸੀਂ ਉਹਨਾਂ ਨੂੰ ਜਾ ਕੇ ਦੇਣਾ ਤਾਂ ਉਹਨਾਂ ਦੇ ਵੀ ਦਿਮਾਗ 'ਚ ਕਿਤੇ ਨਾ ਕਿਤੇ ਸੀਗਾ ਕਿ ਮਿਊਜ਼ਿਕ ਕੰਪਨੀ ਚੱਲਣੀ ਚਾਹੀਦੀ ਹੈ। ਫਿਰ 2-3 ਕੈਸਟਾਂ ਤੋਂ ਬਾਅਦ ਹੀ ਤੁਹਾਡੇ ਯਾਦ ਹੋਊ ਇੱਕ ਆਰਟਿਸਟ ਆਏ ਸੀਗੇ ਭਜਨ ਆਮਲੀ, ਗੁਰਦੇਵ ਢਿੱਲੋਂ ਭਜਨ ਆਮਲੀ, ਉਹ ਮੇਰੇ ਵਧੀਆ ਦੋਸਤ ਬਣ ਗਏ ਸੀ। ਕਿਉਂਕਿ ਜਿਹੜੇ ਆਰਟਿਸਟਾਂ ਦੇ ਨਾਲ ਐਂਕਰ ਜਾਂਦੇ ਆ, ਆਰਟਿਸਟਾਂ ਨਾਲ ਮਿਊਜ਼ੀਸ਼ੀਅਨ ਜਾਂਦੇ ਆ, ਜਾਂ ਆਰਟਿਸਟਾਂ ਨਾਲ ਕਾਰਾਂ ਚਲਾਉਣ ਵਾਲੇ ਡਰਾਈਵਰ ਜਾਂਦੇ ਆ, ਉਹਨਾਂ ਨਾਲ ਦੋਸਤੀ ਜੀ ਪਹਿਲਾਂ ਪਾਉਣੀ ਪੈਂਦੀ ਆ, ਉਦੋਂ ਬਾਅਦ ਕਿਤੇ ਜਾ ਕੇ ਤੁਸੀਂ ਕਲਾਕਾਰ ਤੱਕ ਪਹੁੰਚਦੇ ਹੋ। ਉਹ ਢਿੱਲੋਂ ਸਾਹਿਬ ਦਾ ਸੁਭਾਅ ਵਧੀਆ ਸੀ। ਅੱਛਾ, ਐਵੇਂ ਹੋਇਆ ਕਿ ਵੀ ਡਰਾਈਵਰ ਨਾਲ ਦੋਸਤੀ ਪਾਉਣੀ ਪਈ ਹੈ ਜਾਂ? ਮੈਂ ਸ਼ਿੰਦਾ ਸਾਹਿਬ ਦੇ ਡਰਾਈਵਰ ਨਾਲ ਬੰਸੀ ਹੁੰਦਾ ਦੋਸਤੀ ਪਾਈ। ਉਹਨਾਂ ਨੂੰ ਦੱਸ ਦੇਣਾ ਹੁੰਦਾ ਸੀਗਾ ਵੀ ਹੁਣ ਆਉਣ ਵਾਲੇ ਨੇ, ਕਰਨਾ ਕਿੱਥੇ ਆਉਣਾ, ਕਿੱਥੇ ਜਾਣਾ ਹੈ। ਹਾਂ, ਅਤੇ ਉਹ ਕੈਟਾਗਰੀ ਦੂਜੀ ਹੈ। ਉਹ ਇਹ ਕਹਿ ਸਕਦੇ ਇੱਕ ਪੋਜ਼ੀਟਿਵ ਕੈਟਾਗਰੀ ਹੈ। ਜਿਹੜੇ ਡਰਾਈਵਰਾਂ ਦੀ ਗੱਲ ਕਰੀਏ, ਸੈਕਟਰੀਆਂ ਦੀ ਗੱਲ ਕਰੀਏ, ਉਹ ਜਿਹੜੀ ਮੈਂ ਗੱਲ ਪਊਆ ਕਲਚਰ ਦੀ ਗੱਲ ਕਰਕੇ ਵੀ ਉਹ ਦੇ ਜੋ ਕਾਪੀ, ਉਹ ਤਾਂ ਸਾਰੇ ਪਾਸੇ ਹੁੰਦਾ। ਫਿਰ ਸਦੀਕ ਸਾਹਿਬ ਨੇ ਮੈਨੂੰ ਇੱਕ ਵਾਰੀ ਕਿਹਾ, ਕਹਿੰਦੇ ਵੀ ਜਰਨੈਲ ਕੰਪਨੀ ਜੇ ਚਲਾਉਣੀ ਆ, ਮੇਰਾ ਵੀ ਮੂਡ ਸੀਗਾ ਕੰਪਨੀ ਚਲਾਉਣ ਦਾ। ਫਿਰ ਉਹਨਾਂ ਨੇ ਮੈਨੂੰ ਆਫਰ ਕੀਤੀ। ਫਿਰ ਅਸੀਂ CMC ਕੰਪਨੀ ਨੂੰ ਦਿੜਬੇ ਤੋਂ ਕਨਵਰਟ ਕੀਤਾ ਲੁਧਿਆਣੇ, ਤਾਂ ਕ੍ਰੀਏਟਿਵ ਮਿਊਜ਼ੀਕਲ ਕਾਰਪੋਰੇਸ਼ਨ ਦੇ ਤੌਰ 'ਤੇ। ਉਹੀ ਕੋਠੀ ਜਿੱਥੋਂ ਇਹ ਸਾਰੀ ਟੀਮ ਦਾ ਮਤਲਬ ਅਗਲਾ ਪੜਾਅ ਸਟਾਰਟ ਹੋਇਆ, ਆਦਰਸ਼ ਨਗਰ 'ਚ ਹੈਗੀ ਆ ਕੋਠੀ ਉਹ, ਉੱਥੇ ਜਿੱਥੇ ਹੁਣ ਸਦੀਕ ਸਾਹਿਬ ਰਹਿੰਦੇ, ਬਾਬਾ ਜੀ ਰਹਿੰਦੇ ਆ। ਉਹ ਉਦੋਂ 44 ਨੰਬਰ ਹੁੰਦਾ ਸੀ, ਹੁਣ ਕੋਈ ਹੋਰ ਨੰਬਰ ਲੱਗ ਗਿਆ ਹੋਊਗਾ। ਫਿਰ ਉੱਥੇ ਇਹ ਸਾਰੇ ਜਿੰਨੇ ਵੀ ਆਪਾਂ ਨਾਂ ਲੈਂਦੇ ਹਾਂ, ਭਗਵੰਤ ਮਾਨ ਸਾਹਿਬ, ਕਰਮਜੀਤ ਅਨਮੋਲ, ਰਾਜ ਬਰਾੜ, ਪ੍ਰੀਤ ਰਪਾਲ ਵਗੈਰਾ ਵਗੈਰਾ, ਉੱਥੋਂ ਵੱਲ ਇੱਕ ਸਾਡਾ ਉੱਥੋਂ ਸ਼ੁਰੂਆਤ ਹੁੰਦੀ ਸਾਰਿਆਂ ਦੀ, ਟੇਕ ਆਫ ਹੋਇਆ ਸਾਰਿਆਂ ਦਾ। ਭਗਵੰਤ ਮਾਨ ਨਾਲ ਪਹਿਲੀ ਵਾਰ ਕਦੋਂ ਮਿਲਦੇ ਹੋ ਜੀ? ਉਹ ਵੀ ਇੱਕ ਸਬੱਬ ਹੈ। ਅਸੀਂ ਇੱਕ ਸਵਰਨਜੀਤ ਸਵੀ ਨਾਂ ਦੇ ਇੱਕ ਆਰਟ ਦਾ ਕੰਮ ਕਰਦੇ, ਲੁਧਿਆਣੇ, ਬਹੁਤ ਮਸ਼ਹੂਰ ਨੇ ਭਾਜੀ। ਉਹਨਾਂ ਨਾਲ ਸਾਡੇ ਡਿਜ਼ਾਈਨ ਵਗੈਰਾ ਬਣਦੇ ਹੁੰਦੇ। ਅੱਜ ਕੱਲ੍ਹ ਤਾਂ ਕੰਪਿਊਟਰ 'ਚ ਬਣਦਾ ਕੰਮ। ਪਹਿਲਾਂ ਫੋਟੋਆਂ ਕੱਟ ਕੇ ਉਹਨਾਂ ਦੇ ਖੱਬੇ ਸੱਜੇ ਰੰਗ ਰੁੰਗ ਲਾ ਕੇ ਫਿਰ ਡਿਜ਼ਾਈਨ ਬਣਦਾ। ਉਹ ਡਿਜ਼ਾਈਨ ਲਿਜਾ ਕੇ ਦਿੱਲੀ ਉਹਦੇ ਪ੍ਰਿੰਟ ਨਿਕਲਦੇ, ਫਿਰ ਪੋਸਟਰ ਬਣਦਾ ਹੁੰਦਾ। ਉਹ ਜ਼ਮਾਨੇ ਦੀਆਂ ਗੱਲਾਂ ਨੇ। ਉਹਨੂੰ ਮਤਲਬ ਐਂ ਛਾਤੀ ਨਾਲ ਲਾ ਕੇ ਲੈ ਕੇ ਜਾਂਦੇ ਦਿੱਲੀ ਤੱਕ ਸੀ ਕਿ ਬਲ ਨਾ ਪੈ ਜੇ। ਉੱਥੇ ਉਹ ਕ੍ਰੀਏਟਿਵ ਬੰਦੇ ਨੇ, ਕਿਉਂਕਿ ਅਸੀਂ ਕੰਮ ਕੁਛ ਇੱਦਾਂ ਦੇ ਕੀਤੇ ਸੀ। ਅਸੀਂ ਜਫਰਨਾਮਾ ਰਿਕਾਰਡ ਕੀਤੀ ਉਦੋਂ, ਉਸ ਜ਼ਮਾਨੇ 'ਚ, ਮਤਲਬ ਉਹਨੂੰ ਪੰਜਾਬੀ 'ਚ ਲੱਥਾ ਕਰਵਾ ਕੇ। ਉਹ ਲਿਖੇ ਵੀ ਮੇਰੇ ਸੀ ਗਾਣੇ। ਅਸੀਂ ਉਦੋਂ ਇਹ ਭਜਨ ਅਮਲੀ ਵਰਗੀਆਂ ਚੀਜ਼ਾਂ ਕੀਤੀਆਂ, ਕਮੀਆਂ ਦਾ ਵਿਹੜਾ, ਚੂੜੀਆਂ ਦਾ ਹੋਕਾ ਵਰਗੀਆਂ ਟੇਪਾਂ ਕੀਤੀਆਂ। ਮਤਲਬ ਸਾਡੀ ਇੱਕ ਇਮੇਜ ਜੀ ਇੱਦਾਂ ਦੀ ਬਣਨੀ ਸ਼ੁਰੂ ਹੋ ਗਈ ਕਿ ਨਵੀਂ ਗੱਲ ਕਰਦੇ ਆ। ਉਦੋਂ ਵੀ ਇਹ ਰੌਲਾ ਰਹਿੰਦਾ ਸੀ ਵੀ ਇਹ ਕਮਰਸ਼ੀਅਲੀ ਹਿੱਟ ਹੋਣਗੀਆਂ, ਨਹੀਂ ਹੋਣਗੀਆਂ ਚੀਜ਼ਾਂ? ਉਦੋਂ ਰਹਿੰਦਾ ਸੀ, ਪਰ ਸਾਨੂੰ ਇੰਨੀ ਨੌਲੇਜ ਨਹੀਂ ਸੀ ਕਿ ਵੀ ਇਹ ਹਿੱਟ ਹੋਣ ਵਾਸਤੇ ਕਮਰਸ਼ੀਅਲ ਵਰਡ ਕੀ ਹੁੰਦਾ। ਅਸੀਂ ਜਨੂਨੀ ਲੈਵਲ 'ਤੇ ਕਰਦੇ ਹੁੰਦੇ। ਜਿਵੇਂ ਜਫਰਨਾਮਾ ਅਸੀਂ ਕੀਤਾ,
ਤਾਂ ਜ਼ਫਰਨਾਮਾ ਸਾਹਿਬ ਕਮਾਲ ਦੀ ਐਡੀ ਚਿੱਠੀ ਹੈ ਜਿਹਨੇ ਮਤਲਬ ਔਰੰਗਜ਼ੇਬ ਤੱਕ ਨੂੰ ਹਿਲਾ ਕੇ ਰੱਖਤਾ ਸੀ। ਤੇ ਉਹ ਸਾਡੇ ਉਸੇ ਨਹੀਂ ਪੈਰ ਲਾਤੇ, ਜਾਂ ਤਾਂ ਆਸ਼ੀਰਵਾਦ ਹੀ ਕਹਿ ਸਕਦੇ ਹਾਂ। ਸਾਡੀ ਪਹਿਲੀ ਕੈਸਟ ਸੀਗੀ ਉਹ ਜ਼ਫਰਨਾਮਾ, ਉਹ ਲਿਖੀ ਹੋਈ ਮੇਰੀ ਸੀ, ਗਾਈ ਹੋਈ ਚਹਿਲ ਸਾਹਿਬ ਦੀ ਸੀ। ਫਿਰ ਅਸੀਂ ਇੱਕ ਗੈਪ ਜਿਹਾ ਦੇਖਿਆ ਇੰਡਸਟਰੀ 'ਚ ਕਿ ਕੇਦੀਪ ਜਗਮੋਹਨ ਕੌਰ ਵਾਲਾ ਗੈਪ ਪੈ ਗਿਆ, ਕਿ ਉਹ ਨਹੀਂ ਕਰ ਰਹੇ ਸੀ ਕੰਮ, ਕਿ ਜਗਮੋਹਨ ਭੈਣ ਜੀ ਨਹੀਂ ਰਹੇ ਸੀਗੇ। ਤਾਂ ਗੁਰਦੇਵ ਢਿੱਲੋਂ ਭਜਨਾਮਲੀ ਤੇ ਸੰਤੀ ਦੇ ਤੌਰ ਤੇ ਅਸੀਂ ਇੱਕ ਪੇਅਰ ਬਣਾਇਆ, ਉਹੋ ਜਿਹੇ ਚੁਟਕਲਿਆਂ ਵਾਲਾ। ਉਹ ਕੈਸਟ ਜਦੋਂ ਅਸੀਂ ਕੱਢੀ, ਉਹ ਸਦੀਕ ਸਾਹਿਬ ਨੂੰ ਬਹੁਤ ਪਸੰਦ ਆਈ। ਉਹ ਕਹਿੰਦੇ ਵੀ ਯਾਰ ਤੁਸੀਂ ਕਰੋ। ਫਿਰ ਅਸੀਂ ਉਹ ਕੰਪਨੀ ਖੋਲ੍ਹੀ, ਕ੍ਰੀਏਟਿਵ ਮਿਊਜ਼ੀਕਲ ਕਾਰਪੋਰੇਸ਼ਨ। ਤੇ ਭਗਵੰਤ ਤੇ ਆਪਾਂ ਆਉਣਾ, ਤਾਂ ਉਹਦੇ 'ਚ ਅਸੀਂ ਇੱਕ ਕੈਸਟ ਤਿਆਰ ਕੀਤੀ। ਸਵੀ ਉਹਨਾਂ ਨੇ ਮੈਨੂੰ ਦੱਸਿਆ ਕਿ ਵੀ ਕਾਹਾ ਨਾ ਟੈਟ ਲਾਇਆ ਹੋਇਆ ਗੋਭੀ ਦੇ ਕੱਚੇ ਵਪਾਰ ਨੇ। ਬਰਨਾਲੇ ਦੇ ਨੇੜੇ ਤੇੜੇ ਕੋਈ ਫੰਕਸ਼ਨ ਹੋਇਆ ਸੀਗਾ, ਪੰਜਾਬੀ ਟ੍ਰਿਬਿਊਨ 'ਚ ਖਬਰ ਛਪੀ ਸੀ, ਗੋਭੀ ਦੇ ਕੱਚੇ ਵਪਾਰ ਨੇ ਵਾਲੇ ਨੇ ਮਤਲਬ ਵਾਹਵਾ ਖੱਟੀ ਜਾਂ ਮੁੱਲਾ ਲੁੱਟਿਆ ਸ਼ਬਦ ਵਰਤੇ ਹੁੰਦੇ ਨਾ। ਤਾਂ ਉਹਨਾਂ ਨੇ ਕਿਹਾ ਵੀ ਯਾਰ ਇਹਦੇ ਉੱਤੇ ਕੋਈ ਕੰਮ ਕਰੋ। ਹੁਣ ਮੈਂ ਆਪ ਲਿਖਣ ਦਾ ਮੈਨੂੰ ਸ਼ੌਂਕ ਸੀ। ਉਹ ਪੈਰੋਡੀ ਗੀਤ ਹੁੰਦੇ। ਸਾਨੂੰ ਜ਼ਿੰਦਗੀ 'ਚ ਭਾਜੀ ਪਹਿਲੀ ਵਾਰੀ ਪਤਾ ਲੱਗਿਆ ਪੈਰੋਡੀ ਗੀਤ ਕਿਹਨੂੰ ਕਹਿੰਦੇ, ਕੀ ਹੁੰਦਾ। ਤੇ ਇਹ ਕਿਹਦਾ ਸੀਗਾ? ਇਹ ਭਗਵੰਤ ਨੇ ਲਿਖਿਆ ਸੀ? ਨਹੀਂ, ਇਹ ਉਦੋਂ ਤਾਂ ਲਿਖਿਆ ਤਾਂ ਭਗਵੰਤ ਨੇ ਸੀ, ਪਰ ਉਹ ਫੁੱਲਾਂ ਦੇ ਕੱਚੇ ਵਪਾਰ ਦੀ ਤਰਜ਼ ਦੇ ਉੱਤੇ ਗੋਭੀ ਦੇ ਕੱਚੇ ਵਪਾਰ ਵਾਲੀ ਗੱਲ ਨੂੰ ਪੂਰੀ ਕਰਕੇ, ਮਤਲਬ ਮੈਂ ਉਹ ਪੂਰਾ ਗਾਣਾ ਲਿਖ ਕੇ ਉਹਦੇ ਨਾਲ ਦੇ 7 ਜਾਂ 8 ਗਾਣੇ ਹੋਰ ਲਿਖ ਕੇ ਪੂਰੀ ਕੈਸਟ ਰਿਕਾਰਡ ਕਰ ਲਈ ਪੈਰੋਡੀ ਗੀਤਾਂ ਦੀ। ਉਹਦਾ ਨਾਂ ਰੱਖਦਾ ਗੋਭੀ ਦੇ ਕੱਚੇ ਵਪਾਰ ਨੇ। ਤੇ ਜਿਸ ਆਰਟਿਸਟ ਤੋਂ ਉਹ ਗਵਾਈ, ਤਾਂ ਉਹ ਆਰਟਿਸਟ ਸੀਗਾ ਅਨਪੜ੍ਹ ਵਿਚਾਰਾ, ਕੋਈ ਨੂਰ ਮਹਿਲ ਵੱਲ ਦਾ। ਉਹਨੂੰ ਉਹਦੇ ਯਾਰਾਂ ਦੋਸਤਾਂ ਨੇ ਭੜਕਾਤਾ, ਤੂੰ ਪੁੱਠੇ ਗੀਤ ਗਾਵੇਂਗਾ, ਪੁੱਠਾ ਕਲਾਕਾਰ ਬਣ ਜਾਏਗਾ। ਉਹਨੇ ਗਾਏ ਨਹੀਂ ਗਾਏ। ਅਸੀਂ ਫਿਰ ਗਾਣੇ ਲੱਭਦੇ ਫਿਰ ਇੱਕ ਵਾਰੀ ਮਾਨਕ ਸਾਹਿਬ ਦੇ ਦਫ਼ਤਰ ਬੈਠੇ, ਅਸੀਂ ਉੱਥੇ ਰਣਜੀਤ ਮਣੀ ਹੋਰੀ ਬੈਠੇ, ਬਚਨ ਬੇਦਲ ਹੋਰੀ ਬੈਠੇ। ਇੱਕ ਮੁੰਡਾ ਸੰਦੀਪ ਗੋਗੀ ਦੇ ਤੌਰ ਤੇ ਆਇਆ ਸੀਗਾ, ਮਾਨਕ ਸਾਹਿਬ ਦਾ ਪੋਤਾ ਸੀਗਾ ਉਹ, ਕੇਵਲ ਜਲਾਲ ਦਾ ਬੇਟਾ। ਉਹ ਬੇਦਲ ਸਾਹਿਬ ਕਹਿੰਦੇ ਆਹ ਗਾ ਦੂਗਾ ਤਾਂ ਗਾਣੇ ਸਾਰੇ। ਅਸੀਂ ਜੀ ਉਸ ਤੋਂ ਸੰਦੀਪ ਗੋਗੀ ਤੋਂ ਗਾਣੇ ਗਵਾਏ, ਕੈਸਟ ਤਿਆਰ ਕਰ ਲਈ ਜੀ। ਤੇ ਕੈਸਟ ਤਿਆਰ ਕਰ ਲਈ ਕਿਉਂਕਿ ਇਹ ਹਿਸਟਰੀ ਲੰਬੀ ਆ ਆਪਣੀ, ਕਾਫੀ ਲੰਬਾ ਜਾਣ ਵਾਲਾ ਚੀਜ਼। ਨਹੀਂ, ਦੱਸੋ ਤੁਸੀਂ। ਤੇ ਉਹ ਹੋ ਗਈ, ਤਾਂ ਕੈਸਟ ਤਿਆਰ ਹੋ ਗਈ। ਤਾਂ ਅਸੀਂ ਉਹਨਾਂ ਦਿਨਾਂ ਚਲੇ, ਸਾਡਾ ਪਰਿਵਾਰ ਨਾ ਪਿੰਡ ਰਹਿੰਦਾ ਸੀ। ਅਸੀਂ ਬੰਦੇ ਜਿਹੜੇ ਮੇਲ ਲੁਧਿਆਣੇ ਰਹਿੰਦੇ ਹੁੰਦੇ। ਇੱਕ ਅੰਬੈਸਡਰ ਜੀ ਗੱਡੀ ਅਸੀਂ ਉਦੋਂ ਲੈ ਲਈ ਸੀਗੀ, ਮਤਲਬ ਉਦੋਂ 92 91 ਦੀ ਗੱਲ ਹੈ। ਤਾਂ ਮੈਂ ਜਦੋਂ ਪੈਸਾ ਕਮਾ ਲਿਆ ਸੀ, ਮਤਲਬ ਇੰਨਾ ਨਹੀਂ ਕਮਾਇਆ ਸੀਗਾ। ਅੰਬੈਸਡਰ ਗੱਡੀ ਉਹ ਪੁਰਾਣੀ ਲਈ ਹੋਣੀ 15-20 ਹਜ਼ਾਰ ਵਾਲੀ, ਤੇ ਪੈਸਾ ਆਉਣਾ ਸ਼ੁਰੂ ਹੋ ਗਿਆ ਸੀ, ਇਹ ਕਹਿ ਸਕਦੇ ਆਪਾਂ। ਤੇ ਉਹ ਲੈ ਕੇ ਮੈਂ ਕਦੇ ਬਾਪੜੇ ਵਾਲਾ ਬੰਸਲ ਮਲੇਰਕੋਟਲੇ ਉੱਥੇ ਖੜਨਾ, ਸੰਗਰੂਰ ਚਹਿਲ ਸਾਹਿਬ ਕੋਲੇ ਖੜਨਾ, ਸ਼ਿੰਗਾਰਾ ਸਿੰਘ ਚਹਿਲ ਕੋਲੇ। ਮਹਿਲਾ ਚੌਂਕ ਨਾ ਇੱਕ ਗੁਰਮੀਤ ਜੌਲ ਨਾਂ ਦੇ ਇੱਕ ਪੱਤਰਕਾਰ ਨੇ ਆਪਣੇ ਸੱਜਣ, ਅੱਜ ਕੱਲ੍ਹ ਉਹ ਢੀਂਡਸਾ ਫੈਮਿਲੀ ਨਾਲ ਮੀਡੀਆ ਐਡਵਾਈਜ਼ਰ ਸ਼ਾਇਦ ਕੁਛ ਲੱਗੇ ਰਹਿੰਦੇ ਨੇ, ਉਹਨਾਂ ਦੀ ਦੁਕਾਨ ਹੁੰਦੀ, ਉੱਥੇ ਵੀ ਖੜਨਾ ਹੁੰਦਾ। ਤੇ ਸਬੱਬ ਇੱਥੋਂ ਬਣਦਾ, ਮਤਲਬ ਟਰਨਿੰਗ ਪੁਆਇੰਟ ਮਾਨ ਸਾਹਿਬ ਨੂੰ ਮਿਲਣ ਦਾ ਇਹ ਹੈਗਾ ਮਹਿਲਾ ਚੌਂਕ। ਉਹ ਚੌਂਕ ਹੈ, ਉਸ ਚੌਂਕ ਤੋਂ ਇੱਕ ਪਾਸੇ ਸੁਨਾਮ ਨੂੰ ਜਾਂਦੀ ਹੈ ਸੜਕ, ਇੱਕ ਪਾਸੇ ਸਿੱਧੀ ਦਿੜਬਾ ਦਿੱਲੀ ਜਾਂਦੀ ਹੈ, ਇੱਕ ਪਾਸੇ ਇੱਧਰੋਂ ਸਿੱਧੀ ਚੰਡੀਗੜ੍ਹ ਨੂੰ, ਇੱਕ ਲੁਧਿਆਣਾ। ਮੈਂ ਲੁਧਿਆਣੇ ਤੋਂ ਆ ਰਿਹਾ ਸੀ, ਤਾਂ ਉੱਥੇ ਕਹਿੰਦੇ ਵੀ ਕੁਮਾਰ ਸਾਹਿਬ ਹੁਣ ਕੀ ਕੱਢ ਰਹੇ ਹੋ, ਨਵੀਂ ਕੈਸਟ ਕੱਢ। ਮੇਰੇ ਮੂੰਹ ਚੋਂ ਨਿਕਲਿਆ, ਮੈਂ ਗੋਭੀ ਦੇ ਕੱਚੇ ਵਪਾਰ ਨੇ। ਉੱਥੇ ਇੱਕ ਜਿਵੇਂ ਆਪਣੇ ਆ ਕੈਮਰਾਮੈਨ ਭਾਈ ਸਾਹਿਬ ਨੇ, ਨਾਲ ਦਾ ਮੁੰਡਾ ਖੜਿਆ ਲੀਲਾ ਉਹਦਾ ਨਾਂ, ਕਿ ਮੇਰੇ ਸਾਰੀਆਂ ਗੱਲਾਂ ਤਾਂ ਯਾਦ ਨੇ ਕਿਉਂਕਿ ਉਹ ਇੰਟਰਸਟਡ ਸੀਗਾ ਉਹ ਐਪੀਸੋਡ। ਤੇ ਉਹ ਕਹਿੰਦਾ ਗੋਭੀ ਦੇ ਕੱਚੇ ਵਪਾਰ ਨੇ ਆਲੂਆਂ ਦੇ ਭਾਅ ਸਾਨੂੰ ਤੋਲਣਾ। ਮੈਂ ਕਿਹਾ ਯਾਰ ਸਾਡਾ ਹਲੇ ਗਾਣਾ ਰਿਲੀਜ਼ ਨਹੀਂ ਹੋਇਆ, ਮੈਂ ਤੁਹਾਨੂੰ ਕੈਸਟ ਨਹੀਂ ਸੁਣਾਈ, ਤੈਨੂੰ ਅਗਲੀ ਅੱਧੀ ਲੈਣ ਦਾ ਪਤਾ ਕਿੱਥੋਂ ਲੱਗ ਗਿਆ? ਲੈ, ਕਹਿੰਦਾ ਭਾਜੀ ਇਹ ਤਾਂ ਮੁੰਡਾ ਆਪਣੇ ਸਨਾਮ ਕਾਲਜ ਪੜ੍ਹਦਾ ਜਿਹੜਾ ਗਾਉਂਦਾ। ਅੱਛਾ। ਤੇ ਇੱਥੋਂ ਮਤਲਬ ਸ਼ਬਦ ਸ਼ੁਰੂ ਹੋਇਆ। ਫਿਰ ਮੈਂ ਕਿਹਾ ਵੀ ਦੇਖੋ ਮੈਂ ਇੱਕ ਗੀਤਕਾਰ ਬੰਦਾ, ਕਿਉਂਕਿ ਮੈਂ ਕਿਸੇ ਹੋਰ ਦੀ ਲਿਖਤ ਨਾਲ ਧੱਕਾ ਕਰਾਂ ਵੀ ਮੈਂ ਆਪਦਾ ਨਾਂ ਪਾ ਕੇ ਕਰਾਂ। ਉਹਦੇ ਪੂਰਾ ਲਿਖਿਆ ਸੀਗਾ ਵੀ ਗਾਇਕ ਫਲਾਣਾ, ਮਿਊਜ਼ਿਕ ਡਾਇਰੈਕਟਰ ਸੁਰਿੰਦਰ ਬਚਨ, ਗੀਤਕਾਰ ਜਰਨੈਲ ਘੁਮਾਣ। ਮੈਂ ਉਹ ਇੰਨੀ ਕੁ ਲੈਣ ਚੱਕ ਕੇ 8 ਗਾਣੇ 9 ਗਾਣੇ, ਬਿੱਲ ਦਾ ਮਾਮਲਾ, ਛਿੱਤਰਾਂ ਦੇ ਆਸ਼ਕੋ ਵਗੈਰਾ ਹੋਰ ਗਾਣੇ ਵੀ ਸੀਗੇ, ਪੂਰਾ ਯਾਦ ਨਹੀਂ। ਤਾਂ ਉਹ ਜੋਹਲ ਸਾਹਿਬ ਨੂੰ ਮੈਂ ਕਿਹਾ, ਮੈਂ ਕਿਹਾ ਯਾਰ ਇਹ ਬੰਦੇ ਨੂੰ ਲੱਭੋ ਕੌਣ ਹੈ ਜਿਹਦਾ ਗਾਣਾ ਹੈ, ਆਪਾਂ ਐਜ ਏ ਰਾਈਟਰ ਤੋਂ ਗਾਣਾ ਲੈਣਾ ਵੀ ਕੱਲ੍ਹ ਨੂੰ ਆਪਾਂ ਕਿਸੇ ਨਾਲ ਧੱਕਾ ਨਹੀਂ ਕਰਦੇ, ਆਪਣੇ ਇਲਾਕੇ ਦਾ ਵੀ ਹੋਵੇ, ਕਿਤੇ ਦਾ ਵੀ ਹੋਵੇ। ਮੈਂ ਜ਼ਿੰਦਗੀ 'ਚ ਕਦੇ ਕਿਸੇ ਗੀਤਕਾਰ ਨਾਲ ਧੱਕਾ ਨਹੀਂ ਕੀਤਾ ਵੀ ਉਹਦੀ ਕਲਾ ਨਹੀਂ ਮਤਲਬ ਹੋਰ ਕੋਈ। ਤਾਂ ਉਹ ਜੀ ਉਹਦੀ ਚਾਹ ਚੂ ਜੀ ਪਿਆ ਕੇ, ਸਾਡਾ ਉੱਥੋਂ ਪਿੰਡ 13 ਕਿਲੋਮੀਟਰ ਪਿੰਡ ਪੈਂਦਾ, 8 ਕਿਲੋਮੀਟਰ ਤੋਂ ਸੁਨਾਮ ਪੈਂਦਾ ਮਹਿਲਾ ਚੌਂਕ ਤੋਂ। ਤੇ ਉਹ ਗਏ ਮੋਟਰਸਾਈਕਲ ਸਕੂਟਰ ਤੇ ਸੁਨਾਮ, ਤੇ ਜਾ ਕੇ ਉਦੋਂ ਮੋਬਾਈਲ ਤਾਂ ਆਏ ਨਹੀਂ ਸੀਗੇ। ਉਹ ਸੁਨਾਮ ਇਹਨਾਂ ਨੂੰ ਮਿਲ ਕੇ, ਮਾਨ ਸਾਹਿਬ ਨੂੰ, ਉਦੋਂ ਦੇ ਮਤਲਬ ਭਗਵੰਤ ਸਿੰਘ ਸਟੂਡੈਂਟ ਨੂੰ, ਕਾਲਜ ਸੁਨਾਮ ਦੇ ਵੀ ਇੱਕ ਵਾਰ ਬੰਦੇ ਚ ਉਦੋਂ ਨਾਂ ਕੀ ਵੱਜਦਾ ਸੀ? ਭਗਵੰਤ ਸਿੰਘ। ਹਾਂ, ਭਗਵੰਤ ਸਿੰਘ ਮਤਲਬ ਸੀਗਾ, ਮਾਨ ਨਹੀਂ, ਜਾਂ ਭਗਵੰਤ ਸਿੰਘ ਸਤੌਜ ਵਗੈਰਾ। ਇਸ ਗੱਲ ਤੇ ਵੀ ਆਉਣਾ ਮੈਂ, ਇਹ ਵੀ ਬਹੁਤ ਇੰਟਰਸਟਡ ਹੈ ਵੀ ਨਾਂ ਕਿਵੇਂ ਕਰਾਂਗੇ। ਤੇ ਉੱਥੇ ਜੀ ਉਹ ਗਏ ਤਾਂ ਇਹਨਾਂ ਨੂੰ ਮਿਲਾ ਕੇ ਆ ਗਏ ਵੀ ਤੁਹਾਨੂੰ ਜਰਨੈਲ ਘੁਮਾਣ ਨਾਲ ਮਿਲਣਾ ਚਾਹੁੰਦੇ ਨੇ। ਤੇ ਇਹਨਾਂ ਨੇ ਮੈਨੂੰ ਟਾਈਮ ਦੇ ਦਿੱਤਾ ਅਗਲੇ ਦਿਨ 11 ਵਜੇ ਦਾ। ਤੇ ਇਹ ਪਿੰਡ ਸਾਡੇ ਆ ਗਏ। ਲੈਂਡ ਤਾਂ ਸੀਗਾ ਸਾਡੇ ਘਰੇ ਲੱਗਿਆ ਫੋਨ, ਬਟ ਉਹ ਸਕੂਟਰ ਤੇ ਸਿੱਧਾ ਹੀ ਆਇਆ ਦੜਵੇ, ਉੱਥੋਂ ਜਾ ਕੇ ਕਹਿੰਦਾ ਭਾਜੀ ਆਪਾਂ ਕੱਲ੍ਹ 11 ਵਜੇ ਮਿਲਣਾ। ਅਗਲੇ ਦਿਨ ਜਿਵੇਂ ਫਿਲਮਾਂ ਦੇ ਵਿੱਚ ਸਟੋਰੀ ਜੀ ਬਣਦੀ ਹੁੰਦੀ ਹੈ, ਅਗਲੇ ਦਿਨ ਮੈਂ, ਗੁਰਮੀਤ ਜੌਲ, ਤੇ ਮੇਰੇ ਨਾਲ ਸ਼ਾਇਦ ਇੱਕ ਮੇਰਾ ਦੋਸਤ ਸੀਗਾ ਹਰਮੇਸ਼, ਜਾਂ ਮੇਰਾ ਬ੍ਰਦਰ ਇਨ ਲਾ ਸੀਗਾ, ਅਸੀਂ ਸੁਨਾਮ ਕਾਲਜ ਜਾ ਕੇ ਗੱਡੀ ਲਾਈ।
ਤਾਂ ਗੁਰਮੀਤ ਜੌਹਲ ਉਹਨਾਂ ਨੂੰ ਅੰਦਰੋਂ ਲੱਭ ਕੇ ਲੈ ਕੇ ਆਇਆ। ਮੇਰੇ ਐਂ ਕਿੰਨੇ ਸਾਲ ਦਾ ਸੀ ਭਗਵੰਤ ਮਾਨ ਉਦੋਂ? ਉਦੋਂ 17 ਜਾਂ 17 ਸਾਲ ਦਾ। ਹਾਂ, BA ਪਾਰਟ 1 ਚ ਪੜ੍ਹਦਾ ਸੀ। 73 ਦਾ ਬਰਥ ਹੈ ਨਾ, ਇਹ ਗੱਲ 91 ਦੇ ਐਂਡ ਜੇ ਦੀ ਜਾਂ 92 ਦੇ ਸਟਾਰਟ ਦੀ ਹੈ, ਮਤਲਬ ਇਹਦੇ ਨੇੜੇ ਦੀਆਂ ਗੱਲਾਂ ਨੇ, ਆਪ ਹੀ ਲਾ ਲਓ ਹਿਸਾਬ। ਤੇ ਐਂ ਸਾਹਮਣੇ ਬੋਰਡ ਲੱਗਿਆ ਹੈ ਸ਼ਹੀਦ ਊਧਮ ਸਿੰਘ ਸਰਕਾਰੀ ਸ਼ਹੀਦ ਊਧਮ ਕਾਲਜ ਸਨਾਮ, ਐਂ ਸਾਹਮਣੇ ਬੋਰਡ ਹੈ। ਐਂ ਸਾਡੀ ਕਾਰ ਖੜੀ ਹੈ ਤੇ ਇੱਧਰੋਂ 2 ਮੁੰਡੇ ਗੇਟ ਇੰਟਰ ਚੋਂ ਇੱਧਰੋਂ ਬਾਹਰ ਨੂੰ ਆ ਰਹੇ ਨੇ, ਭਗਵੰਤ ਤੇ ਕਰਮਜੀਤ, ਜਿਹੜੇ ਕਿ ਅੱਜ ਭਗਵੰਤ ਮਾਨ ਸਾਹਿਬ CM ਨੇ ਸਾਡੇ। ਕਰਮਜੀਤ ਅਨਮੋਲ ਜਿਹੜਾ, ਇਹ ਦੋਵੇਂ ਉਦੋਂ ਵੀ ਇਕੱਠੇ ਦੋਵੇਂ ਯਾਰ ਦੋਸਤ ਸੀਗੇ। ਇਹ ਤਾਂ ਕਰਮਜੀਤ ਦੀਆਂ ਆਪਦੀਆਂ ਇੰਟਰਵਿਊਆਂ 'ਚ ਆਪਾਂ ਕਿੰਨਿਆਂ 'ਚ ਸੁਣ ਲਿਆ ਕਿ ਵੀ ਅਸੀਂ ਜਾਂਦੇ ਸੀ ਕਰਨ। ਤੇ ਉੱਥੇ ਆਏ ਤਾਂ ਮੈਂ ਹੋਰ ਤਾਂ ਕੋਈ ਜਗ੍ਹਾ ਆਪਾਂ ਚੁਣੀ ਨਹੀਂ, ਕਾਰ 'ਚ ਹੀ ਮੈਂ ਇੱਧਰਲੇ ਪਾਸੇ ਜਿਹੜੀ ਡਰਾਈਵਰ ਸੀਟ ਹੁੰਦੀ ਹੈ, ਪਹਿਲੇ ਦਿਨ ਹੀ ਡਰਾਈਵਰ ਦੀ ਸੀਟ 'ਤੇ ਬਿਠਾ ਲਿਆ ਉਹਨੂੰ, ਮਾਨ ਸਾਹਿਬ ਨੂੰ, ਕਿ ਇੱਥੇ ਆ ਜਾ ਭਾਈ ਆਪਾਂ ਗੱਲ ਕਰਨੀ ਹੈ। ਆਪਣੀ ਇੰਟਰਵਿਊ ਸਟਾਰਟ ਹੋਣ ਨੂੰ ਜ਼ਿਆਦਾ ਟਾਈਮ ਹੋ ਗਿਆ। ਇੱਦੋਂ ਥੋੜ੍ਹੇ ਸਮੇਂ ਦੇ ਵਿੱਚ ਬਹੁਤ ਕੁਛ ਬੰਦਾ ਇਹ ਚਾਨਣ ਕਰ ਗਿਆ ਮੈਨੂੰ। ਪਹਿਲੀ ਗੱਲ ਤਾਂ ਮੈਂ ਕਿਹਾ ਦੇਖ ਭਾਈ ਅਸੀਂ ਆਹ ਰਿਕਾਰਡ ਕਰ ਲਿਆ, ਤੇਰਾ ਗਾਣਾ, ਇਹ ਮੈਨੂੰ ਗਾਣਾ ਦੇ ਦੇ ਐਜ ਏ ਰਾਈਟਰ, ਮੈਨੂੰ ਇਹ ਗਾਣਾ ਚਾਹੀਦਾ। ਗੋਭੀ ਦੇ ਕੱਚੇ ਵਪਾਰ ਨੇ ਆਲੂਆਂ ਦੇ ਭਾਸ਼ਾ ਨੂੰ ਤੋਲਣਾ, ਅਸੀਂ ਰਿਕਾਰਡ ਕਰ ਰੱਖਿਆ ਐਜ ਏ ਰਾਈਟਰ, ਮੈਂ ਤੇਰੇ ਤੋਂ ਲੈਣਾ। ਉਹ ਕੱਚੀ ਜਿਹੀ ਕਾਪੀ 'ਤੇ ਲਿਖ ਕੇ ਉਹਨੇ ਦਿੱਤਾ ਕਿ ਇਹ ਗਾਣਾ ਮੈਂ ਜਰਨੈਲ ਸਿੰਘ ਘਮਾਣ ਨੂੰ। ਅੱਛਾ, ਉਦੋਂ ਹੀ ਦੇਤਾ ਲਿਖ ਕੇ? ਉਹਦੀ ਕੱਚੇ ਕਾਗਜ਼, ਉਹ ਕਿਤੇ ਹੁਣ ਉਹ ਬਹੁਤ ਵੱਡਾ ਦਸਤਾਵੇਜ਼ ਬਣਦਾ ਜੇ ਕਿਤੇ ਪਿਆ ਹੁੰਦਾ ਕਾਗਜ਼, ਉਦੋਂ ਹੈ ਨਾ ਦੇਤਾ। ਕੋਈ ਮਤਲਬ ਕੋਈ ਇਹ ਨਹੀਂ ਮੈਂ ਕਿਉਂ ਦੇਵਾਂ, ਮੈਂ ਗਾਉਣਾ ਫਲਾਣਾ ਤੇ ਗੜਾ। ਤੇ ਉੱਥੋਂ ਅਗਲੀ ਗੱਲ ਚੱਲੀ, ਜਿਵੇਂ ਤੁਸੀਂ ਨਾਂ ਦੀ ਗੱਲ ਕਰਦੇ ਆ, ਅਗਲੀ ਗੱਲ ਚੱਲੀ। ਮੈਂ ਕਿਹਾ ਦੇਖ ਵੀ ਮੈਂ ਵੱਡਾ ਸੀ ਉਮਰ 'ਚ, ਇੱਕ ਵੀ ਕੰਪਨੀ ਦਾ ਮਾਲਕ ਜਾ ਵੀ ਸੀਗਾ, ਫੀਲਿੰਗ ਜੀ ਤੁਹਾਡਾ ਇੱਕ ਰੁਤਬਾ ਸੀ, ਫੀਲਿੰਗ ਜੀ ਵੀ ਲੈ ਲੈਂਦਾ ਬੰਦਾ ਅਗਲਾ। ਤੇ ਮੈਂ ਕਿਹਾ ਵੀ ਦੇਖੋ ਹੁਣ ਇਹ ਕਾਰਡ ਛਪੂਗਾ, ਇਹ ਕਾਰਡ ਦੇ ਉੱਤੇ ਨਾਂ ਆਊਗਾ ਜਰਨੈਲ ਘਮਾਣ ਗੀਤਕਾਰ, ਠੀਕ ਹੈ, ਨਾਲ ਤੁਹਾਡਾ ਵੀ ਆਊਗਾ। ਤੁਹਾਡਾ ਨਾਂ ਕੀ ਹੋਣਾ ਚਾਹੀਦਾ? ਉਹਨੇ ਚੁਲਬਲੇਪਣ ਦੇ ਵਿੱਚ ਭਗਵੰਤ ਸਿੰਘ ਮਾਨ ਕਰ ਦਿਓ ਜੀ, ਭਗਵੰਤ ਸਿੰਘ ਸਤੌਜ ਵਾਲਾ ਕਰ ਦਿਓ ਜੀ, ਭਗਵੰਤ ਸਿੰਘ ਸਤੌਜ ਕਰ ਦਿਓ ਜੀ। ਮੈਂ ਕਿਹਾ ਜਦ ਤੂੰ ਐਂ ਇੱਕ ਦੱਸ ਤੈਨੂੰ ਕਰਨਾ ਕੀ ਹੈ। ਮੈਂ ਕਿਹਾ ਮੈਂ ਤਾਂ ਇਹ ਵੀ ਲਿਖ ਦੂੰਗਾ ਭਗਵੰਤ ਸਿੰਘ ਮਾਨ ਸਤੌਜ ਵਾਲਾ ਡਾਕਖਾਨਾ ਚੀਮਾ ਫਲਾਣਾ ਮਤਲਬ ਇਹਨਾਂ ਤੂੰ ਦਿਲੋਂ ਕਰ। ਕਹਿੰਦਾ ਚਲੋ ਭਾਜੀ ਜੋ ਤੁਹਾਨੂੰ ਚੰਗਾ ਲੱਗਦਾ ਕਰ ਲਓ, ਉਹ ਕਰ ਦਿਓ, ਠੀਕ ਹੈ। ਉਹ ਮੈਨੂੰ ਜਦੋਂ ਉਹ ਚੁਲਬਲਾਪਣ ਲੱਗਿਆ ਨਾ, ਉਹ ਚੀਜ਼ਾਂ, ਉਹ ਮੂਵਮੈਂਟਸ ਦੀਆਂ, ਮੈਂ ਕਿਹਾ ਯਾਰ ਤੂੰ ਬੰਦਾ ਤਾਂ ਬਹੁਤ ਹੋਰ ਤਰ੍ਹਾਂ ਹੈਗਾ, ਤਿੱਖਾ, ਤੇਰੇ ਹੈ ਕੀ ਹੋਰ, ਤੇਰੇ ਕੋਲ ਕੀ ਕਰਦਾ ਹੁੰਦਾ ਸਟੇਜਾਂ 'ਤੇ। ਇਹਨੇ ਮੈਨੂੰ 2-3 ਸਕਿੱਟਾਂ ਸੁਣਾਈਆਂ ਜਿਹੜੀ ਕਿ ਉਹ ਜ਼ਮਾਨੇ 'ਚ ਨਾ ਉਦੋਂ ਦੇ ਐਂਕਰ ਕਰਦੇ ਹੁੰਦੇ, ਕਿ ਵੀ ਮੱਛਰ ਲੱਗਣ ਨਾਲ ਜਹਾਜ਼ ਡਿੱਗ ਗਿਆ, ਫੁਲਕਾ ਫੜਨ ਨਾਲ ਆਹ ਹੋ ਗਿਆ, ਇੱਦਾਂ ਦੀ ਇੱਕ ਨਾ ਹੋਰ ਤਰ੍ਹਾਂ ਦੀਆਂ ਚੁਟਕਲੇ ਸੁਣਾਉਂਦੇ ਤੇ ਪਹਿਲੇ ਜ਼ਮਾਨੇ ਜਿਹੜੇ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਨਾਲ ਆਉਂਦੇ ਹਨ ਨਾ ਬੰਦੇ, ਇੱਦਾਂ ਦੀਆਂ ਕਮੇਡੀਆਂ ਉਹ ਸੁਣਾਉਂਦੇ ਹੁੰਦੇ। ਕਹਿੰਦੇ ਮੈਨੂੰ ਘਰਾੜੇ ਮੇਰੇ ਬਾਪੂ ਦੇ ਆਈਟਮ, ਸਾਡੀ ਅਗਲੀ ਕੈਸਟ 'ਚ ਆਈ ਵੀ ਸੀ ਉਹ। ਅੱਛਾ। ਤੇ ਮੈਂ 4 ਮਿੰਟਾਂ 'ਚ ਹੀ ਕੈਲ ਹੋ ਗਿਆ। ਤੇ ਮੈਂ ਕਿਹਾ ਤੁਸੀਂ ਕਰਨਾ ਕੀ ਚਾਹੁੰਦੇ ਹੋ? ਕਹਿੰਦਾ ਭਾਜੀ ਕਰਨਾ ਤਾਂ ਮੈਂ ਇਹੀ ਆ, ਮੈਂ ਰੀਲ ਕੱਢੂੰਗਾ ਆਪਦੀ। ਮੈਂ ਕਿਹਾ ਰੀਲ ਕੱਢੇਗਾ, ਫਿਰ ਇਦੋਂ ਵਧੀਆ ਤਾਂ ਕੋਈ ਮੌਕੇ ਹੀ ਨਹੀਂ ਹੈਗਾ, ਰੀਲ ਤਾਂ ਤਿਆਰ ਪਈ ਹੈ ਵੀ ਆ ਜਾ। ਹਾਂ, ਉਹ ਉੱਦਾਂ ਸੀਗਾ ਸ਼ਾਇਦ ਐਤਵਾਰ ਸੀਗਾ, ਕਿਉਂਕਿ ਮੈਂ ਸ਼ਨੀਵਾਰ ਨੂੰ ਪਿੰਡ ਜਾਂਦਾ ਹੁੰਦਾ, ਜਾਂ ਸ਼ਨੀਵਾਰ ਸੀਗਾ, ਸ਼ਨੀਵਾਰ ਹੋਣਾ, ਕਿਉਂਕਿ ਕਾਲਜ ਸ਼ਨੀਵਾਰ ਨੂੰ ਲੱਗਿਆ ਹੋਊਗਾ, ਮੈਂ ਸ਼ੁੱਕਰਵਾਰ ਨੂੰ ਪਿੰਡ ਗਿਆ ਹੋਊਗਾ। ਤੇ ਉਹਨੂੰ ਮੈਂ ਕਿਹਾ, ਮੈਂ ਕਿਹਾ ਭਰਾਵਾ 4 ਦਿਨਾਂ ਦੇ ਵਿੱਚ ਆ ਜਾ ਤੂੰ ਲੁਧਿਆਣੇ, ਆਹ ਐਡਰੈਸ ਹੈ, ਉਹੀ ਕੋਠੀ ਜਿਹਦੀ ਆਪਾਂ ਸਦੀਕ ਸਾਹਿਬ ਦੀ ਗੱਲ ਕਰਦੇ ਹਾਂ, ਤੇ ਆਹ ਐਡਰੈਸ ਹੈ, ਤੂੰ ਉੱਥੇ ਆ ਜਾ, ਤੇਰੀਆਂ ਆਪਾਂ ਸਕਿੱਟਾਂ ਰਿਕਾਰਡ ਕਰਾਂਗੇ। ਮੇਰੇ ਦਿਮਾਗ 'ਚ ਤਾਂ ਉਹ ਤਾਂ ਸਾਰਾ ਕੁਛ ਘੁੰਮ ਗਿਆ ਕਿ ਇਹ ਸਕਿੱਟਾਂ 'ਤੇ ਗਾਣੇ ਆਪਾਂ ਕੈਸਟ ਕੱਢਾਂਗੇ। ਇਹ ਤੀਜੇ ਚੌਥੇ ਦਿਨ ਆਏ ਉੱਥੇ, ਅਸੀਂ ਲਗਾਤਾਰ 2 ਦਿਨ ਲਾ ਕੇ ਰਿਕਾਰਡਿੰਗ ਕਰੀ। ਫਿਰ ਉਹ ਕੈਸਟ ਬਣੀ ਗੋਭੀ ਦੇ ਕੱਚੇ ਵਪਾਰ ਨੇ, ਭਗਵੰਤ ਮਾਨ ਅਤੇ ਉਹ ਮੁੰਡਾ ਸੰਦੀਪ ਗੋਗੀ, ਦਿਸ ਐਜ ਏ ਸਿੰਗਰ, ਐਜ ਏ ਕਮੇਡੀਅਨ। ਅਤੇ ਇੱਥੇ ਵੀ ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਹੈ। ਕਿਸਮਤ ਦਾ ਧਨੀ, ਮਤਲਬ ਮੈਂ ਦੁਨੀਆ 'ਚ ਇਹੋ ਜਿਹਾ ਕੋਈ ਬੰਦਾ ਨਹੀਂ ਦੇਖਿਆ ਜਿੰਨਾ ਕਿ ਮਾਨ ਸਾਹਿਬ ਹੈਗੇ। ਕਿਸਮਤ ਦਾ ਧਨੀ, ਮਤਲਬ ਮੈਂ ਇਹਨਾਂ ਗੱਲਾਂ ਨੂੰ ਤਾਂ ਮੰਨਦਾ। ਉਦੋਂ ਇਹਨਾਂ ਜਲੰਧਰ ਦੂਰਦਰਸ਼ਨ ਇੱਕ ਪ੍ਰੋਗਰਾਮ ਚੱਲਦਾ ਹੁੰਦਾ, ਇੱਕ ਲਫ਼ ਸੁਰਮੇ ਦੀ ਜਲ ਸ਼ਿਕਾਰ, ਹੈ ਨਾ, ਉਹ 'ਤੇ ਇੱਕ ਗਾਣਾ ਆਇਆ ਨਹੀਂ ਤੇ ਬੰਦਾ ਸਟਾਰ ਬਣਿਆ ਨਹੀਂ। ਬਿਲਕੁਲ। ਗੁਰਦੇਵ ਢਿੱਲੋਂ ਭਜਨਾਵਲੀ ਉਹ 'ਚ ਸਕਿੱਟਾਂ ਕਰਦਾ ਹੁੰਦਾ। ਉਦੋਂ ਕਿਹੋ ਜਿਹਾ ਮਾਹੌਲ ਬਣਿਆ ਜਦੋਂ ਮਾਨ ਸਾਹਿਬ ਸਾਡੇ ਕੋਲ ਰਹਿਣ ਲੱਗ ਗਏ ਨਾ, ਉਹਨਾਂ ਦਿਨਾਂ 'ਚ ਕਈ ਦਿਨ ਇਕੱਠੇ ਹੀ ਰਹੇ ਉੱਥੇ ਲੁਧਿਆਣੇ ਉਸੇ ਕੋਠੀ 'ਚ। ਉਹ ਕੋਠੀ ਇੱਕ ਤਰ੍ਹਾਂ ਸੰਤਾਂ ਡੇਰਾ ਹੀ ਸੀਗਾ ਸਾਡਾ। ਉਹ ਸਾਡੇ ਘਰੋਂ ਮਿਸਿਸ ਦਾ ਮੇਰਾ ਸੁਭਾਅ ਸੀਗਾ, ਜਦ ਬੱਚਿਆਂ ਨੂੰ ਮਤਲਬ ਆਪਦੇ ਜਵਾਬ। ਤੁਹਾਡੀ ਫੈਮਿਲੀ ਉਸ ਕੋਠੀ 'ਚ ਹੀ ਰਹਿੰਦੀ ਸੀ? ਕੋਠੀ 'ਚ ਅਸੀਂ, ਤੇ ਬਾਕੀ ਵੀ ਸਾਰੇ ਉੱਥੇ ਆਉਂਦੇ ਸਾਰੇ ਕਲਾਕਾਰਾਂ ਨੂੰ ਪਤਾ ਇਸ ਗੱਲ ਦਾ ਕਿ ਉੱਥੇ 50-50 ਬੰਦਿਆਂ ਦੀ ਰੋਟੀ ਵੀ ਪਕਾਉਂਦੀ ਰਹੀ ਹੈ ਉਹ ਵਿਚਾਰੀ। ਉਹਦੇ ਪਿੱਛੋਂ ਸੰਸਕਾਰ ਹੀ ਇੱਦਾਂ ਦੇ ਸਾਡੇ। ਤਾਂ ਫਿਰ ਉਹਨਾਂ ਦਾ ਵੱਡਾ ਰੋਲ ਹੈ ਇਹਨਾਂ ਨੂੰ ਸਾਰਿਆਂ ਨੂੰ ਬਣਾਉਣ ਵਾਸਤੇ। ਵੱਡਾ ਰੋਲ ਤਾਂ ਕੁਦਰਤ ਦਾ, ਮਤਲਬ ਉਹਨਾਂ ਦੀਆਂ ਪੱਕੀਆਂ ਖਾਧੀਆਂ ਨੇ, ਇਹਨਾਂ ਨੇ ਇੱਜ਼ਤ ਵੀ ਬਹੁਤ ਦਿੱਤੀ ਹੈ। ਜਿਹਨੇ ਖਾਧੀਆਂ ਉਹ ਸਟਾਰ ਬਣ ਗਿਆ। ਮਤਲਬ ਇਹਨਾਂ ਨੇ ਇੱਜ਼ਤ ਵੀ ਬਹੁਤ ਦਿੱਤੀ, ਆਪਦੀ ਮਾਂ ਤੋਂ ਵੱਧ ਕੇ ਇੱਜ਼ਤ ਦਿੱਤੀ ਹੈ ਉਹਨਾਂ ਨੇ। ਕਦੇ ਮਤਲਬ ਦਿਲ ਨਹੀਂ ਕਿਸੇ ਦਿਖਾਇਆ, ਨਾ ਕਦੇ ਝੂਠ ਬੋਲਿਆ। ਦੇਖੋ ਇਹ ਸਾਰੇ ਬੱਚੇ ਇਹੋ ਜਿਹੇ ਪਰਿਵਾਰਾਂ 'ਚੋਂ ਆਏ ਸੀ ਜਿੱਥੇ ਕਿ ਸ਼ਾਇਦ ਕਈ ਚੀਜ਼ਾਂ ਦਾ ਸੇਵਨ ਚੱਲਦਾ ਹੋਵੇ। ਸਾਡੇ ਘਰੇ ਅੰਡਾ ਤੱਕ ਨਹੀਂ ਚੱਲਦਾ ਸੀ। ਅੱਛਾ। ਇਹਨਾਂ ਨੇ 5-6 ਸਾਲ ਉੱਥੇ ਸਾਡਾ ਉਹ ਪ੍ਰੋਟੋਕੋਲ ਨਹੀਂ ਤੋੜਿਆ ਪਰਿਵਾਰ ਦਾ। ਕਦੇ ਕੋਈ ਇਹੋ ਜਿਹੀ ਕੋਈ ਨਾ ਮਤਲਬ ਹੀ ਨਹੀਂ ਹੈਗਾ ਵੀ ਕੋਈ ਅੱਜ ਸ਼ਰਾਬੀ ਪੀ ਕੇ ਆ, ਲੜਕੇ ਆ ਗਿਆ, ਕੋਈ ਅੰਡਾ ਖਾ ਲਿਆ, ਲੁਕੋ ਕੇ ਵਾਲੀ ਗੱਲ ਵੀ ਇਹ ਦੱਸਣ। ਇਹ ਫਿਰ ਇਹੀ ਦੱਸਣਗੇ, ਕਰਮਜੀਤ ਦੱਸੂਗਾ ਜਿੱਦਾਂ ਅਗਲੀ ਵਾਰੀ ਕਰਮਜੀਤ ਨਾਲ ਬੈਠਾਂਗੇ ਨਾ, ਇਹ ਲੁਕੋ ਕੇ ਕੀ ਕਰਦੇ ਫਿਰ। ਉਹ ਜਿਹੜੀ ਹੁੰਦੀ ਹੈ ਨਾ ਪਲਜੀ ਤਾਂ ਹੁੰਦੀ ਹੈ ਨਾ, ਅਸੀਂ ਸਭੀ ਦੇ ਡਿਜ਼ਾਈਨਾਂ ਵਾਸਤੇ ਮੈਂ ਜਾਣਾ, ਇਹ ਸਾਰੀ ਜਿੰਨੀ ਸੰਗੀਤ ਮੰਡਲੀ ਅਸੀਂ ਇਕੱਠੇ ਜਾਣਾ ਹੁੰਦਾ। ਇੱਕ ਉਦੋਂ ਫੈਸ਼ਨ ਜਿਹਾ ਵੀ ਸੀਗਾ ਵੀ ਨਾਲ 4 ਬੰਦੇ ਲੈ ਕੇ ਤੁਰਨ ਦਾ, ਜਿਵੇਂ ਅੱਜ
ਗੱਲ ਟੌਰ ਜੀ ਟੌਰ ਜੀ, ਉਹ ਮੈਂ ਵੀ ਫੀਲਿੰਗ ਜੀ ਲੈਣ ਲੱਗ ਗਿਆ ਸੀ ਉਹ ਸਵੀ ਦੇ ਜਾਣਾ। ਹੁਣ ਇਹਨਾਂ ਨੂੰ ਸਾਰਿਆਂ ਨੂੰ ਇਹ ਤਾਂ ਪਤਾ ਨਹੀਂ ਹੋਣਾ ਸੀ, ਹਾਲਾਂਕਿ ਭਗਵੰਤ ਮਾਨ ਸਾਹਿਬ ਸਟਾਰ ਬਣ ਗਏ ਸੀ, ਤਾਂ ਵੀ ਮਤਲਬ ਉਹੀ ਜੇ ਆਪਾਂ ਕਹਿੰਦੇ ਵੀ ਉੱਦਾਂ ਦੀ ਕੋਈ ਵੱਡੀ ਗੱਲ ਨਹੀਂ ਹੈਗੀ, ਜਿਵੇਂ ਆਪਾਂ ਕਹਿੰਦੇ ਵੀ ਨਾ ਨਖਰੇ ਨਾ ਕੋਈ ਹੋਰ, ਤਾਂ ਉਦੋਂ ਇਹਨਾਂ ਨੇ ਦੇਖਣਾ ਕਿ ਹੁਣ ਭਾਜੀ ਗਏ ਨੇ ਉੱਪਰ ਡਿਜ਼ਾਈਨਾਂ ਵਾਲੇ ਕੋਲੇ ਜਾਂ ਡੀਲਰਾਂ ਕੋਲੇ, ਹੁਣ ਆਪਾਂ ਝਟਕਾ ਲਾ ਲੈਂਦੇ ਹਾਂ ਉੱਥੋਂ ਮਾੜੀ ਜਿਹੀ ਉਹ ਲੈ ਲੈਂਦੇ ਹਾਂ ਕਿ ਚਿਕਨ ਹੁੰਦਾ ਕਿਹੜਾ ਲੈਗ ਪੀਸ ਜੇ, ਉਹ ਇਹਨਾਂ ਨੇ ਲੈ ਲੈਣੇ। ਹੁਣ ਕਈ ਵਾਰੀ ਮੈਂ ਜਾਣ ਸਾਰ ਹੀ ਮੁੜਿਆ ਆਉਣਾ, ਰਾਜ ਬਰਾੜ ਦੱਸਦਾ ਹੁੰਦਾ ਮੈਨੂੰ, ਗੱਲਾਂ ਜਿਹੇ ਨਹੀਂ ਵਿਚਾਰਾ, ਕਹਿੰਦਾ ਭਾਜੀ ਜਦੋਂ ਅਸੀਂ ਇੱਕ ਬੰਦੇ ਨਿਗਾਹ ਰੱਖਣ ਕਿ ਬਾਪੂ ਇੱਧਰੋਂ ਆਊਗਾ, ਐਂ ਬੁੜਾ ਇੱਧਰੋਂ ਆਇਆ ਤਾਂ ਬੁੜੇ ਦੀ ਆਦਤ ਤੇ ਫਿਰ ਉਹਨੇ ਗਾਲਾਂ ਬਹੁਤ ਦੇਣੀਆਂ, ਮਤਲਬ ਮੇਰੇ ਵਾਸਤੇ ਇਹਨਾਂ ਨੇ ਕੀਤਾ ਸੀ। ਤੇ ਉਹ ਕੀ ਕਰਦੇ, ਇੱਕ ਬੰਦਾ ਇੱਧਰ ਨਿਗਾਹ ਰੱਖਦਾ, ਜਦੋਂ ਆ ਜਾਂਦਾ ਇਸ਼ਾਰਾ ਹੋ ਜਾਂਦਾ ਆ ਗਿਆ, ਉਹ ਜਿਹੜਾ ਨੈਪਕਿਨ ਜਾਂ ਹੁੰਦਾ ਨਾ, ਉਹ ਨੈਪਕਿਨ ਦੇ ਵਿੱਚ ਲਪੇਟ ਕੇ ਪੈਂਟਾਂ 'ਚ ਹੀ ਪਾ ਲੈਣਾ ਹੁੰਦਾ ਸੀ ਉਹ, ਮਤਲਬ ਇੰਨੇ ਸੰਸਕਾਰੀ ਬੱਚੇ ਸੀਗੇ, ਖਾਣਾ ਪੀਣਾ ਵੱਖਰੀ ਗੱਲ, ਮਤਲਬ ਉਹ ਤੁਸੀਂ ਪੂਰੀ ਗਾਲ ਭਰਾਉਂਦੇ ਰਹੇ ਹੋ ਫਿਰ? ਹਾਂ, ਬੈਲਟਾਂ ਪੈਂਦੀਆਂ ਰਹੀਆਂ, ਬੈਲਟਾਂ ਪੈਂਦੀਆਂ ਰਹੀਆਂ ਉਹ ਕਈਆਂ ਦੇ ਬੈਲਟ, ਭਗਵੰਤ ਨੂੰ ਵੀ ਪਈਆਂ ਕਦੇ? ਨਹੀਂ, ਭਗਵੰਤ ਤਾਂ ਹੁਣ ਦੇਖੋ ਮੁੱਖ ਮੰਤਰੀ ਪੰਜਾਬ, ਉਹਦੇ ਬੈਲਟ ਕੌਣ ਮਾਰੂਗਾ, ਉਹ ਤਾਂ ਬੈਲਟਾਂ ਬੰਨੂਗਾ ਲੋਕਾਂ ਦੇ। ਤੇ ਉਹ ਨਹੀਂ, ਪਰ ਇਹ ਤਾਂ ਹੁਣ ਤੁਸੀਂ ਉਹ ਗੱਲ ਕਰਤੀ, ਠੀਕ ਹੈ, ਅੱਜ ਸਤਿਕਾਰ ਹੈ, ਪਰ ਇੱਕ ਬਹੁਤ ਇਹੋ ਜਿਹੇ ਸਮੇਂ ਰਹੇ ਹੋਣਗੇ, ਕਦੇ ਜਜ਼ਬਾਤੀ ਹੋ ਕੇ, ਕਦੇ ਕੋਈ ਬੰਦਾ ਖੁਸ਼ੀ 'ਚ ਹੈ ਤਾਂ ਨੱਚਦਾ ਵੀ ਹੈ, ਜੇ ਗਮ 'ਚ ਹੈ ਤਾਂ ਰੋਂਦਾ ਵੀ ਹੈ ਬੰਦਾ। ਦੇਖੋ, ਮੇਰੀ ਇੱਥੇ ਕੋਈ ਕ੍ਰੈਡਿਟ ਲੈਣ ਦੀ ਗੱਲ ਨਹੀਂ ਹੈਗੀ ਇਹਨਾਂ ਚੀਜ਼ਾਂ ਦਾ, ਮੇਰੀ ਇੱਕ ਜ਼ਿੰਮੇਵਾਰੀ ਬਣਦੀ ਸੀ ਉਦੋਂ, ਕਿਉਂਕਿ ਮੈਂ ਇਹਨਾਂ ਤੋਂ ਉਮਰ 'ਚ ਵੱਡਾ ਸੀਗਾ, ਹੈ ਨਾ ਜੀ। ਇਹ ਸਾਰੇ ਬੱਚੇ, ਇਹਨਾਂ ਦੇ ਮਾਂ-ਬਾਪਾਂ ਨੇ ਸਾਡੀ ਮਤਲਬ ਨਾਲ ਤੌਰ 'ਤੇ ਭਾਈ ਜਿਹੜੇ ਘਰ ਤੁਸੀਂ ਰਹੋਗੇ ਉਹ ਰਹਿਣਾ, ਤਾਂ ਉੱਥੇ ਸੰਸਕਾਰ ਦੇਣੇ, ਮਤਲਬ ਸੰਸਾਰਕ ਤਰੀਕੇ ਨਾਲ ਵਿਚਰਨਾ ਤਾਂ ਸਾਡੀ ਇਹ ਡਿਊਟੀ ਸੀ ਨਾ। ਜੇ ਅਸੀਂ ਖੁੱਲ੍ਹ ਦੇ ਦਿੰਦੇ ਜਾਂ ਅਸੀਂ ਖਾਂਦੇ ਪੀਂਦੇ ਹੁੰਦੇ ਤਾਂ ਮਾਹੌਲ ਕੋਈ ਹੋਰ ਹੁੰਦਾ। ਤੁਸੀਂ ਪਿਓ ਤਰ੍ਹਾਂ ਹੀ ਵਿਚਰੇ, ਔਰ ਜਿਵੇਂ ਮਾਂ ਪਿਓ ਕੋਈ ਵੀ ਨਾ ਦੇ ਸਕਦੇ ਆ, ਜਿਵੇਂ ਮੈਨੂੰ ਸਦੀਕ ਸਾਹਿਬ ਨੇ ਸਿਖਾਇਆ ਸਾਰਾ ਕੁਝ ਜੀ, ਹੈ ਨਾ। ਤੇ ਮੈਂ ਕਹਾਂ ਕਿ ਮੇਰੇ ਪਿਤਾ ਜੀ ਨੇ ਮੈਨੂੰ ਸਿਖਾਇਆ ਸੀਗਾ ਜਾਂ ਕਿਸੇ ਨੇ ਸਿਖਾਇਆ ਸੀ, ਮਤਲਬ ਉਹ ਟਾਈਮ ਇਹੋ ਜਿਹਾ ਸੀਗਾ। ਤੇ ਜਦੋਂ ਕਿ ਅਸੀਂ ਇੱਕ ਪਰਿਵਾਰ ਵਾਂਗੂ ਰਹਿੰਦੇ ਸੀ, ਇੱਕੋ ਥਾਲੀ 'ਚ ਖਾਂਦੇ ਸੀ। ਈਵਨ ਕਈ ਮੁੰਡੇ ਆਪ 'ਚ ਗੱਲਾਂ ਵੀ ਕਰਦੇ ਨੇ, ਮਾਨ ਸਾਹਿਬ ਤੇਜ਼ ਸੀਗੇ, ਉਹ ਤਾਂ ਦੂਜੇ ਦੇਖ ਲੈਂਦੇ ਵੀ ਇਹ 'ਚ ਬੀਬੀ ਨੇ ਘਿਓ ਵੱਧ ਪਾਇਆ, ਕੌਲੀ 'ਚ ਕੌਲੀ ਵੀ ਬਦਲ ਲੈਂਦੇ ਹੁੰਦੇ, ਇਹੋ ਜਿਹਾ। ਕੱਲ੍ਹ ਇੱਕ ਮੁੰਡਾ ਇੰਟਰਵਿਊ ਕਰ ਰਿਹਾ ਸੀਗਾ, ਉਹ ਮਾਹੌਲ ਬਹੁਤ ਵਧੀਆ ਸੀਗਾ, ਸ਼ਾਰਪ ਬਹੁਤ ਸੀਗਾ, ਮਤਲਬ ਮਾਨ ਸਾਹਿਬ ਦਾ ਦਿਮਾਗ, ਮਤਲਬ ਹਰੇਕ ਦਾ ਜੀ ਲਵਾਈ ਰੱਖਣਾ। ਦੇਖੋ ਉਸ ਜ਼ਮਾਨੇ 'ਚ ਭਾਜੀ 17.5 18 ਸਾਲ ਦੀ ਉਮਰ ਦੇ ਵਿੱਚ ਜਿਹੜੇ ਮਰਜ਼ੀ ਖੇਡ ਦੀ ਗੱਲ ਕਰ ਲਓ, ਜਿਹੜੇ ਮਰਜ਼ੀ ਮਤਲਬ ਪੋਲੀਟਿਕਸ ਦੇ ਬਾਹਰਲੇ ਕੰਟਰੀ ਦੀ ਗੱਲ ਕਰ ਲਓ, ਜਿਹੜੇ ਮਰਜ਼ੀ ਟੌਪਿਕ 'ਤੇ ਗੱਲ ਕਰ ਲਓ, ਮਤਲਬ ਇਸ ਬੰਦੇ ਦੇ ਪਤਾ ਨਹੀਂ ਕਿੱਥੋਂ ਕਿਹੜੀ ਚਿਪ ਫਿੱਟ ਸੀਗੀ, ਫੱਟ ਦੇਣ ਜਵਾਬ ਦਿੰਦਾ ਸੀਗਾ। ਮਾਨ ਸਾਹਿਬ, ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਦੂਰਦਰਸ਼ਨ ਤੇ ਵੀ ਕਿਸਮਤ ਦੇ ਧਨੀ ਨੇ ਮਾਨ ਸਾਹਿਬ, ਉਹ ਸਬੱਬ ਬਣਿਆ, ਉਹ ਕੀ ਬਣਿਆ ਜੀ? ਦੇਖੋ, ਮਾਨ ਸਾਹਿਬ ਦੇ ਬਾਰੇ ਨਾ ਜੇ ਆਪਾਂ ਜਿੰਨੀ ਗੱਲ ਕਰਦੇ ਹਾਂ ਵਾਰ-ਵਾਰ, ਕਿਸਮਤ ਦਾ ਧਨੀ ਦਾ ਮਤਲਬ ਇਹ, ਜਿਵੇਂ ਹੁਣ ਮੈਂ ਸਨਾਮ ਕਾਲਜ ਤੋਂ ਲੈ ਕੇ ਆਇਆ ਤਾਂ ਲੱਭਲਵਾ ਕੇ ਜਿਵੇਂ ਗੱਲ ਹੋ ਗਈ, ਉਹ ਕਿਸਮਤ ਹੀ ਸੀ। ਅਦਰਵਾਈਜ਼ 4 ਦਿਨ ਦਾ ਗੈਪ ਪੈ ਜਾਂਦਾ, ਕੈਸਟ ਰਿਲੀਜ਼ ਹੋ ਜਾਂਦੀ, ਵੱਧ ਤੋਂ ਵੱਧ ਕੀ ਹੁੰਦਾ, ਉਹ ਤਾਂ ਕਹਿੰਦੇ ਵੀ ਹੁੰਦੇ ਨੇ ਨਾ। ਹੁਣ ਉੱਥੇ ਜਿਹੜੇ ਅਸੀਂ ਉਹ ਸੰਦੀਪ ਗੋਗੀ ਨਾਂ ਦੇ ਆਰਟਿਸਟ ਤੋਂ ਉਹ ਗਾਣੇ ਗਵਾਏ, ਤਾਂ ਅਸੀਂ ਉਦੋਂ ਗੁਰਦੇਵ ਢਿੱਲੋਂ ਭਜਨ ਨਾਮ ਲਈ ਉੱਥੇ ਇੱਕ ਸ਼ੋਅ ਕਰਦਾ ਹੁੰਦਾ ਦੂਰਦਰਸ਼ਨ ਤੇ ਜੀ। ਤਾਂ ਇਹ ਮਾਨ ਸਾਹਿਬ ਦੀ ਇੱਕ ਖੂਬੀ ਹੈ, ਜਿਵੇਂ ਇਹਨਾਂ ਨੂੰ ਗੱਡੀ ਗੁੱਡੀ ਚਲਾਉਣ ਦਾ ਬੜਾ ਸ਼ੌਂਕ ਸੀਗਾ, ਨਾਲ ਰਹਿਣ ਦਾ ਬੜਾ ਸ਼ੌਂਕ ਸੀਗਾ। ਅਸੀਂ ਤਿੰਨੇ ਇਕੱਠੇ ਜੀ ਜਾਂਦੇ ਹੁੰਦੇ, ਉਹ ਸ਼ੋਅ 'ਚ ਵੀ ਅਸੀਂ ਇਕੱਠੇ ਚਲੇ ਗਏ ਇੱਕ ਦਿਨ, ਜਿੱਦਾਂ ਇਹਦਾ ਢਿੱਲੋਂ ਸਾਹਿਬ ਦਾ ਸ਼ੋਅ ਸੀ। ਅਸੀਂ ਬੈਠੇ ਉੱਥੇ, ਗੁਰਦੀਪ ਨਾਂ ਦਾ ਕੋਈ ਪ੍ਰੋਡਿਊਸਰ ਹੁੰਦਾ, ਕੰਟੀਨ 'ਚ ਅਸੀਂ ਬੈਠੇ ਹਾਂ, ਤਾਂ ਕੰਟੀਨ 'ਚ ਬੈਠੇ ਬੈਠੇ ਉਹ ਕਹਿੰਦੇ ਕੁਛ ਨਵਾਂ ਕਰੀਏ ਯਾਰ। ਮੈਂ ਕਿਹਾ ਨਵਾਂ ਕਰ ਲਓ ਭਾਜੀ, ਅਸੀਂ ਕੈਸਟ ਕੱਢਣ ਲੱਗਿਆ, ਅਤੇ ਗੋਭੀ ਦੇ ਕੱਚੇ ਫਾਰ ਨੇ, ਅਤੇ ਕਹਿੰਦੇ ਵੀ ਇਹਦੇ 'ਚ ਹੋਰ ਕਿਹੜੇ ਗਾਣੇ ਨੇ? ਮੈਂ ਕਿਹਾ ਪੇਠਿਆਂ ਦੇ ਮਾਲਕੋ ਗਾਣਾ ਹੈ, ਫਲਾਣਾ ਗਾਣਾ। ਅਤੇ ਕਹਿੰਦੇ ਵੀ ਹਾਂ ਕਰੋ, ਗਾਣਾ ਕਰੋ। ਅਸੀਂ ਜੀ ਉੱਥੇ ਪਰਮਿਟ ਕੱਟਦਾ ਹੁੰਦਾ ਦੂਰਦਰਸ਼ਨ 'ਤੇ ਉਦੋਂ, ਕਿ ਵੀ ਤੁਸੀਂ ਫਲਾਣੇ ਟਾਈਮ ਰਿਕਾਰਡਿੰਗ ਕਰੋਗੇ, ਫਲਾਣੇ ਦਿਨ ਟੈਲੀਕਾਸਟ, ਸੋਮਵਾਰ ਨੂੰ ਗਾਣਾ ਲੱਗਿਆ ਨਹੀਂ ਅਤੇ ਬੰਦਾ ਸਟਾਰ ਬਣਿਆ ਨਹੀਂ। ਬਿਲਕੁਲ ਉਹ ਹਿਸਾਬ ਹੁੰਦਾ ਸੀ ਉਦੋਂ। ਪਰਮਿਟ ਕੱਟ ਗਿਆ ਜੀ ਪੇਠਿਆਂ ਦੇ ਮਾਲਕੋ ਗਾਣੇ ਦਾ, ਛਿੱਤਰਾਂ ਦੇ ਆਸ਼ਕੋ ਸਾਡਾ ਗਾਣਾ ਸੀ ਉਹਦੇ 'ਚ, ਉਹਦੇ ਨਾਂ 'ਤੇ ਪਰਮਿਟ ਕੱਟ ਗਿਆ। ਗਾਣਾ ਪਰਸੋਂ ਨੂੰ ਰਿਕਾਰਡ ਹੋਊਗਾ ਅਤੇ ਸੋਮਵਾਰ ਨੂੰ ਟੈਲੀਕਾਸਟ ਹੋਊਗਾ। ਸ਼ਨੀਵਾਰ ਸੀਗਾ 2 ਦਿਨਾਂ ਬਾਅਦ, ਬੁੱਧਵਾਰ ਦੀ ਇਹ ਗੱਲ ਹੈ। ਅਤੇ ਅਸੀਂ ਮਾਨ ਸਾਹਿਬ ਵਾਸਤੇ ਨਹੀਂ ਸੀ ਗਾਣਾ, ਉਹ ਗਾਣਾ ਉਸ ਮੁੰਡੇ ਵਾਸਤੇ ਜਿਹਨੇ ਗਾਇਆ ਸੀ, ਸੰਦੀਪ ਗੋਗੀ ਨੇ ਜੀ, ਠੀਕ ਹੈ ਜੀ। ਅਤੇ ਅਸੀਂ ਲੁਧਿਆਣੇ ਆਏ, ਉਸੇ ਐਂਬੈਸਡਰ 'ਚ ਜਿਹੜੀ ਸਾਡੀ ਸੀਗੀ, ਉਹ ਐਂਬੈਸਡਰ ਲੈ ਕੇ ਅਸੀਂ ਇਹਨਾਂ ਦੇ ਘਰੇ ਵੀ ਗਏ, ਜਿਹੜਾ ਜਲਾਲ ਸਾਹਿਬ ਦਾ ਬੇਟਾ ਸੀਗਾ, ਕਿ ਆਪਾਂ ਪਰਸੋਂ ਨੂੰ ਦੂਰਦਰਸ਼ਨ 'ਤੇ ਜਾਣਾ ਅਤੇ ਇਹਦਾ ਕਰਕੇ ਆਪਣੀ ਸ਼ੂਟਿੰਗ ਹੈ ਅਤੇ ਸੋਮਵਾਰ ਨੂੰ ਟੈਲੀਕਾਸਟ ਹੋਊਗਾ। ਠੀਕ ਹੈ ਠੀਕ ਹੈ। ਅਸੀਂ ਆ ਕੇ ਢਿੱਲੋਂ ਸਾਹਿਬ ਦੀ ਕੋਠੀ ਛੱਡਿਆ ਅਤੇ ਅਸੀਂ ਇੱਧਰ ਆਏ। ਅਗਲੇ ਦਿਨ ਜਿੱਦਾਂ ਜਾਣਾ ਸੀਗਾ, ਅਸੀਂ ਓਮ ਜੁਕਰੇ ਤਿੰਨੇ ਬੰਦੇ ਗੱਡੀ ਲੈ ਕੇ ਅਤੇ ਉੱਥੇ ਪਹੁੰਚੇ, ਤਾਂ ਉਹ ਘਰੇ ਨਾ ਬੰਦਾ, ਉਹਨਾਂ ਦੀ ਮੰਮੀ ਕਹਿੰਦੇ ਵੀ ਉਹ ਤਾਂ ਇੱਧਰ ਕ੍ਰਿਕਟ ਖੇਡਣ ਗਿਆ ਹੋਇਆ, ਗੋਗੀ। ਅਤੇ ਅਸੀਂ ਉਹ ਥੱਲੇ ਜੇ ਗਏ ਜੀ, ਉੱਥੇ ਡੂੰਘਾ ਜਗ੍ਹਾ ਹੁੰਦੀ ਇੱਕ ਅਰਬਨ ਸਟੇਟ ਦੇ ਵਿੱਚ, ਅਤੇ ਉੱਥੇ ਉਹ ਲੱਭੀ ਨਾ ਕਿਤੇ, ਢਿੱਲੋਂ ਸਾਹਿਬ ਅੰਦਰ ਜਾ ਜੂ ਕੇ ਲੱਭ ਕੇ ਲਿਆਏ। ਉਹਨੂੰ ਕਹਿੰਦੇ ਚੱਲ ਯਾਰ, ਅੱਜ ਆਪਣੀ ਰਿਕਾਰਡਿੰਗ ਆ ਉੱਥੇ ਜਲੰਧਰ ਦੂਰਦਰਸ਼ਨ 'ਤੇ। ਅਤੇ ਉਹ ਕਹਿੰਦਾ ਨਾ ਜੀ, ਅੱਜ ਤਾਂ ਸਾਡਾ ਮੁਹੱਲੇ ਦਾ ਮੈਚ ਹੈ, ਮੈਂ ਕੈਪਟਨ ਹਾਂ, ਅਤੇ ਜੇ ਮੇਰੀ ਟੀਮ ਹਾਰ ਗਈ ਮੇਰੇ 'ਤੇ ਇਲਜ਼ਾਮ ਆਊਗਾ। ਉਹ ਕਹਿੰਦਾ ਯਾਰ, ਕਿੱਥੇ ਦੂਰਦਰਸ਼ਨ ਦਾ ਗਾਣਾ, ਕਿੱਥੇ ਤੇਰੀ ਕ੍ਰਿਕਟ, ਤੂੰ ਕੱਲ੍ਹ ਨੂੰ ਕ੍ਰਿਕਟ ਖੇਡ ਲਈ। ਠੀਕ ਹੈ। ਹੁਣ ਇੱਥੇ ਕਿਸਮਤ ਤਾਂ ਇੱਥੇ ਮਾਨ ਸਾਹਿਬ ਦੀ ਕੰਮ ਕਰ ਰਹੀ ਹੈ। ਉਹ ਬੰਦਾ ਜਵਾਬ ਦੇ ਗਿਆ ਜੀ,
ਉਹ ਹੁਣ ਢਿੱਲੋਂ ਸਾਹਿਬ ਦਾ ਹੀ ਸੁਭਾਅ ਝਟਕਾ ਸੀ, ਉਹ ਛੱਡ ਛੁੱਡ ਕੇ ਆ ਗਏ। ਚਲੋ ਜੀ, ਜਲੰਧਰ ਤੱਕ ਨਾ ਸਾਡਾ ਮਾਹੌਲ ਨਹੀਂ ਬਣ ਸਕਿਆ। ਹਾਲਾਂਕਿ ਅਸੀਂ ਤਿੰਨੇ ਹੱਸਣ ਖੇਡਣ ਵਾਲੇ ਬੰਦੇ, ਮੂਡ ਹੀ ਖਰਾਬ ਹੋ ਗਿਆ ਵੀ ਜਾ ਕੇ ਕਹਾਂਗੇ ਕੀ। ਤਾਂ ਜੀ ਅਸੀਂ ਗਏ ਤਾਂ ਉੱਥੇ ਜਾ ਕੇ ਗੁਰਦੀਪ ਜੀ ਕਹਿਣ ਲੱਗੇ, ਚਾਹ ਪੀਂਦੇ ਸੀਗੇ ਅਤੇ ਕਹਿੰਦੇ ਵੀ ਉਹ ਕਿੱਥੇ ਕਲਾਕਾਰ। ਉਹਨੇ ਸਾਰੀ ਗੱਲ ਉਵੇਂ ਜੁਕਰੇ ਬਾਟ ਟੂ ਬਾਟ ਦੱਸੀ, ਕਹਿੰਦਾ ਜਵਾਬ ਦੇ ਗਿਆ, ਕਹਿੰਦਾ ਬੜਾ ਮਾੜੀ ਗੱਲ ਹੈ। ਮਤਲਬ ਉਹਨਾਂ ਨੇ ਚਲੋ ਹੁਣ ਸ਼ਬਦ ਮਾਨ ਸਾਹਿਬ ਦੀ ਸ਼ਾਨ 'ਚ ਜਾਂ ਉਹਨਾਂ ਦੇ ਪ੍ਰੋਟੋਕੋਲ ਦੇ ਹਿਸਾਬ ਨਾਲ ਗੱਲ ਨਹੀਂ ਬਣਦੇ, ਪਰ ਉਸ ਟਾਈਮ ਦੇ ਭਗਵੰਤ ਵਾਸਤੇ ਕਹਿੰਦੇ ਆਹ ਨਹੀਂ ਗਾ ਸਕਦਾ, ਹਾਂ ਮਤਲਬ ਆਹ ਮੁੰਡਾ ਨਹੀਂ ਗਾ ਸਕਦਾ। ਉਹ ਕਹਿੰਦੇ ਹਾਂਜੀ ਮੈਂ ਗਾ ਲੂੰਗਾ। ਮਤਲਬ ਉਦੋਂ ਕਹਿੰਦਾ ਚਲੋ ਕਰੋ, ਪਰਮਿਟ ਚੇਂਜ ਕਰਾਇਆ ਜੀ ਭਗਵੰਤ ਮਾਨ ਸਾਹਿਬ ਦੇ ਨਾਂ 'ਤੇ, ਮਤਲਬ ਪਰਮਿਟ ਕੱਟਿਆ ਗਿਆ, ਉਹੀ ਗਾਣਾ। ਅਤੇ ਉੱਥੇ ਉਹ ਗਾਣਾ ਅੰਦਰ ਜਾ ਕੇ ਗਾਇਆ ਹੈ, ਪੇਠਿਆਂ ਦੇ ਮਾਲ ਕੋ ਸਤਾਇਆ ਨਾ ਕਰੋ, ਬੋਰੀਆਂ 'ਚ ਪੇਠਿਆਂ ਨੂੰ ਕੀ ਹੈਗਾ ਪਾਇਆ ਨਾ ਕਰੋ। ਉਹ ਗਾਣਾ ਦੂਰਦਰਸ਼ਨ 'ਤੇ ਹੈਗਾ। ਉਹਨਾਂ ਨੇ ਇੱਕ ਮੈਨੂੰ ਕੰਡੀਸ਼ਨ ਕਹੀ ਗੁਰਦੀਪ ਜੀ ਨੇ ਕਿ ਵੀ ਭਾਜੀ ਤੁਸੀਂ ਜੇ ਤੁਹਾਡੀ ਕੈਸਟ ਰੈਡੀ ਹੈ, ਤੁਸੀਂ ਕੈਸਟ ਰਿਲੀਜ਼ ਕਰੋਗੇ ਤਾਂ ਸਾਡਾ ਇੱਥੇ ਨਾ ਕੰਮ ਖਰਾਬ ਹੋ ਜੂ, ਇੱਕ ਹਫ਼ਤੇ ਦਾ ਗੈਪ ਚਾਹੀਦਾ ਕੈਸਟ ਦਾ। ਇੱਕ ਹਫ਼ਤਾ ਤੁਸੀਂ ਕੈਸਟ ਨਾ ਕੱਢਿਓ। ਸੋਮਵਾਰ ਨੂੰ ਗਾਣਾ ਟੈਲੀਕਾਸਟ ਹੋਇਆ ਤਾਂ ਸਾਨੂੰ ਸੋਮਵਾਰ ਨੂੰ ਦੇਖੋ, ਮਤਲਬ ਅਮੇਜ਼ ਸਾਡੀ ਕੰਪਨੀ ਦੀ ਇੱਦਾਂ ਦੀ ਸੀ ਲੋਕਾਂ 'ਚ। ਸਾਡੇ ਲੁਧਿਆਣੇ ਦੇ 45 96 76 ਵਾਲੇ ਨੰਬਰ 'ਤੇ ਨਾ ਤਾਂ ਕੌਲਾਂ ਵੱਜਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਕਿ ਵੀ ਇਹ ਕੰਮ ਇਹੋ ਜਿਹਾ ਉਹੀ ਕਰ ਸਕਦੇ ਆ ਜਿਹੜਾ ਇਹੋ ਜਿਹਾ ਗਾਣਾ ਪੁੱਠਾ ਸਿੱਧਾ ਜਾ ਕੋਈ ਆਉਂਦਾ ਡੀਲਰਾਂ ਦੇ ਆਰਡਰ। ਭਾਜੀ ਸੋਮਵਾਰ ਦੇ ਸ਼ਾਮ ਨੂੰ 8:20 ਦੇ ਜਾਂ 25 ਮਿੰਟ 'ਤੇ ਮਾਨ ਸਾਹਿਬ ਸਟਾਰ ਸੀਗੇ ਉਸ ਗਾਣੇ ਜਰੀਏ। ਇਹ ਕਿਸਮਤ ਦੇ ਧਨੀ ਗਾਣਾ ਚੱਲਿਆ ਜਦੋਂ ਸੁਪਰ ਹਿੱਟ ਹੋਇਆ ਇੱਕ ਲਫ਼ ਸੁਰਮੇ ਦੇ ਵਿੱਚ। ਹਾਂ, ਤੇ ਅਗਲੀ ਸਵੇਰ ਯਾਨੀ ਕਿ ਮੰਗਲਵਾਰ ਸਵੇਰ ਨੂੰ ਸਟਾਰ ਸੀਗੇ ਮਾਨ ਸਾਹਿਬ ਕਿ ਵੀ ਇਹ ਕੋਈ ਬੰਦਾ ਆਇਆ ਨਵਾਂ, ਇੱਕ ਇਹ ਪੇਠਿਆਂ ਦੇ ਮਾਲਕ ਵਾਲਾ। ਇਹ ਗੋਭੀ ਦੇ ਕੱਚੇ ਪਰਿਵਾਰ ਨੇ ਕੈਸਟ ਕੁਲਫੀ ਗਰਮ ਗਰਮ ਤੋਂ ਪਹਿਲੀ ਕੈਸਟ ਸੀਗੀ। ਆਮ ਲੋਕਾਂ ਨੂੰ ਕੁਲਫੀ ਗਰਮਾ ਗਰਮ ਦਾ ਪਤਾ। ਹਾਂ, ਕੁਲਫੀ ਗਰਮਾ ਗਰਮ ਸਾਰੇ ਜਾਣਦੇ। ਤੇ ਉਦੋਂ ਤੀਜੇ ਮਹੀਨੇ ਜਾਂ ਚੌਥੇ ਮਹੀਨੇ ਕੁਲਫੀ ਗਰਮਾ ਗਰਮ ਆਈ ਹੈ। ਕਿਸਮਤ ਦਾ ਧਨੀ ਇੱਥੋਂ ਮਤਲਬ ਆਪਾਂ ਕਹਿਣਾ ਕਿ ਦੇਖੋ ਉਹ ਕਿਸੇ ਧੜਾ ਧੜ ਤੁਹਾਨੂੰ ਫੋਨ ਆਏ ਡੀਲਰਾਂ ਦੇ, ਉਹ ਫੋਨ ਪਰ ਵੀ ਦਿਓ ਜੀ ਕੀ ਹੈ ਕੈਸਟ, ਕੀ ਹੈ ਕੈਸਟ, ਕੀ ਹੈ ਕੈਸਟ, ਕੀ ਹੈ ਵੀ ਕੀ। ਫਿਰ ਉਹ ਭਾਜੀ ਸੁਪਰ ਹਿੱਟ ਹੋਈ, ਸੁਪਰ ਹਿੱਟ ਹੋਈ। ਤੇ ਉਦੋਂ 3 ਮਹੀਨਿਆਂ ਬਾਅਦ ਅਸੀਂ ਕੁਲਫੀ ਕੱਢੀ। ਇੱਕ ਨਾ ਪਿਕਅਪ ਪਾਵਰ ਬਹੁਤ। ਇਹ ਫਿਰ ਕੁਲਫੀ ਗਰਮਾ ਗਰਮ ਦਾ ਫਿਰ ਉਦੋਂ ਬਾਅਦ ਤੁਸੀਂ ਸੀਰੀਅਸ ਹੋਏ ਵੀ ਹੁਣ ਕਾਮੇਡੀ ਵਾਲਾ ਆਓ ਜਾਂ ਪੈਰੋਡੀ ਗੀਤਾਂ ਵੱਲ ਤੁਸੀਂ? ਨਹੀਂ, ਪੈਰੋਡੀ ਵਿੱਚ ਪਾਉਂਦੇ ਸੀ ਅਸੀਂ ਹਰੇਕ 'ਚ। ਹਾਂ, ਪਰ ਫਿਰ ਗੀਤ ਤਾਂ ਪੈਂਦਾ ਹੀ ਸੀ। 3-4 ਗੀਤ ਪਾਉਂਦੇ ਹੁੰਦੇ। ਦੇਖੋ ਸ਼ਾਰਪਨੈਸ ਕਿੰਨੀ ਹੈ ਕਿਸੇ ਵੀ ਟੌਪਿਕ। ਤੁਸੀਂ ਤਾਂ ਹੁਣ ਇੰਨੇ ਸਾਲਾਂ ਦੇ ਐਜ ਏ ਪੋਲੀਟਿਕਸ ਵੀ ਉਹਨਾਂ ਨੂੰ ਦੇਖਦੇ ਹੋ। ਮਤਲਬ ਅਸੀਂ ਪਿੰਡ ਜਾਈਏ, ਮੈਂ ਤੇ ਮਾਨ ਸਾਹਿਬ, ਅਸੀਂ ਐਂ ਕੱਢ ਲੈਂਦੇ ਹੁੰਦੇ ਗੇੜਾ ਜਾ ਵੀ ਚਲੋ ਆਪਾਂ ਚੱਲਦੇ ਹਾਂ ਪਿੰਡ, ਚੱਲਦੇ ਹਾਂ ਰਿਸ਼ਤੇਦਾਰਾਂ 'ਚ ਮਿਲਾਂਗੇ। ਗੱਡੀ ਅਸੀਂ ਦੋਨੇ ਅਹਿਮਦਗੜ੍ਹ ਮੰਡੀ ਨੂੰ ਜਿੱਥੋਂ ਚੌਂਕ ਜਾ ਪੈਂਦਾ ਆਪਣਾ, ਆਪਾਂ ਇੱਧਰੋਂ ਅੰਦਰ ਨੂੰ ਜਾਂਦੇ ਹਾਂ, ਉੱਥੇ ਖੜ੍ਹ ਕੇ ਅਸੀਂ ਚਲੋ ਕੇਲੇ ਲੈ ਲਓ ਜੀ, ਆਪਾਂ ਸੇਬ ਸੂਬ ਲੈ ਲਓ, ਲੈ ਜਾਵਾਂਗੇ ਕੁਛ ਨਾ। ਤਾਂ ਉੱਥੇ ਇੱਕ ਬੰਦਾ ਕੇਲੇ ਵੇਚੇ ਅਤੇ ਉਹਦੀ ਟੋਨ ਹੋਈ ਕੇਲੇ, ਚਿੱਤਰੀ ਵਾਲੇ ਕੇਲੇ। ਅਤੇ ਮਾਨ ਸਾਹਿਬ ਆ ਗਏ ਸਮਾਨ ਜਾ ਲੈ ਕੇ, ਇੱਕ ਨਾ ਦੀ ਚੀਜ਼ ਜੀ ਹੋਰ ਲੈਣ ਚਲੇ ਗਏ। ਮੈਂ ਆਉਂਦਿਆਂ ਨੂੰ ਕਿਹਾ, ਮੈਂ ਕਿਹਾ ਯਾਰ ਟੋਨ ਚੱਕਣ ਵਾਲੀ ਹੈ। ਭਾਜੀ ਤੁਸੀਂ ਬਿਲੀਵ ਕਰੋ, ਅਹਿਮਦਗੜ੍ਹ ਤੋਂ ਲੈ ਕੇ ਸੰਗਰੂਰ ਤੱਕ ਮੈਨੂੰ ਨਹੀਂ ਪਤਾ ਕਿੰਨਾ ਸਫ਼ਰ ਹੈ, ਮਤਲਬ ਕਿਲੋਮੀਟਰਾਂ ਦੇ ਵਿੱਚ 40 ਹੈ, 45 ਹੈ, 60 ਹੈ, ਮਤਲਬ ਆਪਾਂ ਕਿਤੇ ਕੋਈ ਗਲਤ ਬੋਲਦੀ ਹੈ। ਉੱਥੇ ਤੱਕ ਕੁਲਫੀ ਗਰਮਾ ਗਰਮ ਕੈਸਟ ਬਣ ਗਈ। ਭਗਵੰਤ ਮਾਨ ਸਾਹਿਬ ਨੇ ਉਹ ਪੂਰੀ ਕੁਲਫੀ ਗਰਮਾ ਉਸ ਕੇਲੇ ਤੋਂ ਆ ਗਈ, ਉਸ ਕੇਲੇ ਗਰਮੇ ਕੁਲਫੀ ਗਰਮਾ ਗਰਮੇ ਹੈ, ਗਰਮੇ ਕੁਲਫੀ ਗਰਮਾ ਗਰਮੇ। ਉਹ ਭਾਈ ਕੁਲਫੀ ਗਰਮ ਨਹੀਂ ਹੁੰਦੀ, ਉਹ ਸਾਰੀ ਸਕਿੱਟ ਬਣ ਗਈ। ਤੀਜੇ ਦਿਨ ਰਿਕਾਰਡਿੰਗ ਹੋ ਗਈ, 4-5 ਵੱਧ ਤੋਂ ਵੱਧ 4 ਹਫ਼ਤਿਆਂ ਬਾਅਦ, 3 ਹਫ਼ਤਿਆਂ ਬਾਅਦ ਕੈਸਟ ਆ ਗਈ। ਉਹ ਰਿਕਾਰਡ ਹੋ ਗਈ ਜੀ ਫਿਰ ਕੁਲਫੀ ਗਰਮਾ ਗਰਮ ਰਿਕਾਰਡ ਹੋ ਗਈ, ਰਿਲੀਜ਼ ਹੋ ਗਈ, ਹਿੱਟ ਹੋ ਗਈ। ਤਾਂ ਉਹਨੇ ਪੂਰੀ ਦੁਨੀਆ ਦੇ ਵਿੱਚ ਤਕਰੀਬਨ ਇਹ ਦਸੰਬਰ 'ਚ ਆਈ ਸੀਗੀ, ਮਤਲਬ ਹਫ਼ਤੇ ਦੇ ਵਿੱਚ ਹੀ ਮਾਨ ਸਾਹਿਬ ਕਰਾਤੀ। ਠੀਕ ਹੈ, ਉਹਦੇ 'ਚ ਫ਼ਰਕ ਕੀ ਸੀਗਾ? ਕੁਲਫੀ ਗਰਮਾ ਗਰਮ ਦੇ ਵਿੱਚ ਜਿਹੜੀਆਂ ਸਕਿੱਟਾਂ ਸੀਗੀਆਂ, ਜਿਹੜੇ ਸਟਾਇਰ ਸੀਗੇ, ਉਹ ਵੀ ਸਟਾਇਰ ਅੱਜ ਵੀ ਉਹੀ ਹੈ। ਉਹਦੇ 'ਚ ਜਿਹਨੇ ਸੁਣੀ ਉਹਨੂੰ ਪਤਾ ਹੈ। ਉਹ 'ਚ ਇੱਕ ਜਗ੍ਹਾ 'ਤੇ ਆਉਂਦਾ ਵੀ ਜਿੱਥੇ ਸਕੂਲ ਚੱਲ ਸਕਦੇ ਨੇ ਮੇਰਾ ਮਾਸਟਰਾਂ ਦੇ, ਜਿੱਥੇ ਹਸਪਤਾਲ ਚੱਲ ਸਕਦੇ ਨੇ ਮੇਰਾ ਡਾਕਟਰਾਂ ਦੇ। ਹੁਣ ਉਸ ਉਮਰ ਦੇ ਵਿੱਚ 18 ਸਾਲ ਦੀ ਉਮਰ ਦੇ ਵਿੱਚ ਐਡਾ ਵੱਡਾ ਚਿੰਤਕ ਹੋਣਾ, ਇੰਨੀ ਗੱਲ ਕਰਨੀ। ਦੇਖੋ ਮੈਂ ਕ੍ਰੈਡਿਟ ਲਵਾਂ ਕਿ ਮੈਂ ਲਿਖੀ ਜੀ ਜਾਂ ਕੀ ਲਿਖੀ, ਉਹ ਸੋਚ ਕਿਹਦੀ ਸੀਗੀ? ਉਹ ਸਿਸਟਮ ਦੇ ਉੱਤੇ ਜਿਹੜਾ ਸਟਾਇਰ ਕੀਤਾ, ਉਦੋਂ ਬਾਅਦ ਉਹ ਕਰਿਆ, ਚਾਹੇ ਕੋਕੋ ਦੇ ਬੱਚੇ ਕਰੇ, ਮਿੱਠੀਆਂ ਮਿਰਚਾਂ ਕਰੀਆਂ, ਜਿੰਨੀਆਂ ਵੀ ਕੈਸਟਾਂ ਦੇ ਨਾਂ ਸੀ ਸਾਡੇ ਉਦੋਂ, ਹੈ ਨਾ। ਉਹ ਸਟਾਇਰ ਸੀਗਾ ਉਸ ਜ਼ਮਾਨੇ ਦੇ ਉੱਤੇ ਇੱਕ ਚਿੰਤਕ ਦਾ ਕਿ ਖੱਬੇ ਸੱਜੇ ਕੀ ਵਾਪਰ ਰਿਹਾ ਅਤੇ ਇਹਦਾ ਹੋਣਾ ਕੀ ਚਾਹੀਦਾ। ਉਹੀ ਚੀਜ਼ ਆ ਕੇ 2010-11 'ਚ ਲੈਕਚਰਾਂ 'ਚ ਕਨਵਰਟ ਹੋਈ ਨਾ, ਭਾਸ਼ਣਾਂ 'ਚ ਕਨਵਰਟ ਹੋਈ ਨਾ। ਬਿਲਕੁਲ, ਨਿਜ਼ਾਮ ਤਾਂ ਨਹੀਂ ਬਦਲਿਆ ਹੁਣ ਤੱਕ ਦਾ, ਪਰ ਉਹਨਾਂ ਨੇ 30 ਸਾਲਾਂ ਦੀ ਆਪਦੀ ਜਿਹੜੀ ਜ਼ਿੰਮੇਵਾਰੀ ਨਿਭਾਈ ਹੈ, ਜੇ ਸਮਾਜ ਕਹਿ ਲਓ, ਕਮੇਡੀਅਨ ਕਹਿ ਲਓ, ਜੇ ਸਮਾਜ ਸੇਵਕ ਕਹਿ ਲਓ, ਇੱਕ ਪੰਜਾਬੀ ਹੋਣ ਦੇ ਨਾਤੇ, ਉਹ ਤਾਂ ਉਹੀ ਕੁਛ ਸੀ ਨਾ ਜਿਹਦਾ ਮਜ਼ਾਕ ਵੀ ਉੱਡਦਾ ਰਿਹਾ ਕਿ ਚੁਟਕਲੇ ਵਾਲੇ ਕੀ ਕਰ ਲੈਣਗੇ। ਠੀਕ ਹੈ, ਮੇਰਾ ਕਹਿਣ ਦਾ ਭਾਵ ਇਹ ਹੈ ਕਿ ਇਹ ਜਿਹੜੀ ਸੀਰੀਅਸਨੈਸ ਜਿਹੜੀ ਸੀਗੀ ਸਟਾਇਰ ਕਰਦੇ ਰਹੇ ਉਹ ਪੋਲੀਟੀਕਲ ਕਰੀਅਰ ਵੱਲ ਤਬਦੀਲ ਹੋਣੀ ਤੁਹਾਨੂੰ ਕਦੋਂ ਮਹਿਸੂਸ ਹੋਇਆ? ਤੁਹਾਨੂੰ ਕਦੋਂ ਲੱਗਿਆ? ਇੱਕ ਤਾਂ ਇਹ ਹੁੰਦਾ ਕਿ ਬੰਦਾ ਕਹਿ ਦਿੰਦਾ ਕਿ ਹਾਂ ਯਾਰ ਪਤਾ ਹੀ ਸੀ ਸਾਨੂੰ ਬਣ ਜਾਣਾ,
ਪਰ ਇੱਕ ਐਡੀ ਵੱਡੀ ਟਰਾਂਸਫੋਰਮੇਸ਼ਨ ਸੀ ਘਮਾਨ ਸਾਹਿਬ ਕਿ ਤੁਸੀਂ ਇੱਕ ਕਲਾਕਾਰ ਹੋ ਔਰ ਫਿਰ ਹੌਲੀ ਹੌਲੀ ਪੋਲਿਟਿਕਸ ਇੱਕ ਬਿਲਕੁਲ ਵੱਖਰੀ ਚੀਜ਼ ਸੀ। 92 ਦੇ ਵਿੱਚ ਸਾਨੂੰ ਆਫਰ ਆਈ ਸੀਗੀ ਸਦੀਕ ਸਾਹਿਬ ਵੱਲੋਂ ਕਿ ਵੀ ਇਹ ਤੁਸੀਂ ਇਲੈਕਸ਼ਨ ਲੜ ਲਓ। ਮੈਨੂੰ ਵੀ ਆਈ ਸੀ, ਮਾਨ ਸਾਹਿਬ ਨੂੰ, ਅਸੀਂ ਉਹ ਰਿਜੈਕਟ ਕਰਤੇ ਸੀ ਕਿਉਂਕਿ 92 ਸਾਡਾ ਸਟਾਰਟਿੰਗ ਸਟੇਜ ਸੀਗੀ ਇਹਨਾਂ ਗੱਲਾਂ ਦੀ, ਠੀਕ ਹੈ। ਅਤੇ ਜਦੋਂ ਮਾਨ ਸਾਹਿਬ ਨੇ ਦੇਖੋ ਕਿਹੜੀ ਬੁਲੰਦੀ ਨਹੀਂ ਦੇਖੀ, ਕੈਸਟਾਂ ਵਾਲੇ ਪਾਸੇ ਹਿੱਟ, TV ਸ਼ੋਅ ਵਾਲੇ ਪਾਸੇ ਹਿੱਟ, ਬਾਹਰਲੇ ਓਵਰਸੀਜ਼ ਦੇ ਸ਼ੋਅ ਵਾਲੇ ਪਾਸੇ ਹਿੱਟ। ਫਿਰ ਇੱਕ 2007-08 ਦੇ ਨੇੜੇ 'ਤੇ ਇੱਕ ਦੌਰ ਆਇਆ ਜਦੋਂ ਅਸੀਂ ਕਾਫੀ ਵਿਚਰਦੇ ਰਹੇ, ਤਾਂ ਉਦੋਂ ਇਹਨਾਂ ਦੀ ਨਾ ਇੱਕ ਸਕਿੱਲ ਮਤਲਬ ਚੇਂਜ ਆ ਗਿਆ ਦਿਨਚਰਿਆ ਦੇ ਵਿੱਚ। ਇਹ ਆ ਕੇ ਗੱਲਾਂ ਕਰਨੀਆਂ ਕਿ ਭਾਜੀ ਉੱਧਰ ਨਾ ਕੋਈ ਪਿੰਡ ਹੈਗੇ ਪਾਕਿਸਤਾਨ 'ਚੋਂ ਪਾਣੀ ਘੁੰਮ ਕੇ ਆਉਂਦਾ, ਉੱਥੇ ਬੱਚੇ ਫਾਜ਼ਿਲਕਾ ਦੇ ਨੇੜੇ ਗਏ ਵੀ ਸੀ, ਉੱਥੇ ਗਏ ਵੀ ਸੀ। ਅਤੇ ਉਦੋਂ ਮੈਂ ਫਲਾਣੇ ਸਕੂਲ 'ਚ ਗਿਆ ਭਾਜੀ, ਉੱਥੇ 7ਵੀਂ ਦੇ ਬੱਚੇ ਨੂੰ ਊੜਾ ਨਹੀਂ ਆਉਂਦਾ, 12ਵੀਂ ਦੀ ਕੁੜੀ ਨੂੰ ਆ ਨਹੀਂ ਆਉਂਦਾ। ਇੱਕ ਦੌਰ ਸੀਗਾ 2007-08 ਤੋਂ ਲੈ ਕੇ, ਮੇਰੇ ਐਗਜ਼ੈਕਟਲੀ ਸਾਲ ਨਹੀਂ ਯਾਦ, 6 ਤੋਂ ਲੈ ਕੇ 10 ਦੇ ਵਿੱਚ ਦੀ ਮੈਂ ਗੱਲ ਕਰਦਾ, ਮਤਲਬ PPP ਪਾਰਟੀ ਜੁਆਇਨ ਕਰਨ ਤੋਂ ਪਹਿਲਾਂ ਦੀ ਗੱਲ ਹੈ। ਉਦੋਂ ਇਹ ਆਪਦੇ ਤੌਰ 'ਤੇ ਇਕੱਲੇ ਵਿਚਰੇ ਹਰ ਚੀਜ਼ ਦੇ ਉੱਤੇ। ਉਦੋਂ ਕਦੇ ਕਦੇ ਗੱਲ ਇਹ ਚੱਲਦੀ ਵੀ ਆਪਾਂ ਕੋਈ ਆਰਗੇਨਾਈਜੇਸ਼ਨ ਬਣਾ ਲਈਏ, ਕੋਈ ਇੱਦਾਂ ਕੁਛ ਕਰ ਲਈਏ, ਕੁਛ ਇੱਦਾਂ ਕਰ ਲਈਏ, ਹੁਣ ਸਮਾਜ ਸੇਵਾ ਕਰਨੀ ਹੈ। ਤੁਸੀਂ ਮਹਿਸੂਸ ਕਰਨੀ ਸ਼ੁਰੂ ਕਰਤੀ ਸੀ ਇਹ ਤਬਦੀਲੀ? ਮੈਨੂੰ ਇਹ ਤਬਦੀਲੀ ਮਹਿਸੂਸ ਕਰਨੀ ਸ਼ੁਰੂ ਮੈਂ ਕਰ ਲਈ ਸੀ ਕਿ ਬੰਦੇ 'ਚ ਬਦਲਾਅ ਆਉਣਾ ਸ਼ੁਰੂ ਹੋ ਗਿਆ। ਮਤਲਬ ਇਹ ਨਹੀਂ ਮੈਨੂੰ ਪਤਾ ਸੀ ਇਹ ਬਦਲਾਅ ਪੋਲੀਟਿਕਸ ਵਾਲੇ ਪਾਸੇ ਜਾਊਗਾ, ਬਲਕਿ ਜੇ ਮੈਂ ਆਪਾਂ ਪੋਲੀਟਿਕਸ ਦੀ ਗੱਲ ਕਰੀਏ, ਜਦੋਂ ਇਹਨਾਂ ਨੇ 2010 ਜਾਂ 11 'ਚ ਜਦੋਂ ਵੀ ਇਹਨਾਂ ਨੇ PP ਪਾਰਟੀ ਜੁਆਇਨ ਕੀਤੀ, ਤਾਂ ਕਿਉਂਕਿ ਅਸੀਂ ਵਿਚਰਦੇ ਤਾਂ ਹੈਗੀ ਸੀ, ਕੰਮ ਅਸੀਂ ਘੱਟ ਕਰਿਆ ਵੱਧ ਕਰਿਆ ਕੁਛ ਵੀ ਕੀਤਾ, ਕੈਸਟਾਂ ਬਾਅਦ 'ਚ ਨਹੀਂ ਰਹੀਆਂ, ਵਿਚਰਦੇ ਤਾਂ ਹੈਗੀ ਸੀਗਾ। ਅਸੀਂ ਉਦੋਂ ਫਿਲਮਾਂ ਦੀ ਤਿਆਰੀ ਵੀ ਕਰਦੇ ਸੀਗੇ। ਇੱਕ ਫਿਲਮ ਆਈ ਵੀ ਸੀਗੀ ਜਿਹੜੀ 'ਚ ਇਹ MLA ਜਿੱਤ ਜਾਂਦਾ ਬੰਦਾ, ਉਹ ਮੁੱਖ ਮੰਤਰੀ ਬਣ ਜਾਂਦਾ, ਭਾਜੀ ਤੁਸੀਂ ਗ੍ਰੇਟ, ਪਤਾ ਨਹੀਂ ਕੀ ਫਿਲਮ ਦਾ ਨਾਂ ਸੀਗਾ। ਅਤੇ ਉਦੋਂ ਅਸੀਂ ਇਕੱਠੇ ਵਿਚਰਦੇ ਰਹੇ ਆਪਣੇ ਸਟੂਡੀਓ। ਉਦੋਂ ਇਹਨਾਂ ਨੇ ਜਦੋਂ ਮੈਨੂੰ ਫੋਨ ਕੀਤਾ ਇੱਕ ਵਾਰੀ, ਮੈਂ ਉਦੋਂ ਪਿੰਡੋਂ ਆ ਰਿਹਾ ਸੀਗਾ, ਤਾਂ ਕੁਦਰਤ ਮੇਰੀ ਜਗ੍ਹਾ ਵੀ ਯਾਦ ਹੈ, ਭਵਾਨੀਗੜ੍ਹ ਦੇ ਨੇੜੇ ਤੇੜੇ ਕਿਤੇ, ਅਤੇ ਕਹਿੰਦੇ ਵੀ ਦੁਨੀਆ ਜਹਾਨ ਦੀਆਂ ਵਧਾਈਆਂ ਆ ਗਈਆਂ, ਤੁਹਾਡੀਆਂ ਨਹੀਂ ਵਧਾਈਆਂ ਆਈਆਂ। ਮੈਂ ਕਿਹਾ ਇਹੋ ਜਿਹਾ ਕੀ ਤੀਰ ਮਾਰ ਲਿਆ, ਮਤਲਬ ਮੈਂ ਬਹੁਤ ਕੌੜੇ ਸ਼ਬਦ ਬੋਲ ਰਿਹਾ ਅੱਜ, ਉਹ ਸ਼ਖਸੀਅਤ ਦੇ ਮਤਲਬ ਲੈਵਲ ਦੇ ਨਹੀਂ ਹੈਗੇ। ਅਤੇ ਕਹਿੰਦੇ ਕਦੋਂ ਦੀ ਗੱਲ ਹੈ ਇਹ? ਜਦੋਂ PPP ਪਾਰਟੀ ਜੁਆਇਨ ਕੀਤੀ ਹੈ, ਉਦੋਂ ਤੁਸੀਂ ਕਿਹਾ ਵੀ ਇਹੋ ਜਿਹਾ ਕੀ ਤੀਰ ਮਾਰ ਲਿਆ? ਹਾਂ, ਵੀ ਇਹੋ ਜਿਹਾ ਕੀ ਹੈ ਜਿਹਦੇ ਮੈਂ ਵਧਾਈਆਂ ਦੇਵਾਂ। ਉਹ ਕਹਿੰਦੇ ਵੀ PPP ਪਾਰਟੀ ਜੁਆਇਨ ਕਰ ਲਈ। ਤੁਸੀਂ ਖੁਸ਼ ਨਹੀਂ ਸੀਗੇ? ਮੈਂ ਬਿਲਕੁਲ ਖੁਸ਼ ਨਹੀਂ ਸੀਗਾ, ਕਿਉਂਕਿ ਮੈਂ ਇਹਦਾ ਉਹ ਗ੍ਰਾਫ ਦੇਖ ਚੁੱਕਿਆ ਸੀਗਾ ਜਿਹੜਾ ਗ੍ਰਾਫ ਪੂਰੀ। ਤੁਹਾਨੂੰ ਪਾਰਟੀ ਜੁਆਇਨ ਕਰਨ ਦਾ ਫੈਸਲਾ ਠੀਕ ਨਹੀਂ ਲੱਗਿਆ ਜਾਂ ਮਨਪ੍ਰੀਤ ਬਾਦਲ? ਪੋਲਿਟਿਕਸ ਤੁਸੀਂ ਨਹੀਂ ਚਾਹੁੰਦੇ ਸੀ? ਮੈਂ ਨਹੀਂ ਚਾਹੁੰਦਾ ਸੀ ਉਦੋਂ, ਕਿਉਂਕਿ ਪੋਲਿਟਿਕਸ ਦੇ ਕਿਉਂਕਿ ਕਿੱਡਾ ਵੱਡਾ ਸਟਾਰ ਦੇਖ ਚੁੱਕਿਆ ਸੀ ਨਾ ਮੈਂ। ਮੇਰੇ ਕੋਲ ਇਹਨਾਂ ਦੀਆਂ ਕਿੱਡੀਆਂ ਆਫਰਾਂ ਆਉਂਦੀਆਂ ਸੀ, ਫਿਲਮਾਂ ਦੀਆਂ, ਸ਼ੋਆਂ ਦੀਆਂ ਜਾਂ ਹੋਰ। ਦੇਖੋ ਭਾਜੀ ਪੋਲਿਟਿਕਸ ਟੋਕ ਰਿਹਾ ਤੁਹਾਨੂੰ, ਜਿਵੇਂ ਅੱਜ ਬਹੁਤ ਸਾਰੇ ਲੋਕ, ਅੱਜ ਇਹ ਚਰਚਾ ਹੋਈ ਵੀ ਭਗਵੰਤ ਮਾਨ ਦੀ ਜਿਹੜੀ ਪ੍ਰਾਪਰਟੀ ਹੈ ਉਹ ਘਟੀ ਹੈ, ਭਗਵੰਤ ਮਾਨ ਫਾਈਨੈਂਸ਼ੀਅਲ ਤੌਰ 'ਤੇ ਜੋ ਹੋ ਸਕਦਾ ਸੀ ਉਹ ਨਹੀਂ ਹੈ। ਅੱਜ ਦੇ ਦੌਰ 'ਚ ਜੇ ਭਗਵੰਤ ਮਾਨ ਪਿਛਲੇ 10 ਸਾਲਾਂ ਤੋਂ ਸਿਆਸਤ 'ਚ ਨਾ ਹੁੰਦਾ, ਅੱਜ ਜੋ ਫਿਲਮਾਂ ਬਣਦੀਆਂ ਨੇ, ਜਿਸ ਤਰੀਕੇ 'ਤੇ ਅੱਜ ਡਿਜੀਟਲ ਪਲੇਟਫਾਰਮ ਇੰਨੇ ਵੱਡੇ ਹੋ ਗਏ, ਅੱਜ ਭਗਵੰਤ ਮਾਨ ਕੀ ਕਰਦੇ ਫਾਈਨੈਂਸ਼ੀਅਲੀ? ਅੱਜ ਭਗਵੰਤ ਮਾਨ ਕੋਲ ਇੰਨੀਆਂ ਆਫਰਾਂ ਸੀ ਭਾਜੀ, ਕੋਈ TV ਸ਼ੋਅ ਹੁੰਦਾ ਤਾਂ ਜਿਵੇਂ ਕਪਿਲ ਸ਼ਰਮਾ ਦਾ ਸ਼ੋਅ ਹੈ, ਮੋਟੇ ਨੋਟ ਲੈਂਦੇ, ਉਸ ਪੱਧਰ ਦੇ ਸ਼ੋਅ ਕਰਦੇ, ਵੱਡੇ ਬਜਟ ਦੇ ਸ਼ੋਅ ਕਰਦੇ, ਨੈਸ਼ਨਲ ਵੀ ਹੋ ਸਕਦੇ ਸੀ, ਇੰਟਰਨੈਸ਼ਨਲ ਵੀ ਹੋ ਸਕਦੇ ਸੀ। ਠੀਕ, ਭਗਵੰਤ ਮਾਨ ਹੋਰੀ ਫਿਲਮਾਂ ਕਰਦੇ ਤਾਂ ਉਹਨਾਂ ਦੀ ਫੀਸ ਜਿਹੜੀ ਹੈਗੀ ਸਾਰੇ ਪੰਜਾਬੀ ਆਰਟਿਸਟਾਂ ਦੇ ਮੁਕਾਬਲੇ, ਜਿਵੇਂ ਆਪਾਂ ਸੁਣਨ 'ਚ ਆਉਂਦਾ ਕਿ 3-3 ਕਰੋੜ ਲੋਕੀ ਲੈਂਦੇ ਆ, 1.5 ਕਰੋੜ ਲੈਂਦੇ ਆ, ਆਪਾਂ ਸੁਣਦੇ ਆ ਨਾ ਸਾਰੇ ਫਲਾਣਾ ਕਰਨਾ, ਤਾਂ ਉਹਨਾਂ ਦੇ ਵਿੱਚੋਂ ਕੋਈ ਇੱਕ ਬੰਦਾ ਹੁੰਦਾ ਭਗਵੰਤ ਮਾਨ। ਠੀਕ ਹੈ, ਉਸ ਲੈਵਲ ਦਾ ਗ੍ਰਾਫ ਸੀ ਇਹਦਾ। ਮਤਲਬ ਇੱਕ ਫਿਲਮ ਦਾ 1.5-2 ਕਰੋੜ 3 ਕਰੋੜ ਰੁਪਏ ਜਿੰਨੇ ਵੀ ਹੈ ਉਹਦੇ ਸਮਕਾਲੀ ਹੁਣ 25 ਲੱਖ ਤੋਂ ਲੈ ਕੇ 1.5 ਕਰੋੜ ਤੱਕ ਲਈ ਜਾਂਦੇ ਆ, ਪਰ ਉਹਨਾਂ ਸਾਰਿਆਂ ਦੇ ਮੁਕਾਬਲੇ ਇਹਨਾਂ ਦੀ ਫੀਸ ਵੱਧ ਹੋ ਸਕਦੀ ਸੀ, ਕਿਉਂਕਿ ਕਮੇਡੀਅਨ ਕਹਿ ਸਕਦੇ ਆਪਾਂ, ਇੱਕ ਇਹਨਾਂ ਦੀ ਜਿਹੜੀ ਸਕ੍ਰਿਪਟ ਦੀ ਗੱਲ ਕਰਦੇ ਹਾਂ ਉਦੋਂ ਉੱਪਰ ਹੁੰਦੀ ਹੈ। ਉਸ ਗੱਲ ਦੇ ਉੱਤੇ ਮੈਂ ਤਾਂ ਖੁਸ਼ ਨਹੀਂ ਸੀਗਾ ਕਿਉਂਕਿ ਮੈਂ ਇੱਕ ਸੱਭਿਆਚਾਰ ਦੇ ਮਤਲਬ ਵਿਚਰਨ ਵਾਲੇ ਬੰਦੇ ਕਰਕੇ ਇਹਦੀ ਸਾਰੇ ਪਾਸੇ ਮਾਰਕੀਟ ਦੇਖੀ ਹੋਈ ਸੀ। ਜਿਹੜੇ ਇਹਦੇ ਸ਼ੋਆਂ 'ਚ ਕੈਨੇਡਾ ਸਾਡੇ ਸ਼ੋਅ 'ਚ ਆਉਂਦੇ ਸੀ ਬੰਦੇ, ਉਹ ਕਾਂਗਰਸੀ ਵੀ ਹੁੰਦੇ, ਅਕਾਲੀ ਵੀ ਹੁੰਦੇ, ਦੂਜੇ ਵੀ ਹੁੰਦੇ, ਤੀਜੇ ਵੀ ਹੁੰਦੇ। ਮਤਲਬ ਮੈਨੂੰ ਕਿਤੇ ਇਹ ਲੱਗਿਆ ਸੀ ਹੋ ਸਕਦਾ ਮੇਰੀ ਜਿਹੜੀ ਆਪਦੀ ਸੋਚ ਹੈ, ਜਿਹੜੀ ਮੇਰੀ ਆਪਦਾ ਦਾਇਰਾ ਸੋਚ ਦਾ ਉਹ ਘੱਟ ਹੋਵੇ, ਇਹਨਾਂ ਦੀ ਸੋਚ ਉਦੋਂ ਪ੍ਰੌਡ ਹੋਵੇ। ਮੈਨੂੰ ਇਹ ਲੱਗਿਆ ਕਿ ਹਿੱਸਿਆਂ 'ਚ ਵੰਡਿਆ ਜਾਊਗਾ, ਇੱਕ ਬਹੁਤ ਵੱਡਾ ਵਰਗ ਟੁੱਟ ਕੇ ਮਤਲਬ ਪਾਰਟੀਬਾਜ਼ੀ ਵਾਲੇ ਪਾਸੇ ਆ ਜਾਊਗਾ। ਮੈਨੂੰ ਕੋਈ ਮਨਪ੍ਰੀਤ ਬਾਦਲ ਦੀ ਸਿਆਸਤ ਦੇ ਉੱਤੇ ਜਾਂ ਕਟਾਸ ਨਹੀਂ ਮੈਂ ਕਰਦਾ, ਜਾਂ ਮੈਂ PP ਪਾਰਟੀ 'ਤੇ ਕਟਾਸ ਨਹੀਂ ਕਰਦਾ, ਮੈਨੂੰ ਉਹ ਚੀਜ਼ ਵਧੀਆ ਨਹੀਂ ਲੱਗੀ ਸੀ। ਜਿਵੇਂ ਆਪਾਂ ਕਈ ਵਾਰੀ ਕਹਿੰਦੇ ਹਾਂ ਕਿ ਵੀ ਜਿਵੇਂ ਇੱਕ ਵਾਰੀ ਮੈਂ ਆਪਦੀ ਦੱਸਦਾ, ਅਸੀਂ ਕੰਟੈਸਾ ਲੈ ਕੇ ਚਲੇ ਗਏ ਪਿੰਡ, ਪਹਿਲੀ ਵਾਰੀ ਮੱਥਾ ਟੇਕਣ, ਮਤਲਬ ਨਵੀਂ ਲੈਂਦੇ ਮੱਥਾ ਟੇਕਣ ਜਾਂਦੇ ਹੁੰਦੇ, ਸਾਡੇ ਬਾਬਾ ਜੀ ਹੁੰਦੇ 94 ਸਾਲ ਦੇ, ਅਤੇ ਜਾ ਕੇ ਮੈਂ ਬੜੀ ਚਾਈ ਕੰਟੈਸਾ ਗੱਡੀ ਦੇ ਵਿੱਚ ਉਹਨਾਂ ਨੂੰ ਬਿਠਾਇਆ, ਮਿਠਾਈ ਦਿੱਤੀ, ਮੈਂ ਕਿਹਾ ਲਓ ਗੇੜਾ ਕਢਾ ਕੇ ਲੈਣਾ ਸੱਥਾਂ ਜਿਹਾ ਵਿੱਚ। ਉਹ ਚਲੋ ਜੀ ਗੇੜਾ ਵੀ ਕੱਢਿਆ, ਬੜਾ ਖੁਸ਼ ਹੋਏ। ਹੁਣ ਉਹ ਹਲ ਵਾਹੁਣ ਵਾਲੇ ਬੰਦੇ ਤਾਂ ਉੱਤਰ ਕੇ ਮੈਨੂੰ ਕਹਿੰਦੇ ਕਿੰਨੇ ਦੀ ਆਈ ਆ ਇਹ? ਮੈਂ ਕਿਹਾ 4.25 ਲੱਖ ਦੀ। ਉਹਨਾਂ ਨੇ ਮੈਨੂੰ ਗਾਲ ਕੱਢੀ, ਕਹਿੰਦਾ 40 ਕਿੱਲੇ ਜ਼ਮੀਨ ਦੇ ਨਹੀਂ ਲਏ ਜਾਂਦੇ ਸੀ?
ਫਰਕ ਆਪਦੀ ਸੋਚ ਦਾ। ਮੈਨੂੰ ਉਦੋਂ ਇਹ ਲੱਗਿਆ ਕਿ ਪੋਲਿਟਿਕਸ ਬਾਹਲੀ ਵਧੀਆ ਚੀਜ਼ ਨਹੀਂ ਹੈਗੀ। ਮਾਨ ਸਾਹਿਬ ਦਾ ਜਿਵੇਂ ਗ੍ਰਾਫ ਹੈਗਾ ਕਮੇਡੀਅਨ ਵਾਲੇ ਪਾਸੇ, ਇਹ ਬਹੁਤ ਕੁਝ ਕਰ ਸਕਦੇ ਕਿ ਅੱਜ ਆਪਾਂ ਦੇਖ ਹੀ ਰਹੇ ਹਾਂ। ਬਟ ਇਹਨਾਂ ਨੂੰ ਉਹ ਫੈਸਲਾ ਕਿਤੇ ਨਾ ਕਿਤੇ ਠੀਕ ਲੱਗਦਾ ਸੀ। ਜਦੋਂ ਦੁਬਾਰਾ 2014 ਦੇ ਵਿੱਚ ਫਿਰ ਉਹ ਮਨਪ੍ਰੀਤ ਬਾਦਲ ਹੋਰੀ ਉੱਧਰ ਚਲੇ ਗਏ, 2014 ਦੇ ਵਿੱਚ ਮੇਰੇ ਬੇਟੇ ਦਾ ਵਿਆਹ ਸੀ, ਉੱਦੇ ਅਸੀਂ ਇਕੱਠੇ ਹੋਏ, ਤਾਂ ਉੱਦੇ ਫਿਰ ਇਹ ਗੱਲ ਹੋਈ ਕਿ ਵੀ ਮੈਂ ਹੁਣ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਅਤੇ ਵੀ ਹੁਣ ਆਪਾਂ ਇੱਦਾਂ ਸੰਗਰੂਰ ਤੋਂ ਇਲੈਕਸ਼ਨ ਲੜ ਰਹੇ ਹਾਂ। ਉਦੋਂ ਕੁਛ ਗੱਲਾਂ ਇੱਦਾਂ ਦੀਆਂ ਹੋਈਆਂ ਜਿਹੜੀਆਂ ਕਿ ਅੱਜ ਸਾਰੀਆਂ ਪ੍ਰਤੱਖ ਹੋਈਆਂ। ਉਹਨਾਂ ਨੂੰ ਮੈਂ ਹੁਣ ਕੈਮਰੇ ਦੇ ਅੱਗੇ ਲਿਆ ਕੇ ਮਤਲਬ ਇੱਦਾਂ ਨਹੀਂ ਬਣਨਾ ਚਾਹੁੰਦਾ ਕਿ ਵੀ ਮੈਂ ਪੰਡਤ ਹਾਂ ਜੀ, ਜਾਂ ਮੈਂ ਕੋਈ ਪੁੱਛਾ ਦਿੰਦਾ, ਜਾਂ ਮੈਂ ਅਗਾਂਹੋਂ ਮਤਲਬ ਉਹ ਗੱਲਾਂ ਸਾਡੀ ਸਹਿਮਤੀ ਨਾਲ ਹੋਈਆਂ। ਉਹ ਵਧੀਆ ਹੋਇਆ ਕੰਮ, ਅਤੇ ਅੱਜ ਉਹ ਮਤਲਬ ਚੀਫ ਮਿਨਿਸਟਰ। ਬਹੁਤ ਕੁਝ ਗਵਾਇਆ ਵੀ ਭਗਵੰਤ ਮਾਨ ਨੇ, ਨਿੱਜੀ ਜ਼ਿੰਦਗੀ 'ਚ ਬਹੁਤ ਕੁਝ ਦੇਖਿਆ, ਪਰਿਵਾਰਕ ਤੌਰ 'ਤੇ ਬਹੁਤ ਕੁਝ ਐਸਾ ਰਿਹਾ। ਫਿਰ ਇੰਨੇ ਸਾਲ ਤੱਕ ਉਹ ਮਾਨਸਿਕ ਦਬਾਅ ਝੱਲਿਆ, ਪਾਰਟੀਆਂ ਕੋਈ ਸ਼ਰਾਬੀ ਕਹਿ ਕੇ ਬੁਲਾਉਂਦਾ ਰਿਹਾ, ਕੋਈ ਵੀਡੀਓਜ਼ ਇਸ ਤਰ੍ਹਾਂ ਦੀਆਂ ਆਈਆਂ, ਉਹ ਵੀ ਇੱਕ ਦੌਰ ਉਹ ਨੈਗੇਟਿਵ ਹਿੱਸਾ ਰਿਹਾ ਜ਼ਿੰਦਗੀ ਦਾ। ਮੈਨੂੰ ਇਹ ਲੱਗ ਰਿਹਾ ਕਿ ਜਿਹੜੇ ਲੋਕ ਨਾਇਕ ਹੁੰਦੇ ਆ ਨਾ, ਲੋਕ ਗਾਇਕ ਤੋਂ ਉੱਪਰ ਲੋਕ ਨਾਇਕ ਬਣਦਾ, ਲੋਕ ਨਾਇਕ ਜਿਹੜੇ ਹੁੰਦੇ ਆ ਨਾ, ਮੈਨੂੰ ਲੱਗਦਾ ਉਹਨਾਂ ਦੀ ਜ਼ਿੰਦਗੀ ਦੇ ਹਿੱਸੇ ਚੀਜ਼ਾਂ ਆਉਣੀ ਹੁੰਦੀਆਂ ਨੇ। ਉਹਨਾਂ ਨੂੰ ਹਰ ਪਾਸਿਓਂ ਤੀਰ ਲੱਗਣੇ ਹੁੰਦੇ ਆ, ਕਟਾਸ ਸੁਣਨੇ ਪੈਂਦੇ ਆ। ਅੱਜ ਮਾਨ ਸਾਹਿਬ ਕੋਈ ਮਤਲਬ ਮੁੱਖ ਮੰਤਰੀ ਪੰਜਾਬ ਨਹੀਂ, ਉਹ ਲੋਕ ਨਾਇਕ ਨੇ। ਜੇ ਉਹ ਮੈਨੂੰ ਕਿਸੇ ਸੱਜਣ ਨੇ ਕੈਮਰੇ ਦੇ ਉੱਤੇ ਪੁੱਛਿਆ ਸੀ ਕਿ ਤੁਹਾਨੂੰ ਡਰਾਮਾਬਾਜ਼ੀ ਨਹੀਂ ਲੱਗਦੀ ਭਗਤ ਸਿੰਘ ਦੀ ਸੋਚ ਵਾਲੀ, ਠੀਕ ਹੈ, ਮਹੀਨਾ ਪੁਰਾਣੀ ਗੱਲ ਵੀ ਨਹੀਂ ਹੈਗੀ, ਬਟ ਹੁਣ ਉਹ ਲੋਕ ਨਾਇਕ ਦੇ ਤੌਰ 'ਤੇ ਵਿਚਰਿਆ। ਜਿਹੜੇ ਉਹ ਫੁੱਲਾਂ ਦੇ ਫੁੱਲ ਮੁਕਾਤੇ ਲੋਕਾਂ ਨੇ ਪੰਜਾਬ 'ਚੋਂ ਪਿਛਲੇ ਰੋਡ ਸ਼ੋਆਂ ਦੇ ਵਿੱਚ, ਠੀਕ ਹੈ ਜੀ, ਉਹ ਕਿਸੇ ਕਲਾਕਾਰ ਦੇ ਨਾਂ ਤਾਂ ਨਹੀਂ ਮੁੱਕੇ ਕਦੇ, ਉਹ ਇੱਕ ਲੋਕ ਨਾਇਕ ਦੇ ਨਾਂ 'ਤੇ ਉਹ ਜਿੰਨਾ ਕੁਛ ਭਰਪਾਈ ਹੋਣੀ ਸੀ। ਪਰ ਇੱਕ ਸਭ ਤੋਂ ਵੱਡੀ ਗੱਲ ਭਾਜੀ ਮੈਂ ਦੇਖੀ, ਉਹ ਬੰਦਾ ਕਿਸਮ ਦਾ ਧਨੀ ਜਿੱਥੇ ਹੈਗਾ, ਸਬਰ ਸੰਤੋਖ ਵਾਲਾ ਬੰਦਾ ਵੀ ਹੈਗਾ। ਉਹਦਾ ਪਰਿਵਾਰ ਦੇ ਵਾਲੀਆਂ ਗੱਲਾਂ ਸਾਹਮਣੇ ਆਈਆਂ, ਲੋਕਾਂ ਨੇ ਪੁੱਠੇ ਜਜ਼ਬਾਤੀ ਵੀ ਹੈ, ਜਜ਼ਬਾਤੀ, ਬਹੁਤ ਜ਼ਿਆਦਾ ਜਜ਼ਬਾਤੀ। ਜਿਹੜੇ ਹੰਝੂ ਉਹਦੇ ਕਿਰੇ ਨੇ ਨਾ ਜੀ ਹੁਣ ਆ ਪਿਛਲੇ 2 ਮਹੀਨਿਆਂ 'ਚ, ਅਤੇ ਉਹ ਬਿਲਕੁਲ ਰੀਅਲ ਹੰਝੂ ਨੇ। ਉਹ ਕੋਈ ਸਾਡੇ ਉਹ ਪਾ ਕੇ ਨਹੀਂ, ਜਿਵੇਂ ਫਿਲਮਾਂ 'ਚ ਅਸੀਂ ਪਾ ਲੈਂਦੇ ਹੁੰਦੇ ਹਾਂ ਕਿ ਵੀ ਠੀਕ ਆ ਕਰੋ। ਮਾਂ, ਭੈਣ ਅਤੇ ਤਿੰਨਾਂ ਨੇ ਜਿਹੜੀ ਕੰਪੇਨ ਕੀਤੀ ਹੈ, ਉਹਨੂੰ ਮੈਨੂੰ ਤਾਂ ਲੱਗਦਾ ਪੂਰਾ ਪਾਣੀ ਕੱਢਤਾ ਹੋਣਾ ਬੋਡੀ ਦਾ ਇਹਨਾਂ ਨੇ ਅੱਖਾਂ। ਤੁਸੀਂ ਹਰ ਪਲ ਇੰਨੇ ਸਾਲ ਨਾਲ ਦੇਖਿਆ, ਤੁਹਾਨੂੰ ਲੱਗਦਾ ਕਿ ਉਹ ਇੱਕ ਕਮੀ ਅੰਦਰ ਖਲਦੀ ਰਹਿੰਦੀ ਹੈ? ਬੱਚੇ ਦੂਰ ਰਹਿੰਦੇ ਹੈ, ਪਰਿਵਾਰਕ ਤੌਰ 'ਤੇ ਤੁਸੀਂ ਦੂਰ ਹੋ ਗਏ, ਜਿਸ ਵੇਲੇ ਜ਼ਿੰਦਗੀ ਦੇ ਸਭ ਤੋਂ ਵੱਡੇ ਫੈਸਲੇ ਲਏ ਜਾ ਰਹੇ ਸੀਗੇ ਉਸ ਵੇਲੇ ਉਹ ਨਹੀਂ ਸੀਗੇ। ਭਾਜੀ ਉਹ ਤਾਂ ਦੇਖੋ ਹਰੇਕ ਇਨਸਾਨ ਦੇ ਹੁੰਦਾ। ਮੈਂ ਖੁਦ ਆਪਦੀ ਹੰਢਾਈ ਹੈ ਨਾ। ਜਦੋਂ ਮੇਰੇ ਬੱਚੇ ਬਾਹਰ ਸੀ, ਆਸਟ੍ਰੇਲੀਆ ਪੜ੍ਹਦੇ ਹੁੰਦੇ, ਤਾਂ ਮੈਨੂੰ ਪਤਾ ਦਿਨ ਕਿਹੋ ਜਿਹੇ ਹੁੰਦੇ ਆ। ਬੱਚਿਆਂ ਦੀ ਮਾਂ ਵੀ ਉੱਥੇ ਬੱਚਿਆਂ ਕੋਲ ਚੱਲ ਜਾਂਦੀ ਹੈ, ਤੁਸੀਂ ਇਕੱਲੇ ਹੁੰਦੇ ਹੋ, ਠੀਕ ਹੈ। ਉਹ ਭਾਜੀ ਉਹ ਜਿਹੜਾ ਜ਼ਖਮ ਹੈ ਨਾ, ਉਹ ਜ਼ਖਮ 'ਤੇ ਕੋਈ ਮੱਲਮ ਕੰਮ ਨਹੀਂ ਕਰਦੀ। ਜਿਹੜਾ ਉਹ ਜ਼ਖਮ ਹੈ, ਦੂਰੀਆਂ ਵਾਲਾ ਜ਼ਖਮ ਹੈ। ਹੋਇਆ ਕੁਛ ਵੀ ਹੋਊਗਾ ਪਰਿਵਾਰਾਂ ਦੇ ਵਿੱਚ, ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਵੀ ਊਚ ਨੀਚ ਹੋ ਜਾਂਦੀ ਹੈ ਗੱਲ ਦੀ, ਹੋਇਆ ਕੁਛ ਵੀ ਹੋਊਗਾ, ਪਰ ਉਹ ਐਡਾ ਮੇਜਰ ਨਹੀਂ ਹੋਇਆ ਹੋਊਗਾ ਜਿਹੜਾ ਕਿ ਐਡਾ ਸੰਤਾਪ ਇੱਕ ਐਡੇ ਵੱਡੇ ਲੋਕ ਨਾਇਕ ਨੂੰ, ਇੱਕ ਐਡੇ ਵੱਡੇ ਸਟਾਰ ਨੂੰ, ਇੱਕ ਪੰਜਾਬੀਆਂ ਨੂੰ ਸੇਧ ਦੇਣ ਵਾਲੇ ਬੰਦੇ ਨੂੰ ਭੁਗਤਣਾ ਪਿਆ। ਕੋਈ ਨਾ ਕੋਈ ਇਹੋ ਜਿਹੀ ਜ਼ਰੂਰ ਕਾਂਜੀ ਘੋਲੀ ਹੋਊਗੀ ਕਿਸੇ ਨੇ ਦੁੱਧ ਦੇ ਵਿੱਚ ਕਿ ਜਿਹੜਾ ਮਤਲਬ ਮਾਨ ਸਾਹਿਬ ਨੂੰ ਬਹੁਤ ਡਿਸਟਰਬ ਕਰ। ਤੁਹਾਡੀ ਕੋਸ਼ਿਸ਼ ਰਹੀ ਹੈ ਕਿ ਚੀਜ਼ਾਂ ਫਿਰ ਠੀਕ ਹੋ ਜਾਣ, ਦਰੁਸਤ ਹੋ ਜਾਣ? ਨਹੀਂ, ਮੇਰੀ ਕੋਸ਼ਿਸ਼ ਰਹੀ ਹੈ। ਮੈਂ ਤਾਂ ਹੁਣ ਵੀ ਇਹੀ ਦੁਆ ਕਰਦਾ ਕਿ ਪਰਿਵਾਰ ਜੋ ਕਿ ਹੱਸਦਾ ਵੱਸਦਾ ਪਰਿਵਾਰ ਹੋਵੇ, ਸਭ ਕੁਛ ਹੋਵੇ। ਇਮੋਸ਼ਨ ਉਸ ਦਿਨ ਕੀ ਸੀ? ਬੱਚੇ ਦੋਵੇਂ ਆਏ ਆ, ਤੁਸੀਂ ਉੱਥੇ ਹੋਵੋਗੇ। ਇਹ ਇਮੋਸ਼ਨ ਉਹਨਾਂ ਇਮੋਸ਼ਨਾਂ ਦਾ ਮਤਲਬ ਇੱਕ ਰਿਜ਼ਲਟ ਸੀਗਾ, ਜਿਹੜੇ ਇਮੋਸ਼ਨਾਂ ਦੇ ਪ੍ਰਤੀ ਮੈਂ ਔਨ ਕੈਮਰਾ ਗੱਲ ਨਹੀਂ ਕਰ ਸਕਦਾ। ਕਈ ਮਹੀਨੇ ਪਹਿਲਾਂ ਟੁੱਟ ਕੇ ਆਏ ਸੀਗੇ, ਮਤਲਬ 7 ਸਮੁੰਦਰ ਪਾਰ ਤੋਂ ਜਾ ਕੇ, ਜਿਹਦੇ ਕਰਕੇ ਆਪਾਂ ਇੱਥੇ ਬਹੁਤ ਲੋਕਾਂ ਨੂੰ ਮੌਕਾ ਦਿੱਤਾ ਕਿ ਜੀ ਇਹ ਜੀ ਸ਼ਰਾਬੀ ਹੈ, ਦੇਖੋ ਜੀ ਕਿਵੇਂ ਗੱਡੀਆਂ 'ਚ ਲਿਟ ਰਿਹਾ। ਭਾਜੀ ਜਜ਼ਬਾਤ ਹਰੇਕ ਬੰਦੇ ਦੇ ਅੰਦਰ ਨੇ, ਠੀਕ ਹੈ ਜੀ। ਜਿਹੜਾ ਇਮੋਸ਼ਨਲੀ ਬੰਦਾ, ਉਹਦੇ ਜਜ਼ਬਾਤਾਂ ਨੂੰ ਜਦੋਂ ਸੱਟ ਵੱਜਦੀ ਹੈ ਕਿਸੇ ਵੀ ਰੂਪ 'ਚ ਵੱਜੇ, ਠੀਕ ਹੈ ਜੀ, ਉਹ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ। ਲੋਕਾਂ ਨੇ ਡਾਈਵੋਰਸ ਤੱਕ ਦਾ ਵੀ ਮਜ਼ਾਕ ਉਡਾਇਆ। ਆਹ ਜਿਹੜੀ ਕੋਠੀ ਜਿੱਥੇ ਤੁਸੀਂ ਜਾਂਦੇ ਵੀ ਰਹੇ ਹੋਗੇ, 3 ਫੇਸ ਵਾਲੀ, ਮੇਰੇ ਸਾਹਮਣੇ ਆਪਦੀਆਂ ਕੈਸਟਾਂ ਦੀ ਕਮਾਈ 'ਚੋਂ ਕੋਠੀ ਖਰੀਦੀ, ਠੀਕ ਹੈ ਜੀ। ਅੱਜ ਉਹ ਕਿਰਾਏ ਦੇ ਘਰ 'ਚ ਬੈਠੇ ਨੇ। ਕੋਈ ਬੰਦਾ ਦੁਨੀਆ ਦਾ ਅੱਜ ਤੱਕ, ਮਤਲਬ ਮੈਂ ਅੱਜ ਜਿਹੜੀ ਵੀ ਤਰੀਕ ਨੂੰ ਆਪਾਂ ਬੈਠੇ ਹਾਂ, ਠੀਕ ਹੈ ਜੀ, 26 ਤਰੀਕ ਅੱਜ ਸ਼ਾਇਦ ਹੈਗੀ, 27 ਹੈ, ਕਿੰਨੀ ਹੈ, ਕੋਈ ਬੰਦਾ ਇਹ ਸਾਬਤ ਕਰ ਦੇਵੇ ਕਿ ਵੀ ਮਾਨ ਸਾਹਿਬ ਦੀ ਕੋਈ ਲੁਕਮੀ ਪ੍ਰਾਪਰਟੀ ਹੈ, ਬਿਲਕੁਲ, ਠੀਕ ਹੈ ਜੀ, ਤਾਂ ਸਭ ਤੋਂ ਪਹਿਲਾਂ ਮੈਂ ਇਸ ਗੱਲ ਦੀ ਬਹਿਸ ਕਰੂੰਗਾ ਵੀ ਦੱਸ ਤੈਂ ਕਿਉਂ ਨਹੀਂ ਡਿਕਲੇਅਰ ਕੀਤੀ। ਉਹ ਇਨਸਾਨ ਉਦੋਂ ਜਦੋਂ ਤੋਂ ਉਹਨੇ ਕੰਮ ਛੱਡਿਆ ਆਪਦਾ, 2003 ਤੋਂ ਲੈ ਕੇ ਥੋੜ੍ਹਾ ਸਲੋ ਕਰਤਾ ਸੀ ਕੰਮ, ਭਾਜੀ ਉਦੋਂ ਉਹ ਸਭ ਤੋਂ ਵੱਧ ਪੈਸੇ ਲੈਣ ਵਾਲਾ ਕਮੇਡੀਅਨ ਸੀ ਕੈਸਟਾਂ ਦੇ, ਸਭ ਤੋਂ ਵੱਧ ਪੈਸੇ ਲੈਣ ਵਾਲਾ ਕਮੇਡੀਅਨ ਸੀਗਾ। ਉਦੋਂ ਉਹਦੇ ਕੋਲ ਆਪਦੀ ਕੋਠੀ ਵੀ ਸੀ, ਬੈਂਕ ਬੈਲੈਂਸ ਵੀ ਸੀ, ਸ਼ੋਅਰੂਮ ਵੀ ਸੀਗੇ, ਅਤੇ ਉਹਦੇ ਕੋਲ ਪਿੰਡ ਥੋੜ੍ਹੀ ਮੋਟੀ ਜ਼ਮੀਨ ਵੀ ਖਰੀਦੀ ਹੋਈ ਸੀ। ਵਿਕਿਆ, ਚੀਜ਼ਾਂ ਵਿਕ ਗਈਆਂ ਭਾਜੀ। ਪੈਸਾ ਦੇਖੋ, ਉਹ ਫੰਡ ਦਾ ਕਿਸੇ ਤੋਂ ਲਿਆ ਨਹੀਂ, ਕਿਸੇ ਵੀ ਕੰਮ ਵਾਲੇ ਫੰਡ ਦਾ ਕੋਈ ਲਿਆ ਨਹੀਂ। ਕੋਈ ਬੰਦਾ ਕਹੇ ਜੀ ਮੈਂ ਫੰਡ ਦੇ ਕੇ ਆਇਆ ਸੀਗਾ ਜੀ, ਔਰ ਇੰਨੇ ਮਤਲਬ ਕਰੋੜਾਂ ਦੀਆਂ ਗੱਲਾਂ ਕਰ ਲਈਏ। ਤੁਹਾਨੂੰ ਲੱਗਦਾ ਇਹ ਕੁਦਰਤੀ ਵੀ ਹੁੰਦਾ ਜੇ ਕੋਈ ਇਸ ਰਾਹ ਵੱਲੋਂ ਤੁਰੇ, ਔਰ ਜੇ ਉਹ ਸੱਚੇ ਸੁੱਚੇ ਹੋ ਕੇ, ਔਰ ਤੁਸੀਂ ਗਵਾਹੀ ਭਰ ਰਹੇ ਹੋ ਇਸ ਗੱਲ ਦੀ,
ਬਿਲਕੁਲ ਕਿ ਉਹ ਬਿਲਕੁਲ ਸੱਚੇ ਸੁੱਚੇ ਔਰ ਕੋਈ ਕਾਂਡ ਨਹੀਂ ਹੈਗੀ, ਤਾਂ ਸ਼ਾਇਦ ਪ੍ਰਮਾਤਮਾ ਵੀ ਉਸ ਰਾਹ ਤੇ ਤੁਰੇ ਨੂੰ ਉਹਨਾਂ ਨੇ ਗੁਰੂ ਨੇ ਫਲ ਦਿੱਤਾ। ਪਰਮਾਤਮਾ ਨੇ ਐਤਕੀ ਉਹ ਵਰਤਾਰਾ ਵਰਤਾਇਆ। ਹੂੰ ਐਤਕੀ ਇਲੈਕਸ਼ਨ ਕੀ ਹੈ? ਐਤਕੀ ਇਲੈਕਸ਼ਨ ਕੋਈ ਇਦਾਂ ਦੀ ਇਲੈਕਸ਼ਨ ਨਹੀਂ ਹੋਈ, ਮਤਲਬ ਇਹ ਸਾਡੇ ਦੁਨੀਆ ਦੇ ਮਤਲਬ ਪੰਜਾਬੀ ਇਲੈਕਸ਼ਨ ਦੇ ਇਤਿਹਾਸ 'ਚ ਇੱਕ ਅਲੱਗ ਤਰ੍ਹਾਂ ਦੀ ਇਲੈਕਸ਼ਨ ਤਾਂ ਹੈ ਕਿ ਐਤਕੀ ਕੁਦਰਤ ਨੇ ਵਰਤਾਰਾ ਵਰਤਾਇਆ। ਹੂੰ ਸਾਡੇ ਕਈ ਸੱਜਣਾਂ ਨੇ, ਕਈ ਮਤਲਬ ਪੋਲੀਟੀਸ਼ੀਅਨਾਂ ਨੇ, ਕਈ ਲੋਕਾਂ ਨੇ ਕੁਦਰਤ ਨੂੰ ਕਹਿਤਾ ਕਿ ਜਿਹਦਾ ਕੁਛ ਨਹੀਂ ਹੋ, ਜਿਹਨੇ ਕੁਛ ਕੀਤਾ ਉਹਦਾ ਕੱਖ ਨਾ ਰਹੇ। ਠੀਕ ਹੈ, ਜਿਹਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਆ ਉਹਨੇ ਕਹਿਤਾ ਜੀ ਮਤਲਬ ਮੇਰੇ ਆਪਦੇ ਮੰਤਰੀ ਮੈਂ ਲੀਡਰ ਨਹੀਂ ਹੈਗਾ, ਮੈਂ ਆਮ ਆਦਮੀ ਪਾਰਟੀ ਦਾ ਮੈਂਬਰ ਵੀ ਨਹੀਂ ਹੈਗਾ। ਬਟ ਜਦੋਂ ਕੁਦਰਤ ਵਰਤਾਰਾ ਵਰਤਾਉਂਦੀ ਹੈ ਨਾ ਭਾਜੀ, ਫਿਰ ਅਸੀਂ ਤਾਂ ਗੁਰੂ ਸਾਹਿਬ ਦੀ ਫੌਜ ਹੈਗੇ, ਅਸੀਂ ਤਾਂ ਕਹਿੰਦੇ ਹਾਂ ਵੀ 40 ਸਵਾ ਲੱਖ ਸੇਕ ਲਡਾਊਂ। ਐਤਕੀ ਜਿਹੜਾ ਬੁੱਧੀ ਵਰਤੀ, ਜਿਹੜੇ ਚਿੱਪ ਲੱਗੀ ਨਾ EVM ਦੀ ਚਿੱਪ, ਐਤਕੀ ਕੋਈ ਉੱਤੋਂ EVM ਦੀਆਂ ਚਿੱਪਾਂ ਨਹੀਂ ਬਣ ਕੇ ਆਈਆਂ, ਚਿੱਪ ਇੱਥੇ ਫਿੱਟ ਹੋਈ। ਠੀਕ ਹੈ ਜੀ, ਉਹਨੇ ਅੱਖਾਂ 'ਚ ਝੰਡਾਤੀਆਂ ਕਿ ਨਹੀਂ ਜੀ ਹੱਕ ਇੱਥੇ ਬਣਦਾ। ਜਮੀਰ ਨੇ ਕੰਮ ਕੀਤਾ, ਜਮੀਰ ਨੇ ਜਿਹੜੀ ਇੰਸਟਰਕਸ਼ਨਾਂ ਦਿੱਤੀਆਂ ਉਂਗਲ ਨੂੰ ਤਾਂ ਬ੍ਰੇਨ ਦੇ ਥਰੂ, ਤਾਂ ਉਹ ਝਾੜੂ 'ਤੇ ਗਈਆਂ। ਉੱਥੇ ਨਾ ਕਿਸੇ ਨੇ ਕੋਈ ਫਲਾਣਾ ਸਿੰਘ ਦੇਖਿਆ, ਨਾ ਫਲਾਣਾ ਕੌਰ ਦੇਖੀ, ਨਾ ਫਲਾਣਾ ਕੁਮਾਰ ਦੇਖਿਆ, ਸਿਰਫ ਔਰ ਸਿਰਫ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਦੇਖੇ। ਤਬਦੀਲੀ ਆਊਗੀ ਤੁਹਾਨੂੰ ਲੱਗਦਾ? ਤਬਦੀਲੀ ਆਸਵੰਦ ਹੋ ਤੁਸੀਂ? ਦੇਖੋ ਜੀ, ਮੈਂ ਉਸ ਇਨਸਾਨ ਨੂੰ ਬਹੁਤ ਨੇੜਿਓਂ ਜਾਣਦਾ। ਠੀਕ ਹੈ ਜੀ, ਇੱਕ ਤਾਂ ਉਹ ਇਨਸਾਨ ਸੱਚੀ ਮੁੱਚੀ ਸਿਹਰਦਾ ਹੈਗਾ ਕਿ ਵੀ ਪੰਜਾਬ ਦਾ ਕੁਛ ਬਣੇ। ਠੀਕ ਹੈ ਜੀ, ਉਹਦੀਆਂ ਅੱਖਾਂ ਦਾ ਪਾਣੀ ਮਤਲਬ ਗਲੈਸਰੀਨ ਪਾ ਕੇ ਵਾਲਾ ਪਾਣੀ ਨਹੀਂ ਹੈਗਾ, ਅਤੇ ਉਹ ਜੋ ਕਰਨਾ ਚਾਹੁੰਦਾ ਸੀਗਾ ਜਾਂ ਕਰਨਾ ਚਾਹੁੰਦਾ, ਉਹਨੂੰ ਆਹ ਪਾਵਰ ਚਾਹੀਦੀ ਸੀਗੀ। ਠੀਕ, ਉਹ ਮੈਂ ਪਹਿਲਾਂ ਵੀ ਗੱਲ ਕਰੀ ਆ, ਤੁਹਾਡੇ ਨਾਲ ਦੂਜੀ ਵਾਰੀ ਕਰ, ਮੈਂ ਹਰੇਕ ਚੈਨਲ 'ਤੇ ਗੱਲ ਕਰੂੰ, ਸਾਰੇ ਚਾਹੇ ਇਹਨੂੰ ਕਰ ਲੈਣ। ਮਾਨ ਸਾਹਿਬ ਜਦੋਂ ਪੰਜਾਬੀਅਤ ਨਾਲ ਕਿਤੇ ਧੱਕਾ ਹੁੰਦਾ ਨਜ਼ਰ ਆਊਗਾ, ਠੀਕ ਹੈ ਜੀ, ਉਹ ਬੰਦਾ ਸਾਡਾ ਸਿਰ ਨੀਵਾਂ ਨਹੀਂ ਕਰਵਾਊਗਾ, ਇਹ ਮੈਂ ਗਰੰਟੀ ਲੈਂਦਾ। ਇੱਕ ਚੀਜ਼। ਦੂਜੀ ਚੀਜ਼, ਉਸ ਬੰਦੇ ਨੇ ਅੱਜ ਤੱਕ ਕੋਈ ਇਹੋ ਜਿਹਾ ਨਹੀਂ ਕੀਤਾ ਕਿ ਜਿਹਦੇ ਨਾਲ ਪਿਛਲੇ 30 ਸਾਲ ਦੇ 31 ਸਾਲ ਦੇ ਕੈਰੀਅਰ 'ਚ ਪੰਜਾਬ ਨੂੰ ਢਾਹ ਲੱਗੀ ਹੋਵੇ ਵੀ ਇਹਦੇ ਕਰਕੇ ਇਹ ਹੋ ਗਿਆ ਜੀ। ਇੱਕ ਉਹ ਕੋਈ ਫੇਕ ਪਲੈਨਿੰਗਾਂ ਕਰਕੇ ਸ਼ੋਹਰਤ ਖੱਟਣ ਵਾਲਿਆਂ 'ਚ ਨਹੀਂ ਹੈਗਾ, ਕਿ ਉਹਨੂੰ ਸ਼ੋਹਰਤ ਪਰਮਾਤਮਾ ਨੇ ਪਹਿਲੇ ਦਿਨ ਦਿੱਤੀ ਹੈ। ਜਿਹੜਾ ਉਹ ਪਰਿਵਾਰ ਟੁੱਟਣ ਵਾਲੀ ਗੱਲ ਹੈ, ਉਹ ਦਰਦ ਹੈਗਾ ਭਾਜੀ, ਉਹ ਤਾਂ ਹਰੇਕ ਦੇ ਹੁੰਦਾ। ਉਹ ਜੇ ਬੰਦੇ 'ਤੇ ਉਹ ਦਰਦ ਨਹੀਂ, ਫਿਰ ਉਹ ਇਨਸਾਨ ਨਹੀਂ ਹੈਗਾ। ਫਿਰ ਅਸੀਂ ਜੇ ਮੈਨੂੰ ਸਭ ਤੋਂ ਵੱਡਾ ਦੁੱਖ ਇਹ ਹੋਇਆ, ਸਾਡੀ ਸਿਆਸਤ ਦੇ ਵਿੱਚ ਇੰਨਾ ਨਿਘਾਰ ਆ ਗਿਆ ਭਾਜੀ, ਤੁਸੀਂ ਬੰਦੇ ਦੀਆਂ ਪਰਸਨਲ ਚੀਜ਼ਾਂ ਤੱਕ ਵੀ ਜਾਣਦੇ ਹੋ। ਜੇ ਤੁਸੀਂ ਮੈਨੂੰ ਖੁੱਲ੍ਹ ਦਿਓ ਇੱਕ ਗੱਲ ਕਰਨ ਦੀ, ਮੈਂ ਇੰਨਾ ਜ਼ਿਆਦਾ ਦੁਖੀ ਹੋਇਆ ਉੱਦਾਂ। ਮਾਨ ਸਾਹਿਬ ਨੂੰ ਤੁਸੀਂ ਪਲ ਪਲ ਦੇਖਿਆ, ਜਿਵੇਂ ਤੁਸੀਂ ਪਹਿਲਾਂ ਕਿਸਾਨ ਅੰਦੋਲਨ ਨੂੰ ਤੁਸੀਂ ਪਲ ਪਲ ਵਾਚਿਆ, ਪਲ ਪਲ ਕੀਤਾ, ਵੱਡਾ ਕ੍ਰੈਡਿਟ ਜਾਂਦਾ ਤੁਹਾਡੇ ਚੈਨਲ ਨੂੰ, ਅਤੇ ਤੁਹਾਨੂੰ ਆਪਾਂ ਇੱਥੇ ਮਿਕਸ ਨਹੀਂ ਕਰਦੇ ਚੀਜ਼ਾਂ, ਕਿ ਤੁਸੀਂ ਉਹਨੂੰ ਇੰਨਾ ਵਧੀਆ ਕਵਰ ਕੀਤਾ ਤਾਂ ਇਹ ਐਪ ਕ੍ਰੀਏਟ ਹੋਈ। ਮਾਨ ਸਾਹਿਬ ਦੀ ਵੀ ਤੁਸੀਂ ਇਕੱਲੀ ਮੂਵਮੈਂਟ ਕੀਤੀ, ਸਾਰੀ ਮੀਡੀਆ ਨੇ ਕੀਤੀ। ਇਸ ਪੱਖੋਂ ਮੈਂ ਮੀਡੀਆ ਦਾ ਵੀ ਧੰਨਵਾਦ ਕਰਦਾ ਭਾਜੀ। ਜਿੱਦਾਂ ਇੱਥੇ 18 ਤਰੀਕ ਨੂੰ ਆਪਾਂ ਸਾਰੇ ਇਕੱਠੇ ਸੀਗੇ, 9 ਅਨਾਉਂਸ ਹੋਇਆ, ਕੇਜਰੀਵਾਲ ਸਾਹਿਬ ਨੇ ਅਨਾਉਂਸ ਕੀਤਾ, ਉਦੋਂ 1 ਜਾਂ 2 ਦਿਨ ਬਾਅਦ ਸੰਗਰੂਰ ਤੋਂ ਧੂਰੀ ਤੱਕ ਜਾਣਾ ਸੀ। ਧੂਰੀ ਕੰਸਟੀਚੁਐਂਸੀ ਸੀ, ਰਸਤੇ 'ਚ ਕਾਂਝ ਵਾਲਾ ਪਿੰਡ ਪੈਂਦਾ, ਕਾਂਝ ਵਾਲੇ ਵੀਰ ਦੀ ਘੁੰਮ ਕੇ ਇਹਨਾਂ ਨੇ ਜਾਣਾ ਸੀ, ਉੱਥੇ ਮੱਥਾ ਟੇਕਣਾ ਸੀ। ਉੱਥੇ ਫੁੱਲਾਂ ਦੀ ਜਿਹੜੀ ਮਤਲਬ ਪੱਤੀਆਂ ਦੀ ਵਰਖਾ ਆਪਾਂ ਦੇਖੀ, ਜਿਵੇਂ ਪਿੰਡਾਂ 'ਚ ਲੱਡੂ ਵੱਟਦੇ ਆ, ਮੈਂ ਆਪ ਫੁੱਲ ਭੋਰ ਦੇ ਲੋਕੀ ਵੀਡੀਓ ਪਾਉਂਦੇ ਦੇਖੇ ਹੈ ਨਾ ਜੀ। ਅਤੇ ਉਹ ਲੋਕਾਂ ਨੇ ਕਰਨੇ ਸੀ, ਸਤਿਕਾਰ ਹੁੰਦਾ ਇੱਕ ਆਪਦੇ ਨੇਤਾ ਦਾ, ਠੀਕ ਹੈ ਜੀ, ਉਹ ਹੁੰਦਾ ਗਿਆ। ਹੁਣ ਮੈਂ ਆਹ ਸੀਟ 'ਤੇ ਬੈਠਿਆ, ਤੁਹਾਡੇ ਇੱਥੇ ਕੋਈ ਸ਼ੋਅ ਦੇ ਵਿੱਚ ਇੱਦਾਂ ਦਾ ਹੋਵੇ ਜਦੋਂ ਜਰਨੈਲ ਘਮਾਣ ਆਹ ਕੋਈ ਗੱਲ ਬੋਲੂ, ਉਦੋਂ ਫੁੱਲ ਬਰਸਾਉਣੇ ਨੇ, ਠੀਕ ਹੈ ਜੀ, ਤਾਂ ਫੁੱਲ ਬਰਸਾਏ, ਵਿੱਚੋਂ ਆਪਾਂ ਚਾਹ ਪੀਣ ਲੱਗ ਗਏ, ਮੈਂ ਉੱਠਿਆ ਤਾਂ ਬਹਿ ਗਿਆ ਯੁਕਰੇ, ਤਾਂ ਮੇਰੇ ਜਿਹੜੇ ਉਹ ਫੁੱਲਾਂ ਦੇ ਪੱਤੀਆਂ ਹੈਗੀਆਂ, ਜਿਹੜਾ ਉਹਦੇ ਰਸ ਦਬ ਜਾਣਾ ਤਾਂ ਮੇਰੇ ਕੱਪੜਿਆਂ 'ਤੇ ਲੱਗੂਗਾ ਨਾ ਭਾਜੀ। ਉਹ ਸੀਟ ਦੇ ਉੱਤੇ ਇੰਨੇ ਫੁੱਲ ਇਕੱਠੇ ਹੋ ਗਏ, ਤਾਂ ਉਹ ਫੁੱਲਾਂ ਦੇ ਉੱਤੇ ਉਹ ਬੈਠੇ, ਸਾਫ ਸੁਥਰਾ ਕਰਦੇ ਰਹੇ, ਉਹਨਾਂ ਦੀ ਮਤਲਬ ਕੁੜਤੇ ਦੇ ਉੱਤੇ ਨਾ ਉਹ ਸਾਰਾ ਕੁਛ ਉਹ ਫੁੱਲਾਂ ਦਾ ਰਸ ਜਿਹਾ ਲੱਗ ਗਿਆ। ਇੱਕ ਕਿਸੇ ਪੱਤਰਕਾਰ ਨੇ ਹਲਕੇ ਲੈਵਲ ਦੀ ਪੱਤਰਕਾਰਤਾ ਦਿਖਾਈ, ਉਹਦਾ ਸ਼ਬਦ ਕੀ ਜੋੜਿਆ ਕਿ ਸ਼ਰਾਬੀ ਦਾ ਜਿਹੜਾ, ਮੈਂ ਸ਼ਬਦ ਨਹੀਂ ਲੈ ਸਕਦਾ ਕਿਉਂਕਿ ਕੈਮਰੇ ਦੇ ਕਾਦੋਂ ਹੁੰਦਾ, ਤਾਂ ਉਹਦੇ ਗੱਲ ਨਾਲ ਜੋੜੀ ਕਿ ਭਾਜੀ ਉਹ ਬੰਦਾ ਭਗਵੰਤ ਸਿੰਘ ਮਾਨ ਸਾਹਿਬ ਇਸ ਟਾਈਮ ਦਾ CM ਪੰਜਾਬ ਹੈ, ਉਹ ਭਾਜੀ 7 ਸਟਾਰ ਹੋਟਲਾਂ 'ਚ ਰਿਹਾ ਹੋਇਆ ਬੰਦਾ, ਬਿਜ਼ਨਸ ਕਲਾਸ ਦੀਆਂ ਟਿਕਟਾਂ ਦੇ ਉੱਤੇ ਉਹਨੇ ਸਫ਼ਰ ਕੀਤਾ, ਕੈਨੇਡਾ ਅਮਰੀਕਾ ਪੂਰੀ ਦੁਨੀਆ ਘੁੰਮਿਆ ਹੋਇਆ ਬੰਦਾ ਹੈ। ਉਹ ਭੂਸ਼ਣ ਕੁਮਾਰ ਤੱਕ ਉਹਨੇ ਕੰਮ ਕੀਤਾ ਹੋਇਆ, ਉਹਨੇ ਕੁਮਾਰ ਤਰਾਨੀ ਤੱਕ ਕੰਮ ਕੀਤਾ ਹੋਇਆ, ਉਹਨੇ ਕਿਸ ਬੰਦੇ ਨਾਲ ਤੱਕ ਨਹੀਂ ਕੰਮ ਕੀਤਾ ਹੋਇਆ। ਉਸ ਬੰਦੇ ਨੂੰ ਇੰਨੀ ਨੌਲੇਜ ਨਹੀਂ ਹੈਗੀ ਕਿ ਜੇ ਮੈਂ ਵੀ ਆਹ ਲੋਕਾਂ 'ਚ ਜਾ ਰਿਹਾ, ਤਾਂ ਜੇ ਮੈਨੂੰ ਕਿਤੇ ਨਾ ਕਿਤੇ ਮਾੜਾ ਮੋਟਾ ਕੁਛ ਹੁੰਦਾ, ਕਿਸੇ ਤਰੀਕੇ ਦੀ ਹਾਜਤ ਹੁੰਦੀ ਹੈ, ਮੈਂ ਜਾਵਾਂ ਤਾਂ ਜਾ ਕੇ ਮੈਂ ਬਾਥਰੂਮ ਜਾ ਕੇ ਕਰਕੇ ਆਵਾਂ, ਕਿਤੇ ਗੱਡੀ ਰੁਕਵਾਂ ਪੈਟਰੋਲ ਪੰਪ 'ਤੇ, ਮਤਲਬ ਉਹ ਚੀਜ਼ਾਂ ਤੱਕ ਵੀ ਨਹੀਂ ਛੱਡਿਆ ਭਾਜੀ ਲੋਕਾਂ ਨੇ, ਪਰਿਵਾਰ ਦੇ ਰਿਸ਼ਤਿਆਂ ਤੱਕ ਨਹੀਂ ਛੱਡਿਆ। ਪਰ ਫਿਰ ਵੀ ਉਹਦੇ ਪਿੱਛੇ ਕੋਈ ਹੋਰ ਤਾਕਤ ਕੰਮ ਕਰਦੀ ਸੀ, ਉਹਦਾ ਸੱਤ ਕੰਮ ਕਰਦਾ ਸੀ, ਜਾਂ ਉਹਦਾ ਕਿਸਮਤ ਕੰਮ ਕਰਦੀ ਸੀ, ਉਹਦਾ ਕਿਸਮਤ ਦਾ ਧਨੀਪਣਾ ਕੰਮ ਕਰਦਾ ਸੀ। ਅੱਜ ਮੁੱਖ ਮੰਤਰੀ ਪੰਜਾਬ ਹੈ। ਬਹੁਤ ਕਮਾਲ ਦੀਆਂ ਤੁਸੀਂ ਇਹ ਗੱਲਾਂ ਦੱਸੀਆਂ ਨੇ, ਪਰਿਵਾਰਕ ਤੌਰ 'ਤੇ ਵੀ, ਔਰ ਮਾਤਾ ਦਾ ਵੀ ਆਈਮ ਸ਼ੋਰ, ਉਹਨਾਂ ਦੀ ਮਦਰ ਦਾ ਵੀ ਬੜਾ ਵੱਡਾ ਇਹਦੇ 'ਚ ਜ਼ਿੰਦਗੀ 'ਚ ਮਾਂ ਦਾ ਯੋਗਦਾਨ ਰਹਿੰਦਾ ਹੀ ਹੈ। ਉਹ ਪਿਤਾ ਨੂੰ ਬਹੁਤ ਯਾਦ ਕਰਦੇ, ਆਪਦੇ ਪਿਓ ਦੀ ਗੱਲ ਜ਼ਰੂਰ
ਅਕਸਰ ਹੀ ਜਦੋਂ ਵੀ ਉਹ ਗੱਲ ਕਰਦੇ ਹੈ ਤਾਂ ਇੱਕ ਪਰਿਵਾਰਕ ਤੌਰ 'ਤੇ ਸਾਥ ਰਿਹਾ, ਪਰ ਤੁਸੀਂ ਜੋ ਗੱਲਾਂ ਦੱਸੀਆਂ ਨੇ ਉਹਦੇ ਵਾਸਤੇ ਅਸੀਂ ਰਿਣੀ ਹਾਂ ਤੁਹਾਡੇ ਕਿ ਤੁਸੀਂ ਆਏ ਸਟੂਡੀਓ ਦੇ ਵਿੱਚ ਔਰ ਗੱਲਬਾਤ ਕੀਤੀ। ਘੁਮਾਨ ਸਾਹਿਬ ਬਹੁਤ ਧੰਨਵਾਦ ਇਸ ਸਾਰੇ ਸਮੇਂ ਵਾਸਤੇ ਔਰ ਤਮਾਮ ਗੱਲਾਂ ਵਾਸਤੇ। ਨਹੀਂ, ਮੇਰਾ ਵੀ ਦੇਖੋ ਇੱਕ ਆਪਦਾ ਹੈ ਕਿ ਵੀ ਮੈਨੂੰ ਵੀ ਮੌਕਾ ਮਿਲਿਆ ਤੁਹਾਡੇ ਜ਼ਰੀਏ ਇੰਨੇ ਪੰਜਾਬੀ ਸੱਜਣਾਂ ਨਾਲ ਗੱਲ ਕਰਨ ਦੀ। ਮੈਂ ਦੁਬਾਰਾ ਫੇਰ ਪੰਜਾਬ ਦੇ ਪੂਰੇ ਪੰਜਾਬੀ ਨਾਲ ਤਾਲੁਕ ਰੱਖਦੇ ਮੀਡੀਆ ਦਾ ਧੰਨਵਾਦ ਕਰੂੰਗਾ ਕਿ ਤੁਸੀਂ ਪੋਜ਼ੀਟਿਵ ਮਤਲਬ ਇੱਕ ਤਰ੍ਹਾਂ ਪੱਤਰਕਾਰਤਾ ਕਰਕੇ ਅੱਜ ਇੱਕ ਜਿਹੜਾ ਨਿਜ਼ਾਮ ਬਦਲਣ ਦੀ ਆਪਾਂ ਗੱਲ ਕਰ ਰਹੇ ਹਾਂ ਕੀਤਾ, ਅਤੇ ਮੈਨੂੰ ਬੁਲਾਇਆ। ਮੇਰੇ ਵਰਗੇ ਮੇਰੀ ਪੜਾਸ ਕੱਢਣ ਵਰਗੀ ਗੱਲ ਹੈਗੀ। ਅਤੇ ਇੱਥੇ ਮੈਂ ਜਾਂਦੇ ਜਾਂਦੇ ਧੰਨਵਾਦ ਤੋਂ ਪਹਿਲਾਂ ਗੱਲ ਕਰੂੰਗਾ ਮਾਤਾ ਹਰਪਾਲ ਕੌਰ ਦਾ ਬਹੁਤ ਵੱਡਾ ਯੋਗਦਾਨ ਹੈ। ਮਾਸਟਰ ਮਹਿੰਦਰ ਸਿੰਘ ਜੀ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਜੇ ਮਾਸਟਰ ਦਾ ਪੁੱਤਰ ਇਹ ਚੀਜ਼ਾਂ ਨਹੀਂ ਕਰੂਗਾ ਤਾਂ ਉਹ ਇੱਕ ਮੈਂ ਗੱਲ ਹਰੇਕ ਗੱਲ 'ਚ ਕਰਦਾ ਕਿ ਜਿਹਦੇ ਕੋਲ ਮਾਂ ਦਾ ਆਸ਼ੀਰਵਾਦ ਹੋਵੇ, ਭੈਣ ਦੀ ਰੱਖੜੀ ਬੰਨੀ ਹੋਈ ਹੋਵੇ, ਬਾਪ ਦੀ ਇੱਕ ਤਰ੍ਹਾਂ ਸਿੱਖਿਆ ਹੋਵੇ, ਟੀਚਰ ਦੀ ਸਿੱਖਿਆ ਹੋਵੇ, ਠੀਕ ਹੈ ਜੀ, ਫਿਰ ਉਹ ਮੁਹੰਮਦ ਸਦੀਕ ਸਾਹਿਬ ਵਰਗੇ ਵੱਡੇ ਮਹਾਂਪੁਰਸ਼ਾਂ ਨਾਲ ਵਿਚਰਿਆ ਹੋਵੇ ਅਤੇ ਬਾਅਦ 'ਚ ਉਹ ਸਤਸੰਗੀ ਪਰਿਵਾਰ ਦੇ ਘਰੇ ਰਹਿ ਰਹਾ ਕੇ ਉਹਦਾ ਪੀੜ ਸਟਾਰਟ ਹੋਇਆ ਹੋਵੇ ਅਤੇ ਖੁਦ ਕਿਸਮਤ ਦਾ ਧਨੀ ਹੋਵੇ, ਉਹਨੂੰ ਉਦੋਂ ਹਾਂ ਕੇਜਰੀਵਾਲ ਸਾਹਿਬ ਵਰਗਾ ਬੰਦਾ ਮਿਲ ਜਾਵੇ ਤਾਂ ਉਦੋਂ ਬਾਅਦ ਤਾਂ ਉਹਨੂੰ ਚਾਹੀਦੀ ਨਹੀਂ ਹੁੰਦਾ ਕਿਸੇ ਨੂੰ। ਇਹ ਵੀ ਮੈਂ ਕਿਤੇ ਉਸ ਦਿਨ ਸੁਣ ਰਿਹਾ ਸੀ, ਕਹਿੰਦੇ ਕਿ 2 ਵਾਰ MP ਬਣੇ ਔਰ ਸੰਗਰੂਰ 'ਚ ਹੀ ਭੈਣ ਉੱਥੇ ਟੀਚਰ ਦੇ ਤੌਰ ਤੇ ਪੜ੍ਹਾਉਂਦੇ ਆ, ਸਧਾਰਨ ਜ਼ਿੰਦਗੀ। ਔਰ ਕਦੇ ਇਹ ਨਹੀਂ ਕਿਹਾ, ਕਹਿੰਦੇ ਇੱਥੇ ਤਾਂ ਕੋਈ SHO ਲੱਗ ਜੇ ਜਾਂ ਸਪਾਟਾ ਭਰਾ ਲੱਗਿਆ ਹੋਵੇ। ਤੇ ਜਿਹੜਾ ਘਰ ਹੁਣ ਆਪਣੀ ਦੁਬਾਰਾ ਕਿਉਂ ਆ ਗਿਆ ਇੰਟਰਵਿਊ 'ਚ, ਜਿਹੜਾ ਘਰ ਭਾਜੀ ਅਸੀਂ ਪਹਿਲੇ ਦਿਨ ਦੇਖਿਆ ਸੀ 91 'ਚ ਜਾ ਕੇ, ਉਹੀ ਘਰ ਹੈ ਹਲੇ ਪਿੰਡ, ਉਹੀ ਘਰ ਹੈ। ਉੱਥੇ ਮਾਤਾ ਇਕੱਲੀ ਰਹਿੰਦੇ ਨੇ, ਬਿਲਕੁਲ ਸਾਦੇ ਰਹਿੰਦੇ ਨੇ। ਬੀਨੂ ਢਿੱਲੋਂ ਭਾਜੀ ਹੋਰਾਂ ਦੀ ਡੈਥ ਹੋਈ ਪਰਿਵਾਰ 'ਚ ਨਾ, ਹਾਂਜੀ, ਅਸੀਂ ਮਦਰ ਦੀ, ਮੈਂ ਵੀ ਗਿਆ ਸੀ ਉੱਥੇ, ਤਾਂ ਉੱਥੇ ਮਾਤਾ ਜੀ ਇਕੱਲੇ ਸੀਗੇ, ਮਤਲਬ ਕੋਈ ਗੱਡੀ ਨਹੀਂ, ਕੋਈ ਬੋਡੀਗਾਰਡ ਨਹੀਂ, ਕੁਛ ਨਹੀਂ। ਸਹੀ ਜੀਵਨ ਤਾਂ ਇਹੀ ਹੈ ਨਾ, ਉਹਨਾਂ ਦਾ ਕਿਹੜਾ ਕੋਈ ਉਹ ਨਹੀਂ ਕਰ ਸਕਦੇ, ਕਿੰਨਾ ਕੁਛ ਵੀ ਰੱਖ ਸਕਦੇ ਨੇ। ਉਹ ਸਾਦਗੀ ਦਾ ਹੀ ਇਹ ਫਲਸਰੂਪ ਹੈਗਾ, ਇਹ ਇਮਾਨਦਾਰੀ ਦਾ ਹੀ ਇੱਕ ਫਲਸਰੂਪ ਹੈ। ਮੈਂ ਹਮੇਸ਼ਾ ਗੱਲ ਕਰਦਾ, ਮਾਨ ਸਾਹਿਬ ਵਰਗੀ ਵਫਾਦਾਰੀ, ਮਾਨ ਸਾਹਿਬ ਵਰਗੀ ਇਮਾਨਦਾਰੀ ਸਾਡੀ ਲਾਈਨ 'ਚ ਬਹੁਤ ਘੱਟ ਮਿਲਦੀ ਹੈ। ਵਫਾਦਾਰੀ ਮੈਂ ਕਿਸ ਗੱਲ ਤੋਂ ਕਹਿਣਾ, ਜਦੋਂ ਮੇਰੇ ਨਾਲ ਕੰਮ ਕਰਦੇ ਹੁੰਦੇ ਤਾਂ ਉਦੋਂ ਉਹਨਾਂ ਨੇ ਆ ਕੇ ਦੱਸ ਦੇਣਾ ਸੀਗਾ ਵੀ ਅੱਜ ਮੈਨੂੰ ਫਲਾਣੀ ਕੈਸਟ ਵਾਲੇ ਕੰਪਨੀ ਵਾਲਿਆਂ ਨੇ ਭਾਜੀ ਆਫਰ ਕੀਤੀ ਹੈ ਵੀ ਕੈਸਟ ਦੀ, ਤੁਸੀਂ ਇਹ ਗੱਲ ਕਰਨੀ ਕਰ ਲਓ, ਨਹੀਂ ਆਪਾਂ ਤਾਂ ਕਰ ਹੀ ਰਹੇ ਹਾਂ। ਸਾਡਾ ਕੋਈ ਲਿਖਤੀ ਐਗਰੀਮੈਂਟ ਨਹੀਂ ਹੈਗਾ। ਅੱਛਾ, ਜੇ ਫਾਰਮੈਲਿਟੀਆਂ ਕਰਨ ਵਾਸਤੇ ਬਾਅਦ 'ਚ ਕੋਈ ਡਾਕੂਮੈਂਟ ਪੂਰਾ ਕੀਤਾ ਹੋਇਆ ਵੱਖਰੀ ਗੱਲ ਹੈ। ਨਿਭੀ ਨਾ ਭਾਜੀ ਸਾਡੀ, ਕੋਈ ਸਾਡਾ ਡਿਸਪਿਊਟ ਨਹੀਂ ਹੈਗਾ। ਸੇਮ ਉਹਨੇ ਆਪਦੇ ਬਾਕੀ ਯਾਰਾਂ ਦੋਸਤਾਂ ਨਾਲ। ਅੱਜ ਕਿਹੜਾ ਬੰਦਾ ਉਹ ਜਿਹੜੇ ਸਹੀ ਬੰਦੇ ਨੇ, ਉਹ ਤਾਂ ਟੁੱਟ ਕੇ ਚਲੇ ਗਏ। ਸਹੀ ਬੰਦਾ ਕਿਹੜਾ ਜਿਹੜਾ ਭਗਵੰਤ ਮਾਨ ਨਾਲ ਨਹੀਂ ਹੈਗਾ। ਸਭ ਤੋਂ ਵਧੀਆ ਯਾਰ ਕਰਮਜੀਤ ਅਨਮੋਲ ਨਾਲ ਖੜਿਆ ਨਾ ਜੀ। ਅਤੇ ਇਸ ਕਰਕੇ ਪੰਜਾਬੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ। ਦੁਬਾਰਾ ਤੁਹਾਡਾ ਧੰਨਵਾਦ। ਮੇਰੀ ਦਿਲ ਦੀ ਤਮੰਨਾ ਹੋਈ ਪੂਰੀ ਕਿ ਮੈਂ ਤੁਹਾਡਾ ਬੰਦਾ ਕਹਿੰਦਾ ਬੰਦਾ ਦੋਸਤਾਂ ਤੋਂ ਪਛਾਣਿਆ ਜਾਂਦਾ ਹੈ। ਜਿਹਦੇ 30 ਸਾਲ ਪੁਰਾਣੇ ਦੋਸਤ ਅੱਜ ਵੀ ਨਾਲ ਚੱਲ ਰਹੇ, ਤਾਂ ਉਹ ਕਿਰਦਾਰ ਵਾਲੀ ਗੱਲ ਹੀ 34-35 ਸਾਲ ਵਾਲੇ ਵੀ ਹੋਣਗੇ। ਪਿੰਡ ਵਾਲੇ ਨੇ ਨਾ ਜੀ, ਤੁਸੀਂ ਪਿੰਡ ਕਿਤੇ ਜਾਓ ਤਾਂ ਉੱਥੇ ਪਿੰਡ ਵਾਲੇ ਮਿਲਣਗੇ, ਉਹ ਜਿਹੜਾ ਦੇ ਉਹਨਾਂ ਨੂੰ ਭਾਜੀ ਉਹ ਲਿਜਾ ਕੇ ਜਹਾਜ਼ ਚੜਾ ਕੇ 5 ਸਟਾਰ ਹੋਟਲ ਦਿਖਾਉਂਦਾ ਰਿਹਾ ਵੀ ਆਹ ਹੁੰਦੇ ਨੇ। ਅੱਛਾ, ਨਹੀਂ ਕੌਣ ਖਰਚਾ ਕਰਦਾ ਭਾਜੀ? ਆਪਦੇ ਪੱਲਿਓਂ ਲਾ ਕੇ। ਕਿਉਂਕਿ ਕੰਪਨੀਆਂ ਤਾਂ ਬਹੁਤ ਵਧੀਆ ਢੰਗ ਨਾਲ ਦੇਣ ਲੱਗ ਗਏ ਸੀ ਨਾ ਪੇਮੈਂਟਾਂ ਵਗੈਰਾ, ਕਿਸ਼ਤਾਂ ਦੀਆਂ, ਫਿਲਮਾਂ ਦੀਆਂ। ਉਸ ਬੰਦੇ ਦੇ ਭਾਜੀ ਹੁਣ ਤੁਹਾਨੂੰ ਭਗਵੰਤ ਨੇ ਅਮੀਰ ਕੀਤਾ ਕਿ ਤੁਸੀਂ ਭਗਵੰਤ ਨੂੰ ਅਮੀਰ ਕੀਤਾ? ਦੇਖੋ ਜੀ, ਮੇਰੇ ਜਿੰਨਾ ਅਮੀਰ ਦੁਨੀਆ ਤੇ ਕੋਈ ਨਹੀਂ ਹੈਗਾ। ਮੇਰੇ ਜਿੰਨਾ ਦੁਨੀਆ ਤੇ ਇਸ ਟਾਈਮ ਕੋਈ ਅਮੀਰ ਬੰਦਾ ਨਹੀਂ। ਜੇ ਕੋਈ ਬੰਦੇ ਨੇ ਕੱਢਣਾ ਹੋਵੇ ਅਮੀਰੀ, ਹੈ ਨਾ, ਦਿਲ ਦੀ ਅਮੀਰੀ ਕਹਿੰਦੇ, ਸਕੂਨ ਦੀ ਅਮੀਰੀ ਕਹਿੰਦਾ, ਮੈਂ ਸਭ ਤੋਂ ਵੱਧ ਅਮੀਰ ਹਾਂ। ਕਿਉਂਕਿ ਮੇਰੇ ਹਿੱਸੇ ਇੱਕ ਇਹੀ ਜਿਹੀ ਗੱਲ ਆਉਂਦੀ ਹੈ ਕਿ ਜਿਹੜਾ ਅੱਜ ਲੋਕ ਨਾਇਕ ਹੈਗਾ ਤਾਂ ਉਹ ਕਿਸੇ ਨਾ ਕਿਸੇ ਤਰੀਕੇ 2 ਕਿਲੋਮੀਟਰ, 4 ਕਿਲੋਮੀਟਰ, 10 ਕਿਲੋਮੀਟਰ ਮੇਰੇ ਨਾਲ ਦੀ ਸੀਟ 'ਤੇ ਬੈਠ ਕੇ ਚੱਲਿਆ ਹੋਇਆ ਇਨਸਾਨ ਹੈ। ਮੈਂ ਆਪਦੇ ਆਪ ਨੂੰ ਬਹੁਤ ਅਮੀਰ ਅਤੇ ਸਕੂਨਮਈ ਸਮਝਦਾ। ਅਤੇ ਸਟਾਰ ਹੁੰਦੇ ਨੇ ਆਪਦੇ ਹਾਸੇ ਵੀ ਚੇਤੇ ਰਹਿਣਗੇ ਤੁਹਾਡੇ ਮੋਢੇ ਤੇ ਰੱਖ ਕੇ, ਕਦੇ ਰੋਇਆ ਵੀ ਹੋਊਗਾ ਬਹੁਤ ਭਗਵੰਤ ਮਾਨ, ਉਹ ਵੀ ਹਮੇਸ਼ਾ। ਅੱਜ ਭਾਜੀ ਉਹ ਪ੍ਰੋਟੋਕੋਲ ਅਲਾਓ ਨਹੀਂ ਕਰਦਾ ਵੀ ਕਿੱਥੇ ਕੀ ਹੋਇਆ, ਤਾਂ ਉਹ ਹਾਸੇ ਵੀ ਹੈਗੇ, ਉਹ ਸਾਰਾ ਕੁਛ ਹੈਗਾ। ਝਿੜਕਾਂ ਵੀ ਹੈਗੀਆਂ, ਪਿਆਰ ਵੀ ਹੈਗਾ, ਮੁਹੱਬਤ ਵੀ ਹੈਗੀ ਹੈ, ਉਹ ਮਿੱਠੀ ਝਿੜਕ ਹੁੰਦੀ ਹੈ, ਰਿਸਪੈਕਟ ਵੀ ਹੈ। ਮੈਨੂੰ ਬਲਕਿ ਮੈਂ ਤੁਹਾਨੂੰ ਹੋਰ ਕਹਿਣਾ, ਮੈਂ ਅੱਜ ਤੱਕ ਕਿਸੇ ਇੰਟਰਵਿਊ 'ਚ ਨਹੀਂ ਕਿਹਾ। ਤੁਸੀਂ ਅਮੀਰੀ ਦੀ ਗੱਲ ਕਰੀ, ਭਗਵੰਤ ਮਾਨ ਸਾਹਿਬ ਮੇਰੇ ਨੂੰ, ਕਿਉਂਕਿ ਮੈਂ ਘੱਟ ਪੜ੍ਹਿਆ ਲਿਖਿਆ ਸੀਗਾ, ਉਹ ਤਾਂ ਟੀਚਰ ਪਰਿਵਾਰ ਦੇ ਸੀ, ਮੈਂ ਖੇਤੀ ਵਾਲੇ ਪਰਿਵਾਰ ਦਾ ਬੰਦਾ ਸੀਗਾ। ਉਹਨਾਂ ਨੇ ਮੈਨੂੰ ਲੜ ਕੇ ਮੇਰੇ ਬੱਚੇ ਸਵਾਲਕ ਸਕੂਲ 'ਚ ਪੜ੍ਹਨ ਪਵਾਏ। ਜਿਹੜੇ ਬੱਚੇ ਕੌਨਵੈਂਟ ਸਕੂਲਾਂ 'ਚ ਸਾਡੇ ਪੜ੍ਹੇ, ਅੱਜ ਕੋਈ ਕੈਨੇਡਾ ਹੈ, ਕੋਈ ਆਸਟ੍ਰੇਲੀਆ, ਕੋਈ ਕਿਤੇ ਵੀ, ਮਤਲਬ ਪੂਰਾ ਵੱਡਾ ਸੰਸਾਰ ਹੈ। ਮੇਰੀ ਜ਼ਿੰਦਗੀ ਦੇ ਵਿੱਚ ਜੇ ਮੈਂ ਕਹਿੰਦਾ ਵੀ ਲੈਫਟ ਨੂੰ ਰਾਈਟ ਤੋਂ ਹੁੰਦਾ, ਲੜ ਕੇ ਮੈਨੂੰ ਕਿਹਾ ਵੀ ਪੈਸਿਆਂ ਦਾ ਕੀ ਕਰੋਗੇ ਜ਼ਿੰਦਗੀ 'ਚ, ਬੱਚਿਆਂ ਨੂੰ ਸਹੀ ਜਗ੍ਹਾ ਪਾਓ। ਮਤਲਬ ਜੇ ਜ਼ਿੰਦਗੀ ਦੇ ਵਿੱਚ ਮੇਰੇ ਨਾਲ ਜਿੰਨੀ ਦੁਨੀਆ ਵਿਚਰੀ, ਮਤਲਬ ਕਹਿ ਸਕਦੇ ਮੇਰੇ ਨਾਲ ਸੈਂਕੜੇ ਲੋਕ ਵਿਚਰੇ, ਇੱਕੋ ਇੱਕ ਬੰਦੇ ਨੂੰ ਰਾਈਟ ਸੀ ਮੈਨੂੰ, ਮਤਲਬ ਮੂੰਹ 'ਤੇ ਗੱਲ ਕਹਿਣ ਦਾ, ਟੋਕਣ ਦਾ, ਔਰ ਟੋਕ ਦਿੰਦਾ ਸੀ। ਔਰ ਉਹ ਗੱਲ 'ਚ ਕਿਤੇ ਨਾ ਕਿਤੇ ਬਹੁਤ ਵੱਡਾ ਦਮ ਹੁੰਦਾ ਸੀ। ਜੇ ਮੈਂ ਮੰਨ ਲੈਂਦਾ ਸੀ ਤਾਂ ਮੈਂ ਸਿੱਧਾ ਉਹਦਾ ਕੋਈ ਫਾਇਦਾ ਖੱਟ ਜਾਂਦਾ ਸੀ ਗੱਲ ਦਾ। ਮਤਲਬ ਫਾਈਨੈਂਸ਼ੀਅਲੀ ਫਾਇਦੇ ਨਹੀਂ ਹੁੰਦੇ ਸਾਰੇ,
ਹੋਰ ਵੀ ਹੁੰਦੇ ਆ। ਜੇ ਕਿਤੇ ਮੈਂ ਆਪਦੀ ਪਗਾ ਜਾਂਦਾ ਸੀ ਤਾਂ ਹੋ ਸਕਦਾ ਬਾਅਦ 'ਚ ਮੈਨੂੰ ਪਛਤਾਉਣਾ ਵੀ ਪਿਆ ਹੋਵੇ। ਮਤਲਬ ਉਸ ਲੈਵਲ ਦਾ IQ ਆਪਾਂ ਕਹਿ ਸਕਦੇ ਹਾਂ ਮਾਨ ਸਾਹਿਬ ਦਾ। ਬਹੁਤ ਧੰਨਵਾਦ ਘੁਮਾਨ ਸਾਹਿਬ, ਤੁਸੀਂ ਆਏ, ਬਹੁਤ ਸ਼ੁਕਰੀਆ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਇਸ ਪੇਸ਼ਕਸ਼ 'ਚ ਇੰਨਾ ਹੀ ਇਜਾਜ਼ਤ ਦਿਓ। ਉਮੀਦ ਕਰਦੇ ਹਾਂ ਕਿ ਤਮਾਮ ਗੱਲਾਂ ਇਹ ਇਤਿਹਾਸ ਨੇ ਔਰ ਰਹਿੰਦੀ ਦੁਨੀਆ ਤੱਕ ਇਹਨਾਂ ਗੱਲਾਂ ਦਾ ਜਿਹੜਾ ਵਜ਼ਨ ਹੈ ਉਹ ਰਹੂਗਾ। ਧੰਨਵਾਦ।